ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ। ਹੁਣ ਗੱਲ ਇਹ ਆ ਜੀ ਕਿ ਵੀ ਇਸ ਪ੍ਰੋਗਰਾਮ 'ਚ ਜੋ ਕੁਛ ਵੀ ਪਿਛਲੇ 24 ਘੰਟਿਆਂ 'ਚ ਹੁੰਦਾ ਆਪ ਜੀ ਦੇ ਸਨਮੁਖ ਰੱਖ ਦਈਦਾ। ਅਤੇ ਜੇ ਹੁਣ ਖਬਰਾਂ ਵਾਲੇ ਪਾਸਿਓਂ ਗੱਲ ਕਰੀਏ ਤਾਂ ਕਈ ਵਾਰ ਅਚਾਨਕ ਕੁਝ ਖਬਰਾਂ ਜਿਹੜੀਆਂ ਨੇ ਬੜੀਆਂ ਤੱਤੀਆਂ ਆਉਂਦੀਆਂ ਨੇ, ਕੁਛ ਖਬਰਾਂ ਜਿਹੜੀਆਂ ਨੇ ਉਹ ਉਹਨਾਂ ਦਾ ਕਾਊਂਟਰ ਹੁੰਦੀਆਂ ਨੇ, ਕੁਛ ਦੇ ਬਾਰੇ 'ਚ ਬਾਅਦ ਪਤਾ ਲੱਗਦਾ ਵੀ ਉਹ ਰੌਲਾ ਹੀ ਸੀਗਾ, ਨਿਕਲਿਆ ਕੁਛ ਹੋਰ ਅਤੇ ਗੱਲ ਕੁਛ ਹੋਰ ਬਣ ਗਈ। ਪਰ ਚਲੋ ਜੋ ਵੀ ਹੈ ਜੀ, ਕੁੱਲ ਮਿਲਾ ਕੇ ਆਪ ਜੀ ਦੀ ਕਚਹਿਰੀ 'ਚ ਰੱਖਦੇ ਹਾਂ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ ਆਸਟ੍ਰੇਲੀਆ ਯਾਤਰਾ 'ਤੇ ਨੇ ਅੱਜ ਕੱਲ੍ਹ, ਉਹਨਾਂ ਦਾ ਵੀ ਪਤਾ ਲੈ ਲਈਏ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ ਸੰਧਾਲੀਆ ਸਾਹਿਬ। ਸਤਿ ਸ਼੍ਰੀ ਅਕਾਲ ਮਹਾਰਾਜ। ਗੱਲ ਇਹ ਆ ਵੀ ਇਹ ਜਿਹੜੇ ਚਿੜੀਆਂ ਤੋਤੇ ਤੁਹਾਡੇ ਮਗਰ ਬੋਲਦੇ ਸੁਣਦੇ ਆ ਨਾ, ਇਹ ਮੈਂ ਕਈ ਵਾਰ ਅੰਦਾਜ਼ਾ ਲਾਉਣਾ ਹੁੰਦਾ ਵੀ ਪਿੰਡ 'ਤੇ ਚਲੋ ਆਪਣੇ ਬਥੇਰਾ ਕੁਛ ਹੁੰਦਾ ਇਹੋ ਜਿਹਾ, ਕੋਈ ਘੁੱਗੀਆਂ, ਕਬੂਤਰ, ਗਟਾਰਾਂ, ਵਿੱਚ ਤੋਤੇ, ਵਿੱਚ ਚੱਕੀਹਾਰਾ ਜਿਹਾ। ਅਤੇ ਉਹ ਇੱਥੇ ਕੈਨੇਡਾ 'ਚ ਸਗੋਂ ਘੱਟ ਆਵਾਜ਼ ਸੁਣਦੀ ਆ। ਤੁਹਾਡੀਆਂ ਮੈਨੂੰ ਲੱਗਦਾ ਆਵਾਜ਼ਾਂ ਸੁਣ ਕੇ ਦੁਬਾਰਾ ਮਹਿਸੂਸ ਹੁੰਦਾ ਵੀ ਨਹੀਂ ਯਾਰ, ਇਹ ਪਸ਼ੂ ਪੰਛੀ ਅਜੇ ਦੁਨੀਆ 'ਤੇ ਐਗਜ਼ਿਸਟ ਕਰਦੇ, ਸਾਰੇ ਬਰਫ਼ ਥੱਲੇ ਨੱਪੇ ਨਹੀਂ ਗਏ। ਨਹੀਂ ਸੰਧਾਲੀਆ ਸਾਹਿਬ, ਇੱਥੇ ਕਿਉਂਕਿ ਥੋੜ੍ਹਾ ਜਿਹਾ ਮੌਸਮ ਵਾਲੇ ਪਾਸਿਓਂ ਠੀਕ ਆ, ਬਰਫ਼ ਬੁਰਫ ਨਹੀਂ ਪੈਂਦੀ, ਦਰਖਤ 12 ਮਹੀਨੇ ਹਰੇ ਭਰੇ ਰਹਿੰਦੇ ਆ। ਅਤੇ ਜਦੋਂ ਹਰੇ ਭਰੇ ਰਹਿੰਦੇ ਆ, ਪੰਛੀਆਂ ਦੇ ਖਾਣ ਨੂੰ, ਕਿਤੇ ਉਹਨਾਂ ਦੇ ਟਿਕਾਣਾ ਟਕੂਣਾ ਕਰਨ ਨੂੰ ਮੌਸਮ ਜਿਹੜਾ ਅਨੁਕੂਲ ਆ, ਤਾਂ ਫਿਰ ਟਾਈਮ ਨਾਲ ਆ ਜਾਂਦੀਆਂ ਜੀ ਚਿੜੀਆਂ। ਹੋਰ ਬਹੁਤ ਸਾਰੇ ਤਰ੍ਹਾਂ ਦੇ ਪੰਛੀ ਆ, ਬਹੁਤਿਆਂ ਦੇ ਤਾਂ ਮੈਨੂੰ ਨਾਂ ਵੀ ਨਹੀਂ ਪਤਾ, ਪਰ ਸਵੇਰੇ ਸਵੇਰੇ ਜਦੋਂ ਉਡਾਰੀਆਂ ਜੀਆਂ ਭਰਦੇ ਆ ਤਾਂ ਲੱਗਦਾ ਵਧੀਆ। ਪਿੰਡਾਂ 'ਚ ਜਦੋਂ ਗਰਮੀਆਂ ਨੂੰ ਆਪਾਂ ਸੁੱਤੇ ਹੁੰਦੇ ਸੀ ਸੰਧਾਲੀਆ ਸਾਹਿਬ, ਸਵੇਰੇ ਉੱਠਣਾ ਅਤੇ ਬਹੁਤੀ ਵਾਰੀ ਪੰਛੀਆਂ ਦੀ ਆਵਾਜ਼ ਹੀ ਕਰਨੀ ਪੈਂਦੀ ਹੁੰਦੀ ਸੀ। ਕੋਈ ਲਾਗੇ ਧਰੇਕ ਦੇ ਉੱਤੇ ਬੈਠਾ ਪੰਛੀ, ਕੋਈ ਕੰਧ ਦੇ ਉੱਤੇ ਬੈਠਾ, ਕੋਈ ਚੁੰਝਾਂ ਜੀਆਂ ਤੁਹਾਡੇ ਮੰਜੇ ਦੇ ਪਾਵੇ ਦੇ ਨਾਲ ਹੀ ਅੱਖ ਟੁੱਕ 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 ਮਾਰੀ ਜਾਂਦਾ। ਉਹ ਸਾਰਾ ਮਾਹੌਲ ਹੁਣ ਪਿੰਡਾਂ 'ਚ ਤਾਂ ਚੇਤੇ ਭੁੱਲ ਹੀ ਜਾਂਦਾ, ਜਾਂ ਸ਼ਹਿਰਾਂ ਦੇ ਵਿੱਚ ਤਾਂ ਕੀ ਚੇਤੇ ਰਹਿਣਾ, ਪਰ ਇੱਥੇ ਆ ਕੇ ਦੁਬਾਰਾ ਚੇਤੇ ਆਇਆ। ਅੱਛਾ, ਨਹੀਂ ਇਹ ਤਾਂ ਗੱਲ ਹੈਗੀ। ਤੁਸੀਂ ਦੇਖੋ ਪੰਜਾਬ 'ਚ ਮੈਂ ਜ਼ਰੂਰ ਆ ਨਾ ਵੀ ਟਿੱਪਣੀ ਕਰਿਓ, ਸਵੇਰ ਵਾਲਾ ਸਾਰਾ ਕੁਛ ਕੰਮ ਧੰਦਾ ਜਿਹਾ ਨਿਬੇੜ ਕੇ 11 ਕੁ ਵਜੇ ਨੂੰ ਕਿਸੇ ਵੇਲੇ ਹੁੰਦਾ ਨਾ ਆਮ ਵੀ ਚਲੋ ਯਾਰ ਹੁਣ ਥੋੜ੍ਹਾ ਜਿਹਾ ਲੱਕ ਸਿੱਧਾ ਕਰ ਲਈਏ। ਜੇ ਨਾ ਵੀ ਲੱਕ ਸਿੱਧਾ ਕੀਤਾ ਹੋਵੇ ਤਾਂ ਉਦੋਂ ਤੱਕ ਰੋਟੀ ਰਾਟੀ ਦੀ ਘੁੱਗੀ ਜਿਹਦੇ ਨਾਲ ਨਾ ਘੁੱਗੀ ਜੀ ਬੋਲਦੀ ਹੁੰਦੀ ਨਾ ਘੂੰ ਕਰਕੇ, ਉਹ ਵਧੋ ਵਧੀ ਨੀਂਦ ਜੀ ਲਿਆਉਣ ਪੈਂਦੀ ਹੁੰਦੀ ਹੈ। ਇਹੋ ਜਿਹੀ ਗੱਲ ਨਹੀਂ ਕੋਈ ਇੱਥੇ? ਸੰਧਾਲੀਆ ਸਾਹਿਬ, ਘੂਕੀ ਦੀ ਗੱਲ ਸੁਣ ਲਓ ਤੁਸੀਂ। ਕੱਲ ਜਿੱਥੇ ਕਿ ਪ੍ਰਸ਼ਾਦਾ ਛਕਿਆ ਨਹੀਂ ਹੁੰਦੀ, ਘੁੱਗੀ ਬੋਲਦੀ, ਮੈਂ ਉਹਦੀ ਗੱਲ ਕਰਦਾ। ਮੈਂ ਹਾਂਜੀ ਘੁੱਗੀ ਦੀ ਗੱਲ ਕਰਦੇ ਹੁੰਦੇ। ਨਹੀਂ, ਘੁੱਗੀ ਤਾਂ ਨਹੀਂ ਪਤਾ ਲੱਗੀ ਮਹਾਰਾਜ। ਹੁਣ ਦੁਪਹਿਰ ਨੂੰ ਤਾਂ ਕਿਉਂਕਿ 3-4 ਦਿਨ ਤਾਂ ਸਿੱਖ ਖੇਡਾਂ ਦੇ ਵਿੱਚ ਇੰਨਾ ਵਿਅਸਤ ਰਹੇ ਆ, ਇੰਨਾ ਕੁ ਬਿਜ਼ੀ ਰਿਹਾ ਕੰਮ, ਕਿ ਘੁੱਗੀ ਤਾਂ ਆਪਣੀ ਘੈ ਹੁਣ ਨੂੰ ਫਿਰਦੀ ਸੀ ਉੱਥੇ। ਜਦੋਂ ਸਵੇਰੇ 8 ਵਜੇ ਤੁਸੀਂ ਜਾ ਕੇ ਖੜ ਜਾਂਦੇ ਹੋ ਤਾਂ ਸ਼ਾਮ ਨੂੰ 6-7 ਵੱਜ ਜਾਂਦੇ। ਦੁਪਹਿਰ ਵਾਲੀ ਘੁੱਗੀ ਦਾ ਨਹੀਂ ਜੀ ਪਤਾ ਲੱਗਿਆ। ਮੈਂ ਤਾਂ ਘੁੱਗੀ ਦੇ ਚਲਿਆ ਸੀ, ਕਿਉਂਕਿ ਕੱਲ੍ਹ ਕੇ ਸੱਜਣ ਨੇ ਲੱਸੀ ਪਿਆਈ ਲੰਗਰ ਪ੍ਰਸ਼ਾਦੇ ਨਾਲ, ਅਤੇ ਲੱਸੀ ਸਵਾਦ ਸੀ। ਫਿਰ ਗਲਾਸ 2 ਪੀ ਹੋ ਗਿਆ, ਅਤੇ ਫਿਰ ਉਹਦੇ ਤੋਂ ਬਾਅਦ ਬਹਿੰਦਿਆਂ ਸਾਰੀ ਘੁੱਕੀ। ਅੱਛਾ, ਚਲੋ ਕੁੱਲ ਮਿਲਾ ਕੇ ਨਾ ਵੀ ਯਾਤਰਾ ਤੁਹਾਡੀ ਠੀਕ ਰਹਿ ਗਈ। 35ਵੀਆਂ ਸਿੱਖ ਖੇਡਾਂ ਜਿਹੜੀਆਂ ਨੇ ਉਹ ਸਮਾਪਤ ਹੋ ਗਈਆਂ, ਅਤੇ ਹੁਣ ਚਲੋ ਤੁਸੀਂ ਹੌਲੀ ਹੌਲੀ ਮੋੜਾ ਕੱਟੋਗੇ ਇੱਧਰ ਨੂੰ, ਫਿਰ ਇੱਥੇ ਬਹਿ ਕੇ ਵੀ ਗੱਲਾਂ ਬਾਤਾਂ ਕਰ ਲਿਆ ਕਰਾਂਗੇ। ਹੁਣ ਜੇ ਖਬਰਾਂ ਵਾਲੇ ਪਾਸੇ ਨੂੰ ਆਪਾਂ ਮੁੜਨਾ ਹੋਵੇ ਹੌਲੀ ਹੌਲੀ, ਅਤੇ ਹੁਣ ਵਾਢੀ ਵੀ ਸੁੱਖ ਨਾਲ ਪੰਜਾਬ ਦੇ ਵਿੱਚ ਕੁਝ ਥਾਵਾਂ 'ਤੇ ਸ਼ੁਰੂ ਹੋ ਗਈ ਆ। ਬਾਕੀਆਂ ਨੇ ਆਪੋ ਆਪਣੇ ਹਿਸਾਬ ਨਾਲ ਹੁਣ ਪਿਛਲੇ ਦਿਨਾਂ ਜਿਹੜਾ ਮੀਂਹ ਮੂੰਹ ਪਿਆ ਸੀ, ਪਾਣੀ ਪੂਣੀ ਕੱਢ ਕੇ ਉਹ ਸਵੇਰੇ ਸ਼ਾਮ ਵਿੱਚ ਤੁਰ ਫਿਰ ਕੇ ਵੇਖਦੇ ਆ ਵੀ ਹਾਂ ਵੀ ਪੈਰ ਲੱਗਦਾ ਕਿ ਨਹੀਂ ਲੱਗਦਾ। ਕੋਈ ਕਹਿੰਦਾ ਲੱਗਦੇ 2 ਕੁ ਦਿਨ ਅਜੇ, ਕੋਈ ਪੁੱਛ ਕੇ ਆਉਂਦਾ ਵੀ ਹਾਂ ਕੰਬਾਈਨ ਵਾਲੇ ਕੀ ਕਹਿੰਦੇ, ਕੰਬਾਈਨ ਵਾਲਾ ਵੀ ਨਾਲ ਆਉਂਦਾ, ਉਹ ਕਹਿੰਦਾ ਨਹੀਂ ਅਜੇ ਨਾ ਥੋੜ੍ਹਾ ਜਿਹਾ ਗਿੱਲਾ ਕੰਮ ਬਹਿੰਦੀ ਹੈ, ਜੇ ਕੰਬਾਈਨ ਰੁਕ ਜਾਈਏ 2 ਕੁ ਦਿਨ ਹੋਰ। ਫਿਰ ਧਿਆਨ ਜਾਂਦਾ ਤਾਂ ਨੂੰ ਵੀ ਯਾਰ ਫਿਰ ਨਾ ਕਿਤੇ ਬੱਦਲ ਚੜ੍ਹ ਆਵੇ, ਹੁਣ ਜੇ 2-4 ਦਿਨ ਮਿਲੇ ਤਾਂ ਵੱਢ ਕੇ ਪਾਸੇ ਹੋਈਏ। ਇਹੋ ਜਿਹਾ ਕੰਮ ਚੱਲੀ ਜਾਂਦਾ, ਅਤੇ ਸਾਰੇ ਕੁਛ ਦੇ ਵਿੱਚ ਧਿਆਨ ਇਸ ਪਾਸੇ ਲੱਗਾ ਵੀ ਜਿਹੜੀਆਂ ਉਹ ਕੇਂਦਰੀ ਟੀਮਾਂ ਨੇ ਕਹਿੰਦੇ ਸੈਂਪਲ ਸੂੰਪਲ ਜੇ ਲਏ ਸੀ ਆਣ ਕੇ, ਉਹਨਾਂ ਨੇ ਹੁਣ ਦੱਸਣਾ ਵੀ ਕੀ ਜਿਹੜੀ ਕਣਕ ਆ ਉਹਦਾ ਮਿਆਰ ਕੀ ਆਂਦਾ, ਅਤੇ ਕਿਸ ਹਿਸਾਬ ਨਾਲ ਕੋਈ ਰਾਇਤ, ਕੋਈ ਗੁੰਜਾਇਸ਼ ਕੋਈ ਕਰਨਗੇ ਕਿ ਨਹੀਂ ਕਰਨਗੇ। ਦੇਖੋ ਸੰਧਾਲੀਆ ਸਾਹਿਬ, 2-3 ਪ੍ਰਕਿਰਿਆਵਾਂ ਚੱਲਦੀਆਂ। ਜਦੋਂ ਪਹਿਲਾਂ ਤਾਂ ਸੂਬਾ ਸਰਕਾਰ ਵੱਲੋਂ ਕੰਮ ਜਾਣਾ ਹੁੰਦਾ ਕਿ ਸਾਡੇ ਮੀਂਹ ਪੈ ਗਿਆ, ਸਾਡੇ ਗੜੇ ਪੈ ਗਏ, ਪੱਕੀ ਫਸਲ ਦੇ ਉੱਤੇ ਨੁਕਸਾਨ ਹੋ ਗਿਆ। ਉਸ ਪ੍ਰਕਿਰਿਆ ਦੇ ਵਿੱਚ ਪੰਜਾਬ ਸਰਕਾਰ ਨੇ ਤਾਂ ਚਲੋ ਆਪਣਾ ਕੰਮ ਕਰਨਾ ਸੀ, ਚਿੱਠੀ ਲਿਖਣੀ ਸੀ, ਲਿਖ ਦਿੱਤੀ, ਅਪੀਲਾਂ ਕਰਨੀਆਂ ਸੀ ਕੇਂਦਰ ਦੀ ਸਰਕਾਰ ਨੂੰ ਕਿ ਭਾਈ ਆਣ ਕੇ ਦੇਖੋ ਸਾਡੇ ਨੁਕਸਾਨ ਬਹੁਤ ਹੈ, ਕੁਝ ਛੋਟਾਂ ਦਿਓ, ਕੁਝ ਰਾਹਤ ਦਿਓ, ਮੰਡੀਕਰਨ ਦੇ ਨਿਯਮਾਂ ਦੇ ਵਿੱਚ ਕੁਝ ਢਿੱਲ ਦਿਓ, ਮਾੜੀ ਮੋਟੀ ਕਿਸਾਨ ਦੀ ਫਸਲ ਵਿਕੇ, ਪੂਰਾ ਮੁੱਲ ਮਿਲੇ। ਅਤੇ ਮੂਹਰਿਓਂ ਤੇਜ਼ੀ ਪੂਰੀ ਕੇਂਦਰ ਦੀ ਸਰਕਾਰ ਨੇ ਵੀ ਦਿਖਾਈ। ਉਹਨਾਂ ਨੇ ਟੀਮਾਂ ਭੇਜ ਦਿੱਤੀਆਂ ਕੇਂਦਰੀ ਖੁਰਾਕ ਨਿਗਮ ਦੀਆਂ, ਖੁਰਾਕ ਵਿਭਾਗ ਦੀਆਂ। ਦੂਜੀ ਪ੍ਰਕਿਰਿਆ ਹੁੰਦੀ ਆ ਕਿ ਵੱਖ-ਵੱਖ ਮੰਡੀਆਂ ਦੇ ਵਿੱਚ ਜਾਓ ਅਤੇ ਉੱਥੋਂ ਜਾ ਕੇ ਨਮੂਨੇ ਭਰੋ, ਜਾਂ ਵੱਖ-ਵੱਖ ਖੇਤਾਂ ਦੇ ਵਿੱਚ ਜਾਓ ਅਤੇ ਖੇਤਾਂ ਦੇ ਵਿੱਚ ਜਾ ਕੇ ਨਮੂਨੇ ਭਰੋ ਕਿ ਕਣਕ ਕਿੰਨੀ ਕੁ ਥੱਲੇ ਵਿਛ ਗਈ ਹੈ, ਕਿੰਨਾ ਕੁ ਪਾਣੀ ਖੜਾ, ਕਿੰਨਾ ਕੁ ਦਾਣਾ ਬਦਰੰਗ ਹੋਇਆ, ਜਾਂ ਆਪਦਾ ਨੁਕਸਾਨ ਕਿੰਨਾ ਕੁ ਹੋ ਸਕਦਾ, ਸੰਭਾਵੀ ਅੰਦਾਜ਼ੇ। ਹੁਣ ਉਹ ਦੂਸਰਾ ਕੰਮ ਵੀ ਨੇਪਰੇ ਚੜ੍ਹ ਗਿਆ। ਕੇਂਦਰ ਦੀਆਂ ਟੀਮਾਂ ਆਈਆਂ, ਨਮੂਨੇ ਉਹਨਾਂ ਨੇ ਖੇਤਾਂ ਦੇ ਵਿੱਚ ਜਾ ਕੇ ਲੈ ਲਿਆ, ਹਿਸਾਬ ਕਿਤਾਬ ਦੇਖ ਲਿਆ।
ਹੁਣ ਤੀਸਰਾ ਹੁੰਦਾ ਟੈਸਟਿੰਗ ਜਾਣੀ ਕਿ ਇੱਕ ਸੈੱਟ ਪੈਟਰਨ ਦੇ ਵਿੱਚ ਜਾ ਕੇ ਜਦੋਂ ਦੇਖਣਾ ਕਿ ਇੰਨਾ ਕੁ ਨੁਕਸਾਨ ਲੱਗਦਾ, ਉਹਦੇ ਨਾਲ ਕਿੰਨਾ ਕੁ ਨੁਕਸਾਨ ਜਿਹੜਾ ਉਹ ਹੋਊਗਾ, ਮਾਹੌਲ ਆ। ਹੁਣ ਉਹ ਟੈਸਟਿੰਗ ਦੇ ਨਤੀਜਿਆਂ ਦੇ ਉੱਤੇ ਨਿਰਭਰ ਕਰਨਾ ਕਿ ਆ 3-4 ਦਿਨਾਂ ਦੇ ਅੰਦਰ ਅੰਦਰ ਕੇਂਦਰ ਦੀ ਸਰਕਾਰ, ਜਿੱਦਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਮੌਸਮੀ ਖਰਾਬੀ ਦੇ ਕਰਕੇ ਹੋਏ ਨੁਕਸਾਨ ਦੀ ਭਰਪਾਈ ਦਾ ਉਹਨਾਂ ਨੇ ਭਰੋਸਾ ਦਿੱਤਾ ਜਾਂ ਐਲਾਨ ਕਰ ਦਿੱਤਾ, ਕਿ ਉਸੇ ਤਰੀਕੇ ਪੰਜਾਬ ਤੇ ਹਰਿਆਣਾ, ਕਿਉਂਕਿ ਇੱਕੋ ਜਿਹਾ ਸੂਬੇ ਨੇ, ਇੱਕੋ ਜਿਹਾ ਮੌਸਮ ਹੈ, ਇੱਕੋ ਜਿਹਾ ਜਲਵਾਯੂ, ਦੋਨਾਂ ਸੂਬਿਆਂ ਦੇ ਵਿੱਚੋਂ ਨਮੂਨੇ ਭਰੇ ਆ, ਦੋਨਾਂ ਸੂਬਿਆਂ ਦੇ ਭਰੇ ਨਮੂਨਿਆਂ ਦੀ ਟੈਸਟਿੰਗ ਚੱਲ ਰਹੀ ਹੈ। ਦੋਨਾਂ ਸੂਬਿਆਂ ਨੂੰ ਇਕੱਠਿਆਂ ਹੀ ਕੇਂਦਰ ਸਰਕਾਰ ਨੇ ਕੁਝ ਰਾਹਤ ਦੇਣੀ ਹੈ। ਮੰਡੀਆਂ 'ਚ ਫਸਲ ਆਉਣ ਲੱਗ ਪਈ ਹੈ। ਤੁਹਾਡੀ ਗੱਲ ਠੀਕ ਹੈ ਕਿ ਲੋਕ ਕੰਬਾਈਨ ਵਾਲਿਆਂ ਦੇ ਮਗਰ ਭੱਜ ਦੌੜ ਰਹੇ ਆ ਕਿ ਇਹਦੇ ਤੋਂ ਪਹਿਲਾਂ ਕਿ 4 ਛਿੱਟਾਂ ਹੋਰ ਪੈਣ, ਜਿਹੜੀ ਬਚੀ ਕਣਕ ਹੈ, ਜਿਹੜੀ ਨੁਕਸਾਨੀ ਨਹੀਂ ਗਈ ਕਣਕ, ਉਹਦਾ ਵੀ ਕੋਈ ਭੋਰਾ ਨੁਕਸਾਨ ਹੋਵੇ, ਭਾਈ ਸਾਡੀ ਕਣਕ ਵੱਢ ਦਿਓ, ਵੱਢ ਕੇ ਅਸੀਂ ਮੰਡੀ ਲੈ ਜਾਈਏ, ਮੰਡੀ ਜਾ ਕੇ ਵੇਚ ਦਈਏ। ਹੁਣ ਇੱਕ ਪਾਸੇ ਕੰਬਾਈਨ ਵਾਲਿਆਂ ਦੇ ਮਗਰ ਦੌੜਾਂ ਲੱਗੀਆਂ, ਤੇ ਦੂਜੇ ਪਾਸੇ ਜਦੋਂ ਥੱਕ ਹਾਰ ਕੇ ਬੰਦਾ ਸਾਰਾ ਦਿਨ ਕੰਬਾਈਨ ਵਾਲੇ ਨੂੰ ਲੱਭਦਾ, ਸ਼ਾਮ ਨੂੰ ਘਰ ਆਉਂਦਾ ਤੇ ਆਣ ਕੇ ਟੱਬਰ ਦੇ ਛੋਟੇ ਜੀਆਂ ਨੂੰ ਇਹ ਪੁੱਛਦਾ, ਕੋਈ ਆਈ ਖਬਰ ਕਿ ਨਹੀਂ ਆਈ, ਸਰਕਾਰ ਨੇ ਕੋਈ ਕੀਤਾ ਐਲਾਨ ਕਿ ਨਹੀਂ ਕੀਤਾ, ਦਾਣੇ ਤਾਂ ਮੈਂ ਦੇਖ ਕੇ ਆ ਕਿ ਪੁੰਗਰੀ ਜਾਂਦੇ ਆ, ਦਾਣੇ ਤਾਂ ਥੋੜੇ ਜਿਹਾ ਕਾਲੇ ਪੈ ਗਏ ਆ, ਸਰਕਾਰ ਦੀ ਖਬਰ ਵੱਲ ਧਿਆਨ ਰੱਖਿਓ, ਮੜ ਜਿਹਾ ਕੋਈ ਸਾਹ ਜਿਹਾ ਆਵੇ। ਹੁਣ ਇੱਥੇ ਤੱਕ ਆ, ਉਮੀਦ ਕਰਦੇ ਆ ਕਿ ਸਰਕਾਰ ਖੁੱਲੇ ਦਿਲ ਦੇ ਨਾਲ ਥੋੜੀ ਜਿਹੀ ਰਾਹਤ ਦੇਵੇ। ਵੈਸੇ ਮੈਨੂੰ ਲੱਗਦਾ ਵੀ ਹੁਣ ਇਹ ਆਸ ਉਮੀਦ ਤੇ ਹੈ ਕਿ ਰਾਹਤ ਮਿਲ ਜੂਗੀ, ਕਿਉਂਕਿ ਇੱਕ ਜਿਹੜੀ ਚਰਚਾ ਚੱਲਦੀ ਸੀ, ਖੈਰ ਉਹ ਤਾਂ ਜਿੱਦਣ ਮੇਰਾ ਖਿਆਲ ਅਜੇ ਵਾਢੀ ਦੀ ਗੱਲ ਵੀ ਨਹੀਂ ਸੀ ਚੱਲੀ ਤੇ ਅਜੇ ਆ ਖਰਾਬੇ ਦੀ ਗੱਲ ਵੀ ਨਹੀਂ ਸੀ ਚੱਲੀ, ਉਦੋਂ ਹੀ ਖਬਰਾਂ ਆਉਣ ਲੱਗ ਪਈਆਂ ਸੀ ਵੀ ਪਹਿਲੀ ਵਾਰ ਆ ਇੰਨੇ ਸਾਲਾਂ ਦੇ ਵਿੱਚ ਕਿ ਪੰਜਾਬ ਦੇ ਜਿਹੜੇ ਗੋਦਾਮ ਨੇ ਉਹ ਖਾਲੀ ਨੇ ਲਗਭਗ। ਇਸ ਤੋਂ ਪਹਿਲਾਂ ਉਹਨਾਂ ਦੇ ਵਿੱਚ ਕਣਕ ਜਿਹੜੀ ਸੀ ਉਹ ਜ਼ਰੂਰ ਹੁੰਦੀ ਸੀ ਵੀ ਉਹ ਭੰਡਾਰ ਕੀਤੀ ਹੁੰਦੀ ਸੀ, ਪਰ ਐਤਕੀ ਇਹ ਬੜੀ ਚਰਚਾ ਚੱਲੀ ਇਸ ਚੀਜ਼ ਦੀ ਵੀ ਅਚਾਨਕ ਪੰਜਾਬ ਦੇ ਜਿਹੜੇ ਗੋਦਾਮ ਨੇ ਉਹ ਖਾਲੀ ਕਿਉਂ ਆ। ਫਿਰ ਹੌਲੀ ਹੌਲੀ ਉਹਦੇ 'ਤੇ ਕਈ ਤਰ੍ਹਾਂ ਦੇ ਤਰਕ ਆਉਣ ਲੱਗ ਪਏ। ਕੁਛ ਲੋਕ ਇਹ ਕਹਿਣ ਲੱਗ ਗਏ ਕਿ ਵੀ ਉਹ ਰਸ਼ੀਆ ਯੂਕਰੇਨ ਦੀ ਵਾਰ ਕਰਕੇ ਐਤਕੀ ਕਣਕ ਦਾ ਰੇਟ ਅੰਤਰਰਾਸ਼ਟਰੀ ਮੰਡੀ 'ਚ ਵਧਿਆ ਸੀ, ਉਹਦਾ ਕਰਕੇ ਹੋ ਸਕਦਾ ਕਿ ਵੀ ਜੇ ਕਿਤੇ ਬਾਹਰ ਅੰਦਰ ਕਿਤੇ ਕੋਈ ਭੇਜਣੀ ਹੋਵੇ ਤਾਂ ਕਰਕੇ ਸਰਕਾਰਾਂ ਨੇ ਲੈ ਲਈ। ਕੁਛ ਇੱਕ ਨੂੰ ਇਹ ਚਰਚਾ ਚੱਲ ਪਈ ਵੀ ਇਹ ਰੇਟ ਵਧੇ ਨਾ ਤੇ ਇਹ ਨਾ ਹੋਵੇ ਜਿੱਦਾਂ ਬਾਕੀ ਆਪਾਂ ਆਂਢ ਗੁਆਂਢ ਦੇ ਦੇਸ਼ਾਂ ਦੇ ਵਿੱਚ ਸੁਣਦੇ ਸੀ ਵੀ ਹਾਹਾਕਾਰ ਕਣਕ ਨੂੰ ਲੈ ਕੇ, ਆਟੇ ਨੂੰ ਲੈ ਕੇ ਸੀ, ਉਹਨੂੰ ਕੰਟਰੋਲ ਕਰਨ ਲਈ ਵੀ ਸਰਕਾਰ ਨੇ ਉਸ ਹਿਸਾਬ ਨਾਲ ਮਾਰਕੀਟ ਦੇ ਵਿੱਚ ਲਿਆਣ ਕੇ ਸੁੱਟੀ ਕਣਕ ਪੀ ਤਾਂ ਜੋ ਜਿਹੜਾ ਰੇਟ ਆ ਉਹ ਨਾ ਵਧੇ। ਤੀਸਰੀ ਚਰਚਾ ਇਹ ਵੀ ਚੱਲਦੀ ਆ ਵੀ ਸ਼ਾਇਦ ਹੁਣ ਜਿਹੜੇ ਖੁੱਲ੍ਹੇ ਗੋਦਾਮ, ਓਪਨ ਗੋਦਾਮ, ਉਹ ਤਰਪਾਲਾਂ ਵਾਲੇ, ਥੱਲੇ ਬਾਲਿਆਂ ਦੇ ਕਰੇਟ ਤੇ ਉੱਪਰ ਤਰਪਾਲ ਤੇ ਵਿੱਚ ਚੂਹੇ ਤੇ ਉੱਤੋਂ ਦੀ ਪਾਣੀ ਤੇ ਉਸ ਤੋਂ ਬਾਅਦ ਖਰਾਬਾ, ਇਹ ਸਾਰੇ ਕੁਛ ਤੋਂ ਬਚਣ ਦਾ ਕਰਕੇ ਉਹ ਕਹਿੰਦੇ ਵੀ ਇੱਕ ਤਰ੍ਹਾਂ ਸਾਰਾ ਕੁਛ ਨਿਬੇੜ ਲਓ ਤੇ ਬਾਅਦ ਦੇ ਵਿੱਚ ਆਪਾਂ ਇਹ ਜਿਹੜੀ ਫਸਲ ਆ ਜਾਂ ਕਣਕ ਆ ਜਾਂ ਜੋ ਵੀ ਆਉਣ ਵਾਲੇ ਸਮੇਂ 'ਚ ਜੇ ਝੋਨਾ ਵੀ ਹੋਊਗਾ, ਝੋਨਾ ਦਾ ਖੈਰ ਉਸ ਤੋਂ ਬਾਅਦ ਸ਼ੈਲਰਾਂ 'ਚ ਲੱਗ ਜਾਂਦਾ, ਚੌਲ ਛੜਾ ਕੇ ਜਾਂਦੇ ਨੇ, ਉਹ ਸਾਰੇ ਕੁਛ ਨੂੰ ਜਿਹੜੇ ਕਵਰਡ ਗੋਦਾਮ ਨੇ, ਜਿਹੜੇ ਬੰਦ ਗੋਦਾਮ ਨੇ, ਉਹਨਾਂ ਦੇ ਵਿੱਚ ਭੰਡਾਰਨ ਕੀਤਾ ਜਾਊਗਾ। ਤੇ ਹੁਣ ਚਰਚਾ ਵੀ ਸ਼ਾਇਦ ਪੰਜਾਬ ਵਾਲੀ ਕਣਕ ਜਿਹੜੀ ਹੈ ਉਹ ਬੰਦ ਗੋਦਾਮਾਂ 'ਚ ਹੋਊਗੀ, ਜੇ ਉਹ ਬੰਦ ਗੋਦਾਮ ਬਾਕੀ ਸਟੇਟਾਂ 'ਚ ਹੋਏ ਤੇ ਉੱਧਰ ਵੀ ਭੇਜੀ ਜਾਊਗੀ ਸਿੱਧੀ। ਦੇਖੋ ਸੰਧਾਲੀਆ ਸਾਹਿਬ, ਐਤਕੀ ਫਰਕ ਤਾਂ ਹੈਗਾ, ਉਸ ਫਰਕ ਦੇ ਪਿੱਛੇ ਹੋ ਸਕਦਾ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਅੰਨ ਦੀ ਘਾਟ ਦਾ ਜ਼ਿਕਰ ਚੱਲਦਾ, ਉਹ ਕਿੰਨਾ ਕੁ ਜ਼ਮੀਨੀ ਹਕੀਕਤਾਂ ਦੇ ਨਾਲ ਜੁੜਿਆ, ਕਿੰਨਾ ਕੁ ਨਹੀਂ ਜੁੜਿਆ, ਇਹ ਤਾਂ ਪਤਾ ਨਹੀਂ। ਪਰ ਇੱਕ ਫਰਕ ਹੈਗਾ, ਪਿਛਲੇ ਵਰ੍ਹਿਆਂ ਦੇ ਵਿੱਚ, ਇਹਨਾਂ ਦਿਨਾਂ 'ਚ ਜਦੋਂ ਸਾਡੀ ਪੰਜਾਬ ਦੇ ਖੇਤਾਂ ਦੇ ਵਿੱਚ ਨਵੀਂ ਫਸਲ ਤਿਆਰ ਹੁੰਦੀ ਸੀ, ਜਦੋਂ ਉਹ ਫਸਲ ਮੰਡੀ 'ਚ ਆ ਜਾਂਦੀ ਸੀ, ਮੰਡੀ 'ਚ ਆ ਕੇ ਵਿਕ ਜਾਂਦੀ ਸੀ, ਬੋਰੀਆਂ 'ਚ ਭਰੀ ਜਾਂਦੀ ਸੀ ਤੇ ਉੱਥੇ ਧਾਂਕਾਂ ਲਾਤੀਆਂ ਜਾਂਦੀਆਂ ਸੀ ਬੋਰੀਆਂ ਦੀਆਂ, ਫਿਰ ਚਰਚਾ ਚੱਲਦੀ ਹੁੰਦੀ ਸੀ ਜੀ ਅਜੇ ਤਾਂ ਪਹਿਲਾ ਹੀ ਅਨਾਜ ਜਿਹੜਾ ਉਹ ਗੋਦਾਮਾਂ 'ਚ ਪਿਆ। ਫਿਰ ਪੰਜਾਬ ਸਰਕਾਰ ਬੇਨਤੀਆਂ ਕਰਦੀ ਹੁੰਦੀ ਸੀ ਕੇਂਦਰ ਨੂੰ ਕਿ ਉਹ ਭਾਈ ਗੋਦਾਮ ਸਾਡੇ ਖਾਲੀ ਕਰਾ ਦਿਓ, ਇੱਥੋਂ ਟਰਾਂਸਫਰ ਕਰਾ ਦਿਓ ਸਾਰਾ ਅਨਾਜ, ਅਸੀਂ ਨਵੀਂ ਫਸਲ ਆ ਗਈ ਉਹ ਗੋਦਾਮਾਂ ਦੇ ਵਿੱਚ ਰੱਖਣ ਵਾਲੇ ਬਣੀਏ। ਐਤਕੀ ਬਹੁਤੇ ਗੋਦਾਮ ਪੰਜਾਬ ਦੇ ਪਹਿਲਾਂ ਹੀ ਖਾਲੀ ਨੇ। ਬਹੁਤ ਸਾਰੀ ਫਸਲ ਜਿਹੜੀ ਪੰਜਾਬ ਦੇ ਗੋਦਾਮਾਂ ਦੇ ਵਿੱਚ ਅਨਾਜ ਸਾਡੇ ਦਾਣੇ ਪਏ ਸੀ, ਉਹ ਕੇਂਦਰ ਦੀ ਸਰਕਾਰ ਨੇ, ਕਿਉਂਕਿ ਕੇਂਦਰੀ ਪੂਲ ਦੇ ਦਾਣੇ ਸੀ, ਉਹਨਾਂ ਨੂੰ ਬਾਕੀ ਥਾਵਾਂ ਦੇ ਉੱਤੇ ਜਿਹੜਾ ਉਹ ਟਰਾਂਸਫਰ ਪਹਿਲਾਂ ਹੀ ਕਰ ਦਿੱਤਾ ਕਿ ਭਾਈ ਇੱਥੋਂ ਚੱਕ ਕੇ ਉੱਥੇ ਰੱਖ ਦਿਓ, ਗੋਦਾਮ ਸਾਡੇ ਖਾਲੀ ਹੋ ਗਏ। ਇਸ ਕਰਕੇ ਬਹੁਤੀ ਕਣਕ ਤਾਂ, ਕਿਉਂਕਿ ਗੋਦਾਮ ਖਾਲੀ ਨਹੀਂ, ਉਹਨਾਂ ਨੂੰ ਬਾਹਰ ਇਸ ਕਰਕੇ ਲਾਇਆ ਜਾਂਦਾ ਸੀ ਕਿ ਗੋਦਾਮ ਭਰੇ ਹੁੰਦੇ ਸੀ, ਉਹ ਸਿੱਧੀ ਉਹਨਾਂ ਗੋਦਾਮਾਂ ਦੇ ਵਿੱਚ ਚਲੇ ਜਾਊ, ਇੰਡੋਰ ਚਲੇ ਜਾਊ, ਜਾਣੀ ਕਿ ਬੰਦ ਗੋਦਾਮਾਂ ਦੇ ਅੰਦਰ ਰੱਖੀ ਜਾਊ। ਤੇ ਜਿਹੜੀਆਂ ਆਪਾਂ ਨੂੰ ਬੱਸ, ਕਾਰ, ਸਕੂਟਰ, ਸਾਈਕਲ, ਮੋਟਰਸਾਈਕਲ ਤੇ ਜਾਂਦੇ ਆ, ਕਈ ਵਾਰੀ ਵੱਡੀਆਂ ਤਰਪਾਲਾਂ ਪਾਈਆਂ ਨਜ਼ਰ ਆਉਂਦੀਆਂ ਸੀ ਤੇ ਉੱਥੇ ਇੱਕ ਛੋਟਾ ਜਿਹਾ ਬੋਰਡ ਲੱਗਾ ਹੁੰਦਾ ਸੀ, ਭਾਰਤੀ ਖੁਰਾਕ ਨਿਗਮ ਜਾਂ ਗੋਦਾਮ ਨਿਗਮ, ਕੁਛ ਵੀ, ਉਹਦੇ ਤੋਂ ਸ਼ਾਇਦ ਐਤਕੀ ਥੋੜਾ ਜਿਹਾ ਬਚਾਅ ਹੋਊਗਾ। ਦੂਸਰਾ, ਕਿਉਂਕਿ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੇਮੌਸਮੀ ਮੀਂਹ ਪਿਆ, ਗੜੇਮਾਰੀ ਹੋਈ ਹੈ। ਹਾਲਾਂਕਿ ਇੱਕ ਪਾਸੇ ਡਿਪਾਰਟਮੈਂਟ ਨੇ ਦਾਅਵਾ ਵੀ ਕੀਤਾ ਕਿ ਐਤਕੀ ਵੀ ਰਿਕਾਰਡ ਤੋੜ ਉਤਪਾਦਨ ਹੋਊਗਾ, ਪਰ ਲੋਕ ਵੀ ਰਿਕਾਰਡ ਤੋੜ ਹੀ ਨੇ, ਖਾਣ ਵਾਲੇ ਮੂੰਹ ਵੀ ਰਿਕਾਰਡ ਤੋੜ ਹੀ ਵਧੇ ਨੇ। ਇਸ ਕਰਕੇ ਕਿਤੇ ਨਾ ਕਿਤੇ, ਕਿਉਂਕਿ ਰੂਸ ਤੇ ਯੂਕਰੇਨ ਵਾਲੀ ਜੰਗ ਲੱਗੀ ਹੋਈ ਹੈ, ਦੁਨੀਆ ਦੇ ਕਈ ਖਿੱਤਿਆਂ ਦੇ ਵਿੱਚ ਹੋ ਸਕਦਾ ਕਿ ਐਤਕੀ ਕਣਕ ਦੀ ਵੱਧ ਲੋੜ ਹੋਵੇ, ਉਹ ਐਕਸਪੋਰਟ ਵੀ ਕੀਤੀ ਜਾ ਸਕਦੀ ਹੈ। ਪਹਿਲੀ ਵਾਰ ਪੰਜਾਬ ਨੂੰ ਰੇਲ ਗੱਡੀਆਂ ਦੇ ਇੰਨੇ ਰੈਕ ਸੰਧਾਲੀਆ ਸਾਹਿਬ ਮਿਲੇ ਆ।
ਤੇ ਰੇਲ ਗੱਡੀਆਂ ਦੇ ਰੈਕ ਮਿਲਣ ਤੋਂ ਭਾਵ ਹੈ ਕਿ ਭਾਈ ਪੰਜਾਬ ਦੇ ਗੋਦਾਮਾਂ ਦੇ ਵਿੱਚ ਜਿਹੜੀ ਕਣਕ 'ਚ ਅਨਾਜ ਹੋਰ ਵੀ ਪਿਆ ਉਹਨੂੰ ਛੇਤੀ ਛੇਤੀ ਰੇਲ ਗੱਡੀਆਂ ਦੇ ਡੱਬਿਆਂ ਦੇ ਵਿੱਚ ਭਰ ਕੇ ਉਹਨਾਂ ਦੇ ਜਿਹੜੇ ਉਹ ਬਣਾਏ ਹੁੰਦੇ ਥਾਂ ਉੱਥੇ ਭਰ ਕੇ ਤੇ ਬਾਕੀ ਸੂਬਿਆਂ ਨੂੰ ਸਪਲਾਈ ਕੀਤਾ ਜਾਊਗਾ। ਹੁਣ ਜਦੋਂ ਰੇਲ ਗੱਡੀਆਂ ਦੇ ਰੈਕ ਸਾਨੂੰ ਵੱਧ ਮਿਲ ਗਏ, ਪਹਿਲਾਂ ਹੀ ਬਹੁਤ ਸਾਰਾ ਅਨਾਜ ਸਾਡੇ ਗੋਦਾਮਾਂ ਦੇ ਵਿੱਚੋਂ ਬਾਹਰ ਲਿਆ ਜਾਂਦਾ ਗਿਆ, ਤੇ ਫਿਰ ਇਹ ਜਿਹੜੀ ਕਣਕ ਹੈ ਜਿੱਦਾਂ ਹੀ ਵਿਕੂ ਉਹਦੀ ਢੋਆ ਢੁਆਈ ਉਹਦੀ ਲਿਫਟਿੰਗ ਜਿਹੜੀ ਹੈ ਨਾਲ ਹੀ ਗੋਦਾਮਾਂ ਦੇ ਵਿੱਚ ਜਾਂ ਗੋਦਾਮਾਂ ਦੇ ਵਿੱਚ ਰੱਖਣ ਦੀ ਥਾਂ ਵੀ ਜਿਹੜੀ ਕੇਂਦਰੀ ਪੂਲ ਦੀ ਕਣਕ ਖਰੀਦੀ ਜਾਊਗੀ। ਕਿਉਂਕਿ ਪਹਿਲਾਂ ਹੁੰਦਾ ਸੀ ਕਿ ਕਣਕ ਪੰਜਾਬ ਦੀ ਮੰਡੀ ਚੋਂ ਖਰੀਦਣੀ, ਪੰਜਾਬ ਦੇ ਗੋਦਾਮ 'ਚ ਰੱਖਣੀ, ਫਿਰ ਕਿਤੇ 2 4 5 ਮਹੀਨੇ ਜਿਹੜੇ ਸੂਬੇ ਨੂੰ ਭੇਜਣੀ ਆ ਉਧਰ ਨੂੰ ਤੋਰਨੀ। ਪਰ ਐਤਕੀ ਕਿਉਂਕਿ ਕਣਕ ਦਾ ਮੁੱਲ ਚੰਗਾ, ਕਣਕ ਦੀ ਲੋੜ ਚੰਗੀ ਹੈ, ਹੋ ਸਕਦਾ ਕਿ ਖੇਤ 'ਚੋਂ ਕਣਕ ਮੰਡੀ 'ਚ ਜਾਵੇ ਤੇ ਮੰਡੀ 'ਚੋਂ ਖਰੀਦ ਕੇ ਉਹਦੀ ਲਿਫਟਿੰਗ ਮੰਡੀ ਦੇ ਵਿੱਚੋਂ ਗੋਦਾਮ ਦੇ ਵਿੱਚ ਹੋਣ ਦੀ ਜਗ੍ਹਾ ਦੇ ਉੱਤੇ ਮੰਡੀ ਦੇ ਵਿੱਚੋਂ ਸਿੱਧੀ ਜਿਹੜੀ ਹੈ ਉਹ ਰੇਲਵੇ ਰੈਕ ਦੇ ਉੱਤੇ ਹੋਵੇ ਤੇ ਉਹਦੀ ਥਾਂ ਸਿੱਧੀ ਜਿਹੜੀ ਹੈ ਉਹ ਵੱਖ-ਵੱਖ ਸੂਬਿਆਂ ਨੂੰ ਚਲੇ ਜਾਏ। ਰਾਹਤ ਮਿਲੂਗੀ, ਕਣਕ ਦੇ ਖਰਾਬੇ ਤੋਂ ਜਿਹੜਾ ਉਹ ਬਚਾਅ ਹੋਊਗਾ। ਪਰ ਇੱਕ ਗੱਲ ਮੇਰੀ ਸਮਝ ਤੋਂ ਸੰਧਾਲੀਆ ਸਾਹਿਬ ਬਾਹਰ ਹੈ, ਜਦੋਂ ਪਤਾ ਹੈ ਕਿ ਪੰਜਾਬ ਚੋਂ, ਹਰਿਆਣੇ ਚੋਂ, ਪੱਛਮੀ ਉੱਤਰ ਪ੍ਰਦੇਸ਼ ਚੋਂ, ਮੱਧ ਪ੍ਰਦੇਸ਼ ਚੋਂ, ਮਹਾਰਾਸ਼ਟਰ ਚੋਂ ਹਰ ਸਾਲ ਇਸ ਮਹੀਨੇ ਕਣਕ ਹੋਣੀ ਹੈ, ਇਹ ਵੀ ਪਤਾ ਹੁੰਦਾ ਕਿ ਇੰਨੀ ਕਣਕ ਹੋਣੀ ਹੈ, ਕਿਉਂਕਿ ਉਤਪਾਦਨ ਵੱਧਦਾ ਘਟਦਾ ਨਹੀਂ। ਜੇ ਘਟੂਗਾ ਵੀ 1%, 2%, 3% ਘਟ ਜੂ, ਜ਼ਿਆਦਾ ਤਾਂ ਨਹੀਂ ਘਟਦਾ। ਜਦੋਂ ਪਤਾ ਹੈ ਕਿ ਇਹਨਾਂ ਮਹੀਨਿਆਂ ਦੇ ਵਿੱਚ ਅਨਾਜ ਆਉਣਾ, ਦਾਣੇ ਫੱਕੇ ਜਿਹੜੇ ਆ ਸਰਕਾਰ ਨੇ ਸਾਂਭਣੇ ਆ, ਤਾਂ ਅਜੇ ਤੱਕ 1947 ਤੋਂ ਲੈ ਕੇ ਆਪਾਂ 2023 ਤੱਕ ਆ ਗਏ। ਜੇ ਫਿਰ ਵੀ ਇਹ ਬਿਆਨ ਦੇਣ ਦੀ ਲੋੜ ਪੈਂਦੀ ਹੈ ਕਿ ਭਾਈ ਐਤਕੀ ਬਾਹਰ ਨਹੀਂ ਕਣਕ ਰੱਖੀ ਜਾਊਗੀ, ਐਤਕੀ ਤਾਂ ਗੋਦਾਮਾਂ ਦੇ ਅੰਦਰ ਰੱਖਣੀ ਹੈ, ਬਾਹਰ ਰੱਖਣੀ ਕਿਉਂ ਪਵੇ? ਅਸੀਂ ਆਪਣੀ ਭੰਡਾਰਨ ਦੀ ਸਮੱਸਿਆ ਜਿਹੜੀ ਹੈ ਉਹ ਅਜੇ ਤੱਕ ਹੱਲ ਕਿਉਂ ਨਾ ਕਰ ਸਕੇ? ਸਾਡੇ ਕੋਲੇ ਗੋਡਾਊਨ ਅਜੇ ਤੱਕ ਬਣ ਕਿਉਂ ਨਾ ਸਕੇ? 6 ਮਹੀਨੇ ਲਾ ਕੇ ਕਿਸਾਨ ਕਣਕ ਤਿਆਰ ਕਰਦਾ ਹੈ, ਸਰਕਾਰ ਮੁੜ ਕੇ ਪੈਸੇ ਲਾਉਂਦੀ ਹੈ ਉਹਨੂੰ ਕਣਕ ਨੂੰ ਖਰੀਦਣ ਦੇ ਲਈ, ਮੰਡੀਆਂ ਦੇ ਪ੍ਰਬੰਧ ਦੇ ਲਈ, ਤੇ ਜਦੋਂ ਦਾਣਾ ਫੱਕਾ ਖਰੀਦਿਆ ਜਾਂਦਾ ਉਦੋਂ ਤੁਸੀਂ ਖੁੱਲੇ ਅਸਮਾਨ ਹੇਠਾਂ ਰੱਖ ਦਿੰਦੇ ਹੋ। ਕਿਤੇ ਨਾ ਕਿਤੇ ਘਾਟ, ਕਮਜ਼ੋਰੀ, ਅਸਫਲਤਾ ਤਾਂ ਰਹੀ ਹੈ। ਇਹ ਮੈਨੂੰ ਲੱਗਦਾ ਸਫਲਤਾ ਨਾਲੋਂ ਇਹ ਸਫਲਤਾ ਪੂਰੀ ਰਹੀ ਆ। ਹੋ ਸਕਦਾ ਵੀ ਗਾਂਹ ਜਦੋਂ ਕਿਤੇ ਚਰਚਾ ਚੱਲੇ ਸਾਰੇ ਕੁਝ ਤੇ ਕੇਂਦਰ ਸਰਕਾਰ, ਕਿਉਂਕਿ ਹੁਣ ਸਰਕਾਰ ਉਹ ਹੈ ਜਿਹੜੀ ਸਰਕਾਰ ਨੇ ਉਹ ਸ਼ੁਰੂ ਕੀਤਾ ਨਾ ਕੰਮ, ਵੀ ਜੋ ਕਾਂਗਰਸ ਸਰਕਾਰ ਵੇਲੇ ਵਾਧੇ ਘਾਟੇ ਹੋਏ ਸੀ ਉਹਨਾਂ ਦੀਆਂ ਉਹ ਛੋਟੀਆਂ ਵੀਡੀਓਜ਼ ਜਿਹੜੀਆਂ ਨੇ ਉਹ ਪੇਸ਼ ਕਰਦੇ ਨੇ। ਕਿਤੇ ਕੋਈ ਇਹੋ ਜਿਹੀ ਚੀਜ਼ ਵੀ ਸਾਹਮਣੇ ਆ ਜਾਵੇ ਵੀ ਯਾਰ ਖੇਤੀ ਦੇ ਵਿੱਚ ਠੀਕ ਹੈ ਆਤਮ ਨਿਰਭਰ ਕਰ ਲਿਆ ਮੁਲਕ ਨੂੰ, ਹਰੀ ਕ੍ਰਾਂਤੀ ਲੈਣ ਦੀ, ਅਸੀਂ ਮਾਡਰਨ ਤਕਨੀਕਾਂ ਲੈਣ ਦੀਆਂ, ਉਹ ਗੱਲ ਵੱਖਰੀ ਹੈ ਵੀ ਚਲੋ ਕੈਂਸਰ ਵੀ ਦੇ ਲਿਆ ਜ਼ਮੀਨ ਨੂੰ ਤੇ ਲੋਕਾਂ ਨੂੰ ਵੀ ਦੇ ਲਿਆ। ਪਰ ਉਹ ਜਿਹੜੀ ਚੀਜ਼ ਇਹ ਸਾਰਾ ਕੁਛ ਕਰਕੇ ਹਾਸਲ ਕੀਤੀ ਉਹ ਖੀਰ ਜਾਂ ਚੂਹਿਆਂ ਨੂੰ ਖਵਾ ਲਈ, ਜਾਂ ਆਪਾਂ ਮੀਂਹ ਦੇ ਪਾਣੀ ਨਾਲ ਗਾਲ ਲਈ, ਜਾਂ ਜੇ ਮੀਂਹ ਦੇ ਪਾਣੀ ਦਾ ਨਾਂ ਲਾਉਣਾ ਤੇ ਆਪ ਹੀ ਪਾਣੀ ਪਾ ਕੇ ਪੂਰਾ ਕਰਕੇ ਗਾਲ ਲਈ। ਜੇ ਚੰਗੀ ਚੀਜ਼ ਸੀ ਤੇ ਉਹਦੇ ਵਿੱਚ ਕੁਛ ਨਾ ਕੁਛ ਮਿੱਟੀ ਫੱਕਾ ਤੇ ਹੋਰ ਕੁਛ ਨਾ ਕੁਛ ਫਿੱਟ ਕਰਕੇ ਤੇ ਉਹ ਚਾੜਤਾ, ਤੇ ਕਾਗਜ਼ਾਂ ਪੱਤਰਾਂ ਦਾ ਢਿੱਡ ਭਰ ਕੇ ਖਰਾਬੇ ਦੇ ਨਾਂ ਪਾ ਕੇ ਤੇ ਢਿੱਡ ਕਿਸੇ ਹੋਰ ਨੇ ਭਰ ਲਿਆ। ਇਹ ਵਿੱਚ ਕਈ ਵਾਰਾਂ ਧੁਖਦੀਆਂ ਹੁੰਦੀਆਂ ਗੱਲਾਂ। ਹੁਣ ਮੈਂ ਸੋਚਦਾ ਸੀ ਤੁਸੀਂ ਦੇਖੋ ਇੱਧਰ, ਜੇ ਮੇਰਾ ਖਿਆਲ ਤੁਹਾਡੇ ਜੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਨਜ਼ਰ ਮਾਰੋ, ਉੱਥੇ ਵੀ ਆਪਾਂ ਨੂੰ ਖੇਤਾਂ ਦੇ ਵਿੱਚ ਨਾ ਉਹ ਵੱਡੇ ਲੋਹੇ ਦੇ ਡਰਮ ਜਿਹੇ ਜਿਹੜੇ ਨਜ਼ਰ ਆ ਜਾਂਦੇ ਆ। ਇੱਥੇ ਕੈਨੇਡਾ 'ਚ ਵੀ ਆ ਜਿਹੜੇ ਸੂਬਿਆਂ ਦੇ ਵਿੱਚ ਕਣਕ ਹੁੰਦੀ, ਉੱਥੇ ਵੀ ਆਮ ਜਿਹੜੇ ਕਿਸਾਨ ਫਾਰਮਰ ਹੁੰਦੇ ਉਹਨਾਂ ਨੇ ਉਸ ਤਰ੍ਹਾਂ ਦੇ ਡਰਮ ਜਿਹੇ ਬਣਾਏ ਹੁੰਦੇ ਆ। ਹੁਣ ਤੁਸੀਂ ਦੇਖੋਗੇ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਪਹਿਲਾਂ ਉਹ ਭੜੋਲਿਆਂ 'ਚ ਨਹੀਂ, ਮਿੱਟੀ ਦੇ ਭੜੋਲੇ ਹੁੰਦੇ ਸੀ, ਉਹਨਾਂ ਦੇ ਵਿੱਚ ਕਣਕ ਰੱਖਦੇ ਹੁੰਦੇ। ਫਿਰ ਮਿੱਟੀ ਤੋਂ ਜਦੋਂ ਆਹ ਡਰਮ ਜਿਹੇ ਆ ਗਏ ਆਪਣੇ ਲੋਹੇ ਦੇ, ਉਹ ਲੋਹੇ ਦੇ ਡਰਮ ਲਗਭਗ ਜਦੋਂ ਦੌਰ ਚੱਲਿਆ ਸੀ ਉਦੋਂ ਹਰੇਕ ਨੇ ਕਿਹਾ ਜੀ ਅਸੀਂ ਹੁਣ ਡਰਮ ਬਣਾ ਲਿਆ, ਐਤਕੀ ਅਗਲੇ ਸਾਲ ਇੱਕ ਹੋਰ ਬਣਾ ਲੈਣਾ। ਫਿਰ ਕਿਸੇ ਨੇ ਆਖਣਾ ਉਹ ਫਲਾਨੇ ਦਾ ਚਾਦਰ ਨਹੀਂ ਵਧੀਆ ਲਾਉਂਦਾ, ਫਲਾਨੇ ਮਿਸਤਰੀ ਕੋਲੋਂ ਲਵਾਉਣਾ ਜੀ, ਉਹਦੀ ਚਾਦਰ ਬਹੁਤ ਵਧੀਆ, ਉਹ ਡਰਮ ਬੜਾ ਹੰਡਦਾ। ਮੈਂ ਸੋਚਦਾ ਸੀ ਵੀ ਜੇ ਆਮ ਘਰਾਂ ਵਾਲਿਆਂ ਨੂੰ ਸਮਝ ਆ ਗਈ ਵੀ ਮਿੱਟੀ ਤੋਂ ਹੁਣ ਆਪਾਂ ਉਸ ਜਿਹੜਾ ਲੋਹੇ ਦਾ ਡਰਮ ਉੱਤੇ ਆ ਜਾਈਏ। ਆਪਣੇ ਅਫਸਰ ਵੀ ਮੇਰਾ ਖਿਆਲ ਬੜੀ ਵਾਰ ਇਸ ਤੋਂ ਕਈ ਦਹਾਕੇ ਪਹਿਲਾਂ ਤੋਂ ਤੁਸੀਂ ਲਾ ਲਓ ਆਮ ਹੁੰਦਾ ਸੀ ਨਾ ਵੀ ਉਹ ਹੁਣ ਅਫਸਰ ਤੇ ਨੇਤਾਵਾਂ ਦਾ ਵਫਦ ਜਿਹੜਾ ਹੈ ਉਹ ਵਿਦੇਸ਼ ਯਾਤਰਾ 'ਤੇ ਗਿਆ, ਉੱਥੇ ਫਿਰ ਉਹ ਖੇਤੀ ਦੀਆਂ ਤਕਨੀਕਾਂ ਬਾਰੇ ਜਾਣਨਗੇ। ਮਤਲਬ ਖੇਤੀ ਦੀਆਂ ਤਕਨੀਕਾਂ ਬਾਰੇ ਜਾਣਦੇ ਕਿਸੇ ਨੇ ਨਹੀਂ ਪੁੱਛਿਆ ਵੀ ਵੀਰ ਮੇਰੇ ਆ ਜਿਹੜਾ ਖੇਤਾਂ ਦੇ ਵਿੱਚ ਹੀ ਵੱਡੇ ਡਰਮ ਨੇ ਲੋਹੇ ਦੇ, ਇਹਦੇ 'ਚ ਕੀ ਪਾਉਂਦੇ ਆ, ਕੀ ਬਣਾ ਰੱਖਿਆ ਹੈ ਨਾ। ਵੀ ਇਹਨਾਂ ਨੂੰ ਕਿਉਂ ਨਹੀਂ ਸਮਝ ਆਈ ਵੀ ਸਾਡੇ ਅਸੀਂ ਜਿਹੜਾ ਕਰੇਟ ਬਣਾ ਲੈਂਦੇ ਹਾਂ ਤੇ ਅਸੀਂ ਜਿਹੜਾ ਉਹਦੇ 'ਤੇ ਬੋਰੀਆਂ ਦੀ ਧਾਗ ਲਾ ਕੇ ਦੇ ਉੱਤੇ ਤਰਪਾਲ ਪਾ ਦਿੰਦੇ ਤੇ ਠੀਕ 1.5 ਮਹੀਨੇ ਬਾਅਦ ਤਰਪਾਲ ਕਿਤੇ, ਕਰੇਟ ਕਿਤੇ, ਤੇ ਚੂਹੇ ਉੱਥੇ ਹਨੇਰੀ ਲਿਆ ਦਿੰਦੇ ਨੇ। ਕੋਈ ਕਾਰਨ ਤਾਂ ਰਿਹਾ ਹੀ ਹੋਊਗਾ ਵੀ ਜੇ ਇੰਨੇ ਦਹਾਕੇ ਉਹ ਸਾਰਾ ਕੁਛ ਜੇ ਇੰਨੇ ਸਾਲਾਂ ਤੋਂ ਬਾਕੀ ਦੁਨੀਆ ਚੱਲਦਾ, ਪੰਜਾਬ ਦੇ ਪਿੰਡਾਂ 'ਚ ਘਰ ਲੋਹੇ ਦੇ ਡਰਮ ਆ ਕੇ ਅਨਾਜ ਸਾਂਭਣ ਲਈ, ਤੇ ਸਰਕਾਰੀ ਜਿਹੜਾ ਅਨਾਜ ਆ ਉਹਨੂੰ ਸੰਭਾਲਣ ਦੀ ਕਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ। ਫਿਰ ਇਹ ਕਿੱਥੋਂ ਜਾ ਕੇ ਉਦੋਂ ਮਤਲਬ ਸਿੱਖਦੇ ਰਹੇ ਵੀ ਅਸੀਂ ਵਿਦੇਸ਼ ਯਾਤਰਾ ਕਰਕੇ ਅਫਸਰਾਂ ਨੇ ਸਿੱਖੇ ਖੇਤੀ ਦੇ ਗੁਰ, ਉਹ ਗੁਰ ਕਿਤੇ ਮੈਂ ਰਾਹ 'ਚ ਹੀ ਰਹਿ ਜਾਂਦੇ ਰਹੇ। ਨਹੀਂ, ਗੁਰ ਤਾਂ ਬਹੁਤ ਸਿੱਖੇ ਸੰਧਾਲੀਆ ਸਾਹਿਬ। ਜਦੋਂ ਵਿਦੇਸ਼ ਯਾਤਰਾ ਤੇ ਜਾਣਾ फिर उत्थे कहना माड़ी जा गूगल करो कौन सी चीज़ वहाँ से अच्छी मिलती है, कौन सी चीज़ वहाँ से चीप मिलती है,
सस्ती चीज़ क्या है, वहाँ से लेके आते हैं। सारा ध्यान तो इसे गल दे उत्ते रहना कि उत्थे जाके फोटो कित्थे लाउणी है। सारा ध्यान तो इसे गल दे उत्ते रहना कि उत्थे किहड़ी चीज़ खरीद के लैके आवांगे। मोबाइल ते सोना कित्थों सस्ता मिलदा, थोड़ा जिहा लै आवांगे, चलो कोई गल नहीं, कल नूं विआहां शादियां ते काम आऊगा। ते सब तो वड्डी गल संधालिया साहब मैनूं ये लगदी है कि जे कणक झोना जां कोई भी फसल सिੱਧੀ ਮੰਡੀ ਚੋਂ ਇੰਡੋਰ ਗੋਦਾਮ ਦੇ ਵਿੱਚ ਚਲੇਗੀ, ਬੰਦ ਗੋਦਾਮ ਦੇ ਵਿੱਚ ਚਲੇਗੀ, ਤਾਂ ਫਿਰ ਫਾਇਦਾ ਕੀ। ਬਾਹਰ ਪਹਿਲਾਂ ਤਾਂ ਫੱਟੇ ਰੱਖਣੇ ਆ, ਜੇ ਆਪਾਂ ਅਸਮਾਨ ਦੇ ਹੇਠ ਰੱਖਣੀ ਹੈ ਫੱਟੇ, ਹੁਣ ਇੱਕ 5 ਰੁਪਈਆਂ ਦਾ ਫੱਟਾ ਉਹਦੇ 8 ਰੁਪਈਏ ਲਾ ਲਓ, 8 ਰੁਪਈਆਂ ਦਾ ਫੱਟਾ ਉਹਦੇ 12 ਲਾ ਲਓ, 4 ਰੁਪਈਏ ਖੁਰਦ-ਬੁਰਦ ਵੀ ਕਰਨੇ ਆ। ਫਿਰ ਉਹਦੇ ਉੱਤੇ ਆਪਾਂ ਬੂਰੀਆਂ ਰੱਖਣੀਆਂ, ਫਿਰ ਉਹਦੇ ਉੱਤੇ ਤਰਪਾਲ ਪਾਉਣੀ ਹੈ, ਫਿਰ ਤਰਪਾਲ 'ਚੋਂ ਵੀ 4 ਪੈਸੇ ਬਚਣਗੇ। ਫਿਰ ਮੁੜ ਕੇ ਕਾਗਜ਼ਾਂ ਪੱਤਰਾਂ ਦੇ ਵਿੱਚ ਇੱਕ ਵਾਰੀ ਹਨੇਰੀ ਆਉਣੀ ਹੈ, ਹਨੇਰੀ 'ਚ ਉਹ ਤਰਪਾਲ ਉੜ ਜਾਣੀ ਹੈ, ਜਾਂ ਹਨੇਰੀ ਦੇ ਵਿੱਚ ਉਹ ਤਰਪਾਲ ਪਾਟ ਜਾਣੀ ਹੈ। ਫਿਰ ਕਾਗਜ਼ਾਂ ਪੱਤਰਾਂ ਦੇ ਵਿੱਚ ਨਵੀਂ ਤਰਪਾਲ ਆਉਣੀ ਹੈ, ਫਿਰ ਉਹਦੇ ਉੱਤੇ ਨਵੀਂ ਤਰਪਾਲ ਪੈਣੀ ਹੈ, ਫਿਰ ਨਵੀਂ ਤਰਪਾਲ ਨੂੰ ਬੰਨਿਆ ਜਾਣਾ ਹੈ, ਉਹਦੇ ਵਿੱਚੋਂ ਵੀ 2 ਪੈਸੇ ਬਚਣਗੇ, ਕਿਤੇ ਨਾ ਕਿਤੇ ਨਿੱਜੀ ਜੇਬ ਦੇ ਵਿੱਚ ਜਾਣਗੇ। ਫਿਰ ਕਣਕ ਨੂੰ ਚੂਹਾ ਲਾਇਆ ਜਾਣਾ ਹੈ। ਹੋ ਸਕਦਾ ਬੰਦੇ ਦਾ ਨਾਂ ਹੀ ਚੂਹਾ ਹੋਵੇ। ਹੁਣ ਉਹ ਚੂਹਾ ਜਦੋਂ ਲਾਇਆ ਜਾਣਾ ਤਾਂ ਕਹਿਣਾ ਜੀ ਇੰਨੀ ਕਣਕ ਚੂਹਾ ਖਾ ਗਿਆ, ਉਹ ਕਰੋੜਾਂ 'ਚ ਹੁੰਦੀ ਹੈ, ਉਹ ਕਰੋੜਾਂ ਦੇ ਵਿੱਚੋਂ ਵੀ ਕੁਝ ਲੱਖ ਇੱਧਰ ਪਾਸੇ ਆਊਗਾ। ਜੇ ਸਾਰਾ ਕੁਝ ਅੰਦਰਲੇ ਗੋਦਾਮਾਂ ਦੇ ਵਿੱਚ ਹੀ ਰੱਖ ਦਿੱਤਾ ਤਾਂ ਸੰਧਾਲੀਆ ਸਾਹਿਬ ਇਹਨਾਂ ਅਫਸਰਾਂ ਦੇ ਘਰਾਂ ਦੇ ਵਿੱਚ, ਵੱਡੇ ਲੀਡਰਾਂ ਦੇ ਘਰਾਂ ਦੇ ਵਿੱਚ ਰੋਟੀ ਕਿੱਥੋਂ ਪੱਕਣੀ ਹੈ? ਹਾਂਜੀ, ਇਹ ਸਵਾਲ ਤੇ ਹੈਗਾ ਪੈਦਾ ਹੁੰਦਾ, ਕਿਉਂਕਿ ਤੁਸੀਂ ਦੇਖੋ ਜਦੋਂ ਤੋਂ ਮੇਰਾ ਖਿਆਲ ਜਦੋਂ ਖੇਤੀ ਅੰਦੋਲਨ ਸੀ, ਖੇਤੀ ਅੰਦੋਲਨ ਤੋਂ ਪਹਿਲਾਂ ਤੋਂ ਇਸ ਚੀਜ਼ ਦੀ ਚਰਚਾ ਚੱਲਣ ਲੱਗ ਪਈ ਸੀ। ਹਾਲਾਂਕਿ ਪੰਜਾਬ ਦੇ ਵਿੱਚ ਵੀ 1-2 ਜਿਹੜੇ ਪ੍ਰਾਈਵੇਟ ਗਡਾਊਨ ਬਣੇ ਨੇ, ਉਹ ਜਿੱਦਾਂ ਉਹ ਸਟੀਲ ਦੇ ਬਣੇ ਨੇ, ਤੇ ਜਿਹੜੇ ਲੋਕ ਉੱਥੇ ਗਏ ਨੇ ਵੀ ਅਗਲੇ ਟਰਾਲੀ ਚੁੱਕਦੇ ਆ ਲਿਫਟ ਨਾਲ ਤੇ ਸਿੱਧੀ ਚੌਕੇ ਦੇ ਵਿੱਚ। ਹੁਣ ਗੱਲ ਆਪਾਂ ਵੀ ਤਾਂ ਇੱਦਾਂ ਹੀ ਕਰਦੇ, ਜਿਹੜੇ ਆਮ ਕਣਕ ਵਾਲੇ ਡਰਮ ਹੁੰਦੇ ਘਰਾਂ 'ਚ ਲੋਹੇ ਦੇ, ਵੀ ਉਦੋਂ ਬੋਰੀ ਜਾਂ ਤੋੜਾ ਭਰਿਆ ਤੇ ਸਿੱਧੀ ਐਂ ਧੋ ਬਣਾ ਕੇ ਤੇ ਕਣਕ ਜਿਹੜੀ ਸਿੱਧੀ ਡਰਮ ਦੇ ਵਿੱਚ ਹੈ ਨਾ, ਤੇ ਉਸ ਤੋਂ ਬਾਅਦ ਉਹਨੂੰ ਐਂ ਲਿਪ ਕੇ ਜਾਂ ਦਵਾਈ ਸੁੱਟ ਕੇ ਰੱਖ ਦੇਣਾ, ਨਾ ਉਹਨੂੰ ਕੋਈ ਮੀਂਹ, ਨਾ ਕਣੀ, ਨਾ ਚੂਹਾ, ਨਾ ਹੈ ਨਾ ਕੁਛ ਵੀ ਨਹੀਂ। ਤੇ ਜੇ ਪ੍ਰਾਈਵੇਟ ਵਾਲਿਆਂ ਨੇ ਜਦੋਂ ਸਮਝ ਆਈ ਤੇ ਉਹਨਾਂ ਨੇ ਬਣਾ ਲਏ ਉਹ ਸਟੀਲ ਵਾਲੇ ਜਾਂ ਦੂਜੇ ਇਸ ਤਰ੍ਹਾਂ ਦੇ ਮੈਟਲ ਦੇ, ਤੇ ਫਿਰ ਸਰਕਾਰੀ ਤੌਰ 'ਤੇ ਉਹ ਜਿਹੜੀਆਂ ਚੀਜ਼ਾਂ, ਹਾਲਾਂਕਿ ਸਰਕਾਰਾਂ ਕੋਲ ਬਥੇਰਾ ਪੈਸਾ ਹੁੰਦਾ, ਜੇ ਕਰਨਾ ਹੋਵੇ ਵੀ ਯਾਰ ਇਹ ਚੀਜ਼ ਸੰਭਾਲਣ ਵਾਲੀ, ਇਹਦੇ ਲਈ ਪਹਿਲਾਂ ਆਪਾਂ ਕਰ ਲਈਏ, ਉਹ ਕੀਤਾ ਹੀ ਜਾ ਸਕਦਾ ਸੀ। ਸੋ ਆਪਾਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਚਲੋ ਜੇ ਹੁਣ ਸਰਕਾਰਾਂ ਲੱਗੀਆਂ ਨੇ, ਚਾਹੇ ਕੇਂਦਰ ਸਰਕਾਰ ਹੀ ਲੱਗੀ ਇਸ ਪਾਸੇ, ਤੇ ਇਸ ਚੀਜ਼ ਦੀ ਜ਼ਰੂਰ ਜਾਂਚ ਪੜਤਾਲ ਕਰਾ ਲਈ ਜਾਵੇ ਵੀ ਯਾਰ ਇੰਨੇ ਸਾਲ ਪਹਿਲਾਂ ਤੋਂ ਕਦੀ ਕਿਉਂ ਨਹੀਂ ਕਿਸੇ ਨੇ ਸੋਚਿਆ ਵੀ ਇੰਨਾ ਨੁਕਸਾਨ ਆਪਾਂ ਜਿਹੜਾ ਉਹ ਕਹਿ ਲਓ ਕਿ ਖੁਰਾਕ ਦੇ ਪੱਖੋਂ ਕਰਦੇ ਰਹੇ। ਤੇ ਇਹ ਵੀ ਖਬਰਾਂ ਵਿੱਚ ਆਉਂਦੀਆਂ ਰਹੀਆਂ ਵੀ ਜੇ ਕਿਸੇ ਨੂੰ ਕੋਈ ਸਸਤੀ ਦਾਲ ਜਾਂ ਕੁਝ ਸਸਤਾ ਆਟਾ ਜਾਂ ਕੋਈ ਸਸਤੀ ਕਣਕ ਕਿਤੇ ਦੇਣੀ ਸੀ ਤੇ ਉਹਦੀ ਕੁਆਲਿਟੀ ਖਰਾਬ ਹੁੰਦੀ ਸੀ, ਕਿਉਂਕਿ ਉਹ ਸੰਭਾਲੀ ਨਹੀਂ ਹੁੰਦੀ ਸੀ। ਤੇ ਜੇ ਮੰਨ ਲਓ ਕਿ ਵੀ ਉਹ ਕਿਸੇ ਨੇ ਉੱਥੇ ਜਾ ਕੇ ਪੂਰੀ ਕਰਨੀ ਆ, ਤੇ ਹੋ ਸਕਦਾ ਵੀ ਇਹ ਤਾਂ ਹੁਣ ਅਫਸਰ ਤੇ ਲੀਡਰ ਸਾਹਿਬਾਨ ਫਰੋਲ ਕੇ ਵੇਖ ਲੈਣ ਕਿ ਪੁਰਾਣੇ ਰਜਿਸਟਰ ਜਿਹੜੇ ਖਰਾਬੇ ਵਾਲੇ ਰਜਿਸਟਰ ਹੁੰਦੇ ਸੀ, ਉਹਨਾਂ 'ਚ ਕਿੰਨੇ ਕਰੋੜਾਂ ਦਾ ਸੌਦਾ ਇੱਦਾਂ ਹੀ ਵਿਗੜ ਜਾਂਦਾ ਰਿਹਾ। ਹੁਣ ਇੱਕ ਚੀਜ਼ ਪਹਿਲਾਂ ਪੈਦਾ ਹੋਣੀ, ਮਿਹਨਤ ਕਰਨ ਵਾਲੇ ਨੇ ਮਿਹਨਤ ਕਰਨੀ, ਟੈਕਸ ਦੇ ਪੈਸੇ 'ਚੋਂ ਖਰੀਦੀ ਜਾਣੀ, ਫਿਰ ਸੰਭਾਲੀ ਜਾਣੀ, ਤੇ ਅਖੀਰ ਤੇ ਉਹ ਖਰਾਬ ਹੋ ਜਾਣੀ। ਇਹ ਤੇ ਉੱਦਾਂ ਹੀ ਆ ਵੀ ਸੁਦੇ ਪੈਸਿਆਂ ਨੂੰ ਅੱਗ ਲਾ ਦਿਓ ਤੁਸੀਂ ਸਾਹਮਣੇ ਰੱਖ ਕੇ। ਇਹ ਚੀਜ਼ਾਂ ਹੁੰਦੀਆਂ ਰਹੀਆਂ ਤੇ ਮੇਰਾ ਖਿਆਲ ਉਹਨਾਂ ਦੀ ਜਾਂਚ ਹੋ ਜਾਣੀ ਚਾਹੀਦੀ ਹੈ। ਜ਼ਰੂਰੀ ਹੈ ਜੀ ਸੰਧਾਲੀਆ ਸਾਹਿਬ, ਜਾਂਚ ਹੋਵੇ, ਜਾਂਚ ਹੋ ਕੇ ਜੇ ਕਿਸੇ ਦਾ ਕੋਈ ਦੋਸ਼ ਨਿਕਲਦਾ ਤੇ ਉਹਦੇ ਤੇ ਸਖਤੀ ਥੋੜੀ ਜਿਹੀ ਹੋਵੇ ਤਾਂ ਜੋ ਬਾਕੀਆਂ ਨੂੰ ਅਕਲ ਆਵੇ, ਬਾਕੀਆਂ ਨੂੰ ਅੱਖਾਂ ਹੋਣ ਕਿ ਭਾਈ ਇਦਾਂ ਵੀ ਮੁੜ ਕੇ ਹੋ ਜਾਂਦਾ। ਬਾਕੀ ਸੰਧਾਲੀਆ ਸਾਹਿਬ, ਕਣਕ ਤੋਂ ਸਿੱਧਾ ਸਿਆਸੀ ਖੇਤ ਵਾਲੇ ਪਾਸੇ ਨੂੰ ਟਰੈਕਟਰ ਮੋੜੀਏ ਤਾਂ ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ ਦੀ ਚਰਚਾ ਜਿਹੜੀ ਹੈ ਸਿਖਰ ਦੇ ਉੱਤੇ ਹੈ। ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਉਡੀਕਿਆ ਜਾ ਰਿਹਾ, ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਸਾਂਝਾ ਉਮੀਦਵਾਰ ਉਡੀਕਿਆ ਜਾ ਰਿਹਾ। ਲੋਕ ਖਾਲੀ ਥਾਂ ਭਰਨਾ ਚਾਹੁੰਦੇ ਆ, ਉਮੀਦ ਹੈ ਕਿ 1 ਦਿਨ ਦੇ ਵਿੱਚ ਕੰਮ ਨਿਬੜ ਜਾਊ। ਹੁਣ ਅਚਾਨਕ ਪੰਜਾਬ ਦੇ ਵਿੱਚ ਇੱਕ ਹੋਰ ਸਿਆਸੀ ਦਲ ਬਦਲੀ ਹੋਈ ਹੈ, ਕਿਉਂਕਿ ਜਲੰਧਰ ਇਲੈਕਸ਼ਨ ਅਨਾਉਂਸ ਹੋਈ ਹੈ। ਪਹਿਲਾਂ ਜਗਬੀਰ ਬਰਾੜ ਹੋਰੀ ਪਾਰਟੀ ਬਦਲੀ, ਉਹਦੇ ਤੋਂ ਬਾਅਦ ਸੁਸ਼ੀਲ ਰਿੰਕੂ ਹੋਰੀ ਪਾਰਟੀ ਬਦਲੀ, ਹੁਣ ਹੋਰ ਵੀ ਕਈ ਬੰਦਿਆਂ ਨੇ ਪਾਰਟੀਆਂ ਬਦਲੀਆਂ। ਪਰ ਅਚਾਨਕ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਇੰਦਰ ਇਕਬਾਲ ਸਿੰਘ ਅਟਵਾਲ, ਜਿਹੜੇ ਕਿ MLA ਵੀ ਰਹੇ ਨੇ, ਉਹ ਇੰਦਰ ਇਕਬਾਲ ਸਿੰਘ ਅਟਵਾਲ ਹੋਰੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੀ, ਉਹ ਇਲੈਕਸ਼ਨ ਲੜੇ। ਉਹਨਾਂ ਨੇ ਇੱਕ ਲਾਈਨ ਦਾ ਅਸਤੀਫਾ ਪਾਰਟੀ ਦੇ ਪ੍ਰਧਾਨ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਭੇਜਿਆ ਕਿ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਦਾ, ਮੇਰਾ ਅਸਤੀਫਾ ਮਨਜ਼ੂਰ ਕਰੋ। ਕੋਈ ਕਾਰਨ ਨਹੀਂ, ਕੋਈ ਰੀਜ਼ਨ ਨਹੀਂ ਤਾਂ ਆਮ ਤੌਰ ਤੇ ਲੀਡਰ ਜਦੋਂ ਪਾਰਟੀ ਛੱਡਦੇ ਹੁੰਦੇ ਆ ਤੇ ਉਹ ਆਟੇ ਨਾਲ ਕਈ ਤਰ੍ਹਾਂ ਦਾ ਪ੍ਰੇਥਣ ਲਾਉਂਦੇ ਹੁੰਦੇ ਆ ਕਿ ਤੁਹਾਡੀ ਪਾਰਟੀ 'ਚ ਆਹ ਨਹੀਂ ਚੱਲਦਾ, ਉਹ ਨਹੀਂ ਚੱਲਦਾ, ਘਾਟਾਂ 20 ਤਰ੍ਹਾਂ ਦੀਆਂ ਦੱਸ ਕੇ ਜਾਂਦੇ ਆ। ਪਰ ਅਟਵਾਲ ਸਾਹਿਬ ਨੇ ਘਾਟ ਨਹੀਂ ਕੋਈ ਦੱਸੀ, ਉਹ ਕਹਿੰਦੇ ਜੀ ਬਸ ਅਸਤੀਫਾ ਮਨਜ਼ੂਰ ਕਰ ਦਿਓ। ਹਰਦੀਪ ਸਿੰਘ ਪੁਰੀ ਕੇਂਦਰੀ ਕੈਬਨਿਟ ਮੰਤਰੀ ਨੇ BJP ਸਰਕਾਰ, ਕੇਂਦਰ ਸਰਕਾਰ ਮੋਦੀ ਸਾਹਿਬ ਦੀ ਸਰਕਾਰ 'ਚ, ਉਹ ਨਾਲ ਖਲੋਤੇ ਅਸ਼ਵਨੀ ਸ਼ਰਮਾ ਸਾਹਿਬ, ਨਾਲ ਖਲੋਤੇ ਮਨਜਿੰਦਰ ਸਿੰਘ ਸਿਰਸਾ ਸਾਹਿਬ, ਨਾਲ ਬਹੁਤ ਸਾਰੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਨਾਲ, ਤੇ ਉਹਨਾਂ ਨੇ
ਕਿਹਾ ਕਿ ਅਸੀਂ ਇੰਦਰਕਪਾਲ ਸਿੰਘ ਅਟਵਾਲ ਨੂੰ ਜੀ ਆਇਆਂ ਨੂੰ ਕਹਿੰਦੇ ਆ ਭਾਰਤੀ ਜਨਤਾ ਪਾਰਟੀ 'ਚ। ਤੇ ਉਹ ਕਹਿੰਦੇ ਜੀ ਮੈਨੂੰ ਤਾਂ ਮੋਦੀ ਸਾਹਿਬ ਦੀਆਂ ਨੀਤੀਆਂ ਹੀ ਬਹੁਤ ਚੰਗੀਆਂ ਲੱਗਦੀਆਂ, ਭਰਾਤਰੀ ਭਾਵ ਵਾਲੀਆਂ ਨੀਤੀਆਂ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿੱਤਾ, ਤੇ ਮੈਂ ਤਾਂ ਬੜਾ ਉਹਨਾਂ ਨੂੰ ਪਸੰਦ ਕਰਦਾ ਹੀ ਇੱਕ ਸਿੱਖ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ, ਕਿ ਉਹਨਾਂ ਨੇ ਸਾਡੀ ਇੰਨੀ ਪੁਰਾਣੀ ਮੰਗ ਪੂਰੀ ਕੀਤੀ ਸੀ। ਹੁਣ ਸੰਧਾਲੀਆ ਸਾਹਿਬ ਚਰਚਾ ਕੀ ਚੱਲਦੀ ਹੈ ਕਿ ਕੀ ਇੰਦਰਕਪਾਲ ਸਿੰਘ ਅਟਵਾਲ ਬੀਜੇਪੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਲੀਡਰ ਹੋ ਸਕਦੇ, ਉਮੀਦਵਾਰ ਹੋ ਸਕਦੇ ਆ? ਉਹ ਕਹਿੰਦੇ ਜੀ ਮੇਰੇ ਨਾਲ ਨਹੀਂ ਕੋਈ ਗੱਲ ਹੋਈ, ਇਨਕਾਰ ਨਹੀਂ ਕੀਤਾ, ਉਹ ਕਹਿੰਦੇ ਗੱਲ ਨਹੀਂ ਹੋਈ। ਹੁਣ ਕਨੈਕਸ਼ਨ ਕਿੱਥੋਂ ਜੋੜਿਆ ਜਾ ਸਕਦਾ? ਕਨੈਕਸ਼ਨ ਇੱਥੋਂ ਜੋੜਿਆ ਜਾ ਸਕਦਾ ਕਿ ਜਦੋਂ 2019 ਦੇ ਵਿੱਚ, ਜਾਣੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਹੋਈਆਂ, ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਇੱਥੋਂ ਇੰਦਰਕਪਾਲ ਸਿੰਘ ਅਟਵਾਲ ਸਾਹਿਬ ਦੇ ਬਾਪੂ ਜੀ, ਪਿਤਾ ਜੀ ਚਰਨਜੀਤ ਸਿੰਘ ਅਟਵਾਲ ਹੋਰਾਂ ਨੂੰ ਟਿਕਟ ਦਿੱਤੀ ਸੀ, ਤੇ ਚਰਨਜੀਤ ਸਿੰਘ ਅਟਵਾਲ ਹੋਰੀ ਸਿਰਫ ਤੇ ਸਿਰਫ 20,000 ਵੋਟਾਂ ਦੇ ਫਰਕ ਦੇ ਨਾਲ ਇੱਥੋਂ ਹਰੇ ਸੀ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਤੋਂ। 3,86,000 ਵੋਟਾਂ ਚੌਧਰੀ ਸੰਤੋਖ ਸਿੰਘ ਦੀਆਂ ਸੀ, 3,66,000 ਦੇ ਕਰੀਬ ਵੋਟਾਂ ਜਿਹੜੀਆਂ ਨੇ ਉਹ ਅਟਵਾਲ ਸਾਹਿਬ ਦੀਆਂ ਸੀ। ਹੁਣ ਇਹਦਾ ਮਤਲਬ ਹੈ ਕਿ ਭਾਵੇਂ ਸਿਆਸੀ ਤੌਰ ਦੇ ਉੱਤੇ ਜਲੰਧਰ ਕਦੇ ਵੀ ਲੰਬਾ ਸਮਾਂ ਅਟਵਾਲ ਪਰਿਵਾਰ ਦੀ ਕਰਮ ਭੂਮੀ ਨਹੀਂ ਰਿਹਾ, ਪਰ ਫਿਰ ਵੀ ਪਿਛਲੀ ਵਾਰ ਦੀ ਲੋਕ ਸਭਾ ਚੋਣ ਦੇ ਵਿੱਚ ਚਰਨਜੀਤ ਸਿੰਘ ਅਟਵਾਲ ਹੋਰਾਂ ਨੇ ਜਿਸ ਤਰੀਕੇ ਮੁਕਾਬਲਾ ਦਿੱਤਾ ਸੀ ਇਸ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ, ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੇ ਉਹ ਸਾਰਾ ਵਿਸ਼ਲੇਸ਼ਣ ਕੀਤਾ ਹੋਣਾ, ਉਹ ਸਾਰਾ ਐਨਾਲਿਸਿਸ ਕੀਤਾ ਹੋਣਾ। ਤਾਂ ਫਿਰ ਉਸ ਕੈਲਕੂਲੇਸ਼ਨ ਨੂੰ ਜੇ 2019 ਵਾਲੀ ਆਪਾਂ ਕੈਲਕੂਲੇਸ਼ਨ ਦੇਖੀਏ ਕਿ ਚਰਨਜੀਤ ਸਿੰਘ ਅਟਵਾਲ ਹੋਰੀ ਇੱਥੋਂ ਚੋਣ ਲੜ ਕੇ 3,66,000 ਵੋਟਾਂ ਲੈ ਜਾਂਦੇ ਆ, ਸਿਰਫ 20,000 ਵੋਟਾਂ ਦੇ ਨਾਲ ਫਰਕ ਨਾਲ ਹਰਦੇ ਆ, ਤੇ ਉਹਨਾਂ ਦੇ ਟੱਬਰ ਦਾ ਇੱਕ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਪੱਟ ਕੇ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਲਿਆਂਦਾ, ਸੰਭਾਵਨਾ ਤਾਂ ਸੰਧਾਲੀਆ ਸਾਹਿਬ ਬਹੁਤੀ ਬਣਦੀ ਹੈ, ਕਿਉਂਕਿ ਇੱਕ ਤਾਂ ਸਿੱਖ ਚਿਹਰਾ ਨੇ ਬੀਜੇਪੀ ਨੂੰ ਜਲੰਧਰ ਦੇ ਸ਼ਹਿਰ ਚੋਂ ਕੁਝ ਵੋਟਾਂ ਪੈ ਜਾਣੀਆਂ, ਤੇ ਸਿੱਖ ਚਿਹਰੇ ਦੇ ਕਰਕੇ ਹੋ ਸਕਦਾ ਕਿ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਜਿਹੜੇ ਜਲੰਧਰ ਲੋਕ ਸਭਾ ਹਲਕੇ ਦੇ ਅਧੀਨ 5.5 ਜਿਹੜੇ ਹਲਕੇ ਪਿੰਡੂ ਖੇਤਰ ਦੇ ਆਉਂਦੇ ਆ, ਉਧਰ ਵੀ ਪੈਰ ਲਾਉਣ ਦੀ ਕੋਸ਼ਿਸ਼ ਕਰਦੇ ਹੋਣ, ਕਿਉਂਕਿ ਇਸੇ ਲੋਕ ਸਭਾ ਹਲਕੇ ਦਾ ਇੱਕ ਵਿਧਾਨ ਸਭਾ ਹਲਕਾ ਕਰਤਾਰਪੁਰ, ਕੋਈ ਵੇਲਾ ਸੀ ਜਦੋਂ ਅਟਵਾਲ ਸਾਹਿਬ ਨੇ ਇੱਕ ਵਾਰੀ ਉੱਥੋਂ ਵੀ ਚੌਧਰੀ ਜਗਜੀਤ ਸਿੰਘ ਦੇ ਖਿਲਾਫ ਹੱਥ ਅਜ਼ਮਾਈ ਕੀਤੀ ਸੀ ਜੀ। ਇਹ ਵੈਸੇ ਇੱਕ ਗੱਲ ਤਾਂ ਹੈਗੀ ਆ ਵੀ ਇਹ ਇੰਨੇ ਦਿਨਾਂ ਦੀ ਜਿਹੜੀ ਚਰਚਾ ਚੱਲਦੀ ਸੀ ਉਹਦੇ ਵਿੱਚ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਜਾਂ ਪੋਲੀਟੀਕਲ ਪਾਰਟੀਆਂ ਨੇ ਉਹ ਪਹਿਲਾਂ ਦੱਸ ਧੁੱਖ ਨਹੀਂ ਨਿਕਲ ਦਿੰਦੇ ਵੀ ਹਾਂਜੀ ਹੋ ਕੀ ਰਿਹਾ, ਚੱਲ ਕੀ ਰਿਹਾ। ਹੋ ਸਕਦਾ ਵੀ ਆਹ ਜਦੋਂ ਘਟਨਾ ਸਾਹਮਣੇ ਆਈ ਜਾਂ ਕਹ ਲਓ ਕਿ ਵੀ ਦਲ ਬਦਲੀ ਹੋਈ, ਉਦੋਂ ਜਿਹੜਾ ਇੱਕ ਝਟਕਾ ਹੈ ਉਹ ਅਟਵਾਲ ਸਾਹਿਬ ਜਾਂ ਅਕਾਲੀ ਦਲ ਦੇ ਵਿੱਚ ਜਿਹੜੀ ਹੋਰ ਲੀਡਰਸ਼ਿਪ ਉਹਨਾਂ ਨੂੰ ਵੀ ਲੱਗਾ ਹੋਵੇ। ਕਿਉਂਕਿ ਮੈਨੂੰ ਯਾਦ ਆ ਗਿਆ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਬੈਠੇ ਬੋਲਦੇ ਸੀ, ਉਹਨਾਂ ਨੇ ਕਿਤੇ ਸਵਾਲ ਪੁੱਛ ਲਿਆ ਵੀ ਮਹਾਰਾਜ ਉਹ ਤੁਹਾਡੇ ਸਾਥੀ ਸੀ, ਸ਼ਾਇਦ ਜੇ ਮੈਂ ਗਲਤ ਨਹੀਂ, ਤੇ ਉਹ ਪਿਛਲੇ ਦਿਨੀ ਬਰਾੜ ਸਾਹਿਬ ਵੀ ਗਏ ਸੀ ਨਾ ਆਮ ਆਦਮੀ ਪਾਰਟੀ 'ਚ, ਉਹ ਕਹਿੰਦੇ ਯਾਰ ਉਹ ਉੱਧਰ ਚੱਲ ਗਏ ਜੀ, ਕਿੱਦਾਂ ਮਤਲਬ ਤੁਹਾਨੂੰ ਉਹ ਯਾਰ ਕਹਿੰਦੇ ਇਹੋ ਹੀ ਤੇ ਸਮਝ ਨਹੀਂ ਲੱਗਦੀ ਵੀ ਉਹ ਕਹਿੰਦੇ ਜੀ ਬੰਦਾ ਤਾਂ ਕੱਲ੍ਹ ਤੱਕ ਤੁਹਾਡਾ, ਉਹ ਕਹਿੰਦੇ ਕੱਲ੍ਹ ਕਿੱਥੇ ਯਾਰ 2 ਘੰਟੇ ਪਹਿਲਾਂ ਤੱਕ ਨਾਲ ਸੀਗਾ ਤੇ ਉਦੋਂ ਬਾਅਦ ਮੁੜ ਕੇ ਪਤਾ ਨਹੀਂ ਲੱਗਾ। ਹੁਣ ਮੈਂ ਇਹ ਸੋਚਦਾ ਵੀ ਜੇ ਪਾਰਟੀ ਦੇ ਪ੍ਰਧਾਨ ਨੂੰ ਨਹੀਂ ਪਤਾ ਲੱਗਦਾ ਵੀ ਯਾਰ 2 ਘੰਟੇ 3 ਘੰਟੇ ਪਹਿਲਾਂ ਤੱਕ ਜਿਹੜਾ ਬੰਦਾ ਨਾਲ ਸੀ ਉਹਦੀ ਤਾਰ ਕਿੱਥੇ ਜੁੜੀ ਆ, ਤੇ ਕੁਛ ਪਤਾ ਨਹੀਂ ਵੀ ਉਹਨੇ 2-4 ਘੰਟੇ ਬਾਅਦ ਕਿੱਥੇ ਚਲੇ ਜਾਣਾ, ਤੇ ਫਿਰ ਪੋਲੀਟੀਕਲ ਪਾਰਟੀਆਂ ਦੇ ਵਿੱਚ ਲੀਡਰਸ਼ਿਪ ਦੇ ਨਾਲ ਜਾਂ ਲੀਡਰਾਂ ਦਾ ਆਪਸ ਦੇ ਵਿੱਚ ਉਹ ਕਿੰਨਾ ਕਿ ਇੱਕ ਦੂਸਰੇ ਦੇ ਉੱਪਰ ਵਿਸ਼ਵਾਸ ਹੋਊਗਾ ਵੀ ਯਾਰ ਕੁਛ ਪਤਾ ਨਹੀਂ, ਮੈਂ ਜਿਹਦੇ ਨਾਲ ਗੱਲ ਕਰੀ ਜਾਂਦਾ ਇਹਨੇ ਇੱਥੇ ਰਹਿਣਾ ਵੀ ਹੈ ਕਿ ਨਹੀਂ ਰਹਿਣਾ, ਜਾਂ ਇਹਦੇ ਨਾਲ ਮੈਂ ਯਕੀਨ ਕਰਾਂ ਕਿ ਨਾ ਕਰਾਂ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਆਪਾਂ ਗੱਲ ਕਰ ਲਈ, ਹੁਣ ਜਿੱਦਾਂ ਅਕਾਲੀ ਦਲ 'ਚੋਂ ਅਟਵਾਲ ਸਾਹਿਬ ਜਿਹੜੇ ਨੇ ਉਹ ਬੀਜੇਪੀ ਚੱਲ ਗਏ, ਹੁਣ ਐਜ਼ ਏ ਪ੍ਰਧਾਨ ਉਹ ਕਿਹਦੇ 'ਤੇ ਯਕੀਨ ਕਰਨਗੇ ਵੀ ਯਾਰ ਜਿਹੜਾ ਬੰਦਾ ਇੱਥੇ ਗੱਡੀ 'ਚ ਬੈਠਾ ਜਾਂ ਕੱਲ੍ਹ ਜਿਹਦੇ ਨਾਲ ਮੈਂ ਮੀਟਿੰਗ ਕੀਤੀ ਸੀ, ਕੁਛ ਪਤਾ ਨਹੀਂ ਵੀ ਉਹਨੇ ਅਕਾਲੀ ਦਲ 'ਚ ਰਹਿਣਾ ਜਾਂ ਨਹੀਂ ਰਹਿਣਾ, ਜਾਂ ਆਪਾਂ ਉਹਦੇ ਨਾਲ ਸਟ੍ਰੈਟਜੀ ਇੱਥੇ ਡਿਸਕਸ ਕਰਦੇ ਰਹੀਏ, ਤੇ ਜਿੱਦਣ ਸਟ੍ਰੈਟਜੀ ਨੂੰ ਇੰਪਲੀਮੈਂਟ ਕਰਨ ਦੀ ਗੱਲ ਆਵੇ ਉਦੋਂ ਤੱਕ ਅਗਲਾ ਆਖੇ ਜੀ ਮੇਰਾ ਅਸਤੀਫਾ ਲੈ ਲਓ, ਮੈਂ ਤਾਂ ਹੁਣ ਉੱਧਰ ਚੱਲਿਆ। ਇਹ ਮੈਨੂੰ ਲੱਗਦਾ ਵੀ ਜ਼ਿਮਨੀ ਚੋਣਾਂ ਦੇ ਵਿੱਚ ਆ ਜਿਹੜੀਆਂ ਦਲ ਬਦਲੀਆਂ ਚੱਲਦੀਆਂ ਪਈਆਂ, ਇਹਨੇ ਪੋਲੀਟੀਕਲ ਪਾਰਟੀਆਂ ਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰਤਾ ਵੀ ਯਾਰ ਯਕੀਨ ਕਿਤੇ ਕਰੀਏ, ਵਿਸ਼ਵਾਸ ਕਿਤੇ ਕਰੀਏ। ਮੈਂ ਨਹੀਂ ਆਂਦਾ ਵੀ ਇਹਦੇ 'ਚ ਕੋਈ ਧੋਖਾ ਕਿਸੇ ਨੂੰ ਦਿੱਤਾ, ਪਰ ਗੱਲ ਇਹ ਆ ਵੀ ਇਹ ਨਹੀਂ ਨਾ ਪਤਾ ਵੀ ਬੰਦਾ ਆਪਣਾ ਕਿ ਅਗਲਿਆਂ ਦਾ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਤੁਸੀਂ ਦੇਖੋ ਕਿ 2 ਲੀਡਰ ਵੱਡੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ, ਇੰਦਰਕਪਾਲ ਸਿੰਘ ਅਟਵਾਲ ਤੇ ਦੂਸਰੇ ਜਗਬੀਰ ਸਿੰਘ ਬਰਾੜ। ਦੋਵਾਂ ਦਾ ਅਕਾਲੀ ਦਲ ਦੇ ਵਿੱਚ ਕੱਦ ਵੱਡਾ ਸੀ, ਦੋਵਾਂ ਧਿਰਾਂ ਨੂੰ ਟਿਕਟਾਂ ਮਿਲਦੀਆਂ ਸੀ, ਦੋਵੇਂ ਧਿਰੇ ਪਾਰਟੀ ਛੱਡ ਕੇ ਗਏ, ਬੋਲੇ ਨਹੀਂ ਕੁਛ ਖਿਲਾਫ। ਕਿਸੇ ਨੇ ਇਹ ਨਹੀਂ ਆਖਿਆ ਕਿ ਉਹਨਾਂ ਨੇ ਆਹ ਮਾੜੇ ਨੇ ਆਹ ਕੀਤਾ ਨਹੀਂ ਕੀਤਾ, ਉਹ ਚੁੱਪ ਕਰਕੇ ਚਲੇ ਗਿਆ, ਕਹਿੰਦੇ ਜੀ ਅਸੀਂ ਉਸ ਪਾਰਟੀ ਜਾਣਾ, ਸਾਨੂੰ ਉਹ ਪਾਰਟੀ ਠੀਕ ਲੱਗੀ ਹੈ। ਚਲੋ, ਇੱਕ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਹੋ ਪਿਆ, ਦੂਜੇ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ ਬਦਖੋਈਆਂ ਨਹੀਂ ਕੀਤੀਆਂ। ਪਰ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਇਸ ਮੁੱਦੇ ਤੇ ਸੋਚਦਾ ਜ਼ਰੂਰ ਹੋਊਗਾ ਕਿ ਭਾਈ ਸਾਡੇ ਲੀਡਰ ਇੱਕ ਇੱਕ ਕਰਕੇ ਪਾਰਟੀ ਛੱਡ ਕਿਉਂ ਰਹੇ ਹੈ। ਹਾਲਾਂਕਿ
ਜਗਬੀਰ ਸਿੰਘ ਬਰਾੜ ਸਾਹਿਬ ਨੂੰ ਤਾਂ ਆਇਆਂ ਨੂੰ ਵੀ ਬਹੁਤਾ ਸਮਾਂ ਨਹੀਂ ਸੀ ਹੋਇਆ। ਪਰ ਜਿੱਥੋਂ ਤੱਕ ਅਟਵਾਲ ਪਰਿਵਾਰ ਦੀ ਗੱਲ ਹੈ, ਕਿਉਂਕਿ ਚਰਨਜੀਤ ਸਿੰਘ ਅਟਵਾਲ ਹੋਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਬਹੁਤ ਨੇੜਲਿਆਂ ਮਿੱਤਰਾਂ ਦੇ ਵਿੱਚੋਂ, ਨੇੜਲੇ ਸਾਥੀਆਂ ਦੇ ਵਿੱਚੋਂ ਜਿਹੜੇ ਉਹ ਰਹੇ ਹੈ। ਹੁਣ ਅੱਜ ਕੱਲ੍ਹ ਕਹਿੰਦੇ ਆ ਕਿ ਉਹ ਕਿਤਾਬ ਲਿਖ ਰਹੇ ਨੇ ਆਪਣੇ ਸਿਆਸੀ ਸਫ਼ਰ ਦੇ ਉੱਤੇ, ਸਿਆਸੀ ਸਰਗਰਮੀਆਂ ਉਹਨਾਂ ਨੇ ਘਟਾਤੀਆਂ। ਪਰ ਤੁਹਾਨੂੰ ਯਾਦ ਹੋਣਾ ਸੰਧਾਲੀਆ ਸਾਹਿਬ, ਜਦੋਂ ਮਨਪ੍ਰੀਤ ਸਿੰਘ ਯਾਲੀ ਵਾਲਾ ਚੱਕਰ ਪਿਆ ਰਾਸ਼ਟਰਪਤੀ ਵਾਲੀ ਵੋਟ ਦੇ ਮੁੱਦੇ ਦੇ ਉੱਤੇ, ਉਹਦੇ ਤੋਂ ਬਾਅਦ ਕੁਝ ਇੱਕ ਮੀਟਿੰਗਾਂ ਦੀ ਚਰਚਾ ਚੱਲਦੀ ਹੁੰਦੀ ਸੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਫਾਂ ਦੇ ਅੰਦਰ, ਕਿ ਕੁਝ ਮੀਟਿੰਗਾਂ ਹੋਈਆਂ ਜੀ, ਉਹਨਾਂ ਮੀਟਿੰਗਾਂ ਦੇ ਵਿੱਚ ਆਹ ਬੰਦੇ ਸ਼ਾਮਲ ਹੋਏ ਜੀ, ਯਾਲੀ ਸਾਹਿਬ ਦਾ ਚਰਚਾ ਚੱਲਦਾ ਸੀ, ਜਗਮੀਤ ਸਿੰਘ ਬਰਾੜ ਹੋਰਾਂ ਦਾ ਚੱਲਦਾ ਸੀ। ਉਹਨਾਂ ਮੀਟਿੰਗਾਂ ਦੇ ਵਿੱਚ ਹੀ ਨਾਮ ਇੱਧਰਲਾ ਚਰਨਜੀਤ ਸਿੰਘ ਅਟਵਾਲ ਹੋਰਾਂ ਦਾ ਵੀ ਜੁੜਦਾ ਹੁੰਦਾ ਸੀ ਕਿ ਭਾਈ ਸ਼ਾਇਦ ਉਹਨਾਂ ਨੂੰ ਥੋੜਾ ਜਿਹਾ ਤਵੱਜੋ ਪੂਰੀ ਨਹੀਂ ਦਿੱਤੀ ਜਾ ਰਹੀ, ਇੰਪੋਰਟੈਂਸ ਪੂਰੀ ਨਹੀਂ ਦਿੱਤੀ ਜਾ ਰਹੀ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਤਰੀਕੇ ਦਾ ਰੁਤਬਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਮੇਂ ਉਹਨਾਂ ਦਾ ਹੁੰਦਾ ਸੀ, ਉਦਾਂ ਦਾ ਰੁਤਬਾ ਨਹੀਂ ਦਿੱਤਾ ਜਾ ਰਿਹਾ। ਹੁਣ ਵੱਡੇ ਅਟਵਾਲ ਸਾਹਿਬ ਤਾਂ ਸਰਗਰਮ ਰਾਜਨੀਤੀ ਤੋਂ ਤਕਰੀਬਨ ਲਾਂਭੇ ਨੇ, ਬਹੁਤਾ ਸਰਗਰਮ ਨਹੀਂ। ਛੋਟੇ ਅਟਵਾਲ ਹੋਰੀ ਸਰਗਰਮ ਸੀ, ਉਹ ਅਕਾਲੀ ਦਲ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ। ਮੈਨੂੰ ਲੱਗਦਾ ਕਿ ਇੱਕ ਅੱਧੇ ਦਿਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੀ ਅਨਾਉਂਸਮੈਂਟ ਹੋ ਜੂਗੀ ਜੀ। ਕਹਿੰਦੇ ਚਲੋ ਅਨਾਉਂਸਮੈਂਟ ਵੀ ਹੋ ਜੂਗੀ, ਤੇ ਜਿਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਹਰਦੀਪ ਸਿੰਘ ਪੁਰੀ ਹੋਰਾਂ ਦੇ ਨਾਲ ਕਹਿੰਦੇ ਦਿੱਲੀ ਜਾ ਕੇ ਉਹਨਾਂ ਨੇ ਪਾਰਟੀ ਜੁਆਇਨ ਕੀਤੀ, ਉਹਦੇ ਤੋਂ ਤੇ ਅਸਾਰ ਇਹੀ ਲੱਗਦੇ ਆ ਕਿ ਵੀ ਉਹ ਲਗਭਗ ਉਮੀਦਵਾਰ ਹੋ ਸਕਦੇ ਆ। ਹੁਣ ਇਹ ਹੋ ਗਿਆ ਕਿ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਵਾਲਿਆਂ ਨੇ ਆਪਣਾ ਉਮੀਦਵਾਰ ਦਿੱਤਾ, ਫਿਰ ਜਿਹੜੀ ਮੌਜੂਦਾ ਪਾਰਟੀ ਆਮ ਆਦਮੀ ਪਾਰਟੀ, ਉਹਨਾਂ ਨੂੰ ਲੱਭਾ ਕੋਈ ਨਹੀਂ, ਉਹਨਾਂ ਨੇ ਵੀ ਇੱਕ ਕਾਂਗਰਸੀ ਨੂੰ ਲਿਆਣ ਕੇ ਉਮੀਦਵਾਰ ਬਣਾ ਲਿਆ। ਹੁਣ ਬੀਜੇਪੀ ਉਹ ਕਹਿੰਦੇ ਵੀ ਅਸੀਂ ਦੇਸ਼ ਦੀ ਨਹੀਂ, ਅਸੀਂ ਤਾਂ ਦੁਨੀਆ ਦੀ ਬਹੁਤ ਵੱਡੀ ਪਾਰਟੀ ਆ, ਉਹਨਾਂ ਨੂੰ ਵੀ ਆਪਣੇ 'ਚ ਉਮੀਦਵਾਰ ਨਹੀਂ ਲੱਭਿਆ। ਜੇ ਆਪਾਂ ਹੁਣ ਦੇ ਹਿਸਾਬ ਨਾਲ ਮੰਨ ਕੇ ਚੱਲੀਏ, ਉਹਨਾਂ ਵੀ ਕਿਸੇ 'ਚੋਂ ਲਿਆਣ ਕੇ ਉਮੀਦਵਾਰ ਬਣਾ ਲਿਆ। ਹੁਣ ਅਕਾਲੀ ਦਲ ਤੇ ਬਸਪਾ ਦੀ ਦੇਖਦੇ ਹਾਂ ਵੀ ਕੀ ਗੱਲ ਬਣਦੀ। ਪਹਿਲਾਂ ਤੇ ਬਸਪਾ ਦੇ ਹਿੱਸੇ 'ਚ ਆਉਂਦੀ ਸੀ ਸ਼ਾਇਦ ਇਹ ਵਾਲੀ ਸੀਟ, ਪਰ ਆ ਪਿਛਲੀ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਕਲੀਅਰ ਕਰਤਾ ਵੀ ਅਕਾਲੀ ਦਲ ਉਮੀਦਵਾਰ ਦਊਗਾ, ਪਰ ਜਿਹੜਾ ਇਲੈਕਸ਼ਨ ਹੈ ਉਹ ਅਸੀਂ ਮਿਲ ਕੇ ਲੜਾਂਗੇ। ਹੁਣ ਵੇਖੋ ਵੀ ਕਿਹਨਾਂ ਦਾ ਨੰਬਰ ਤੇ ਨਾਂ ਇੱਥੇ ਆਉਂਦਾ, ਤੇ ਜਦੋਂ ਇੱਕ ਤਰ੍ਹਾਂ ਨਾਲ ਗੱਲ ਕਲੀਅਰ ਹੋ ਗਈ, ਸੀਨ ਕਲੀਅਰ ਹੋ ਗਿਆ, ਫਿਰ ਹੌਲੀ ਹੌਲੀ ਲੋਕਾਂ ਦੀ ਨਬਜ਼ ਜਿਹੜੀ ਉਹਨਾਂ ਦਾ ਪਤਾ ਲੱਗੂਗਾ। ਕਿਉਂਕਿ ਹੁਣ ਆਪਸੀ ਤਲਖੀ, ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀਆਂ, ਉਹ ਤੇ ਲਗਭਗ ਹੋਣ ਹੀ ਲੱਗ ਪਈਆਂ। ਜੇ ਕੋਈ ਇੱਕ ਦਿਨ ਇੱਕ ਗੱਲ ਕਰਦਾ ਤੇ ਅਗਲੇ ਦਿਨ ਦੋ ਲੀਡਰ ਦੂਸਰੀ ਪੋਲੀਟੀਕਲ ਪਾਰਟੀ ਦੇ ਜਿਹਦੇ ਖਿਲਾਫ ਗੱਲ ਕੀਤੀ ਹੁੰਦੀ ਹੈ, ਉਹ ਟੁੱਟ ਕੇ ਪੈ ਜਾਂਦੇ ਵੀ ਇੱਦਾਂ ਕਿਦਾਂ ਕਹਿਤਾ ਇਹ ਕੌਣ ਆਉਂਦਾ ਬੰਦਾ ਫਲਾਨੀ ਗੱਲ ਕਰਨ ਵਾਲਾ। ਇਹਦਾ ਮਤਲਬ ਇਹ ਹੋ ਗਿਆ ਵੀ ਮਹੀਨਾ ਕੁ ਹੁਣ ਤਕੜੇ ਹੋ ਕੇ, ਖਾਸ ਕਰਕੇ ਜਲੰਧਰ ਹਲਕੇ ਦੇ ਲੋਕ ਜਿਹੜੇ ਨੇ ਉਹ ਸੁਣਨ ਦਾ ਮਾਦਾ ਰੱਖਣ। ਲੀਡਰ ਕਈ ਕੁਛ ਇੱਕ ਦੂਜੇ ਦੇ ਖਿਲਾਫ ਕਹਿਣਗੇ। ਨਹੀਂ ਜ਼ਰੂਰੀ ਆ ਜੀ, ਕਿਉਂਕਿ ਹੁਣ ਤਾਂ ਬਸ ਚੱਕ ਲਓ ਵਾਲੀ ਗੱਲ ਹੀ ਹੋਣੀ ਹੈ। ਮੁੱਦਿਆਂ ਦੀ ਗੱਲ ਕਿਸੇ ਨੇ ਨਹੀਂ ਕਰਨੀ। ਦਲ ਬਦਲੀ ਕਿਹਨੇ ਕਰਾ ਲਈ, ਕਿੱਥੋਂ ਕਰਾ ਲਈ। ਤੁਸੀਂ ਇਹ ਦੇਖੋ, ਲੀਡਰਾਂ ਦਾ ਸਾਰਾ ਧਿਆਨ ਹੀ ਬੰਦੇ ਤੋੜਨ 'ਚ ਲੱਗਾ, ਚਾਹੇ ਸੱਤਾਧਾਰੀ ਧਿਰਾਂ ਨੇ, ਚਾਹੇ ਵਿਰੋਧੀ ਧਿਰਾਂ ਨੇ। ਸਾਰਿਆਂ ਨੂੰ ਐ ਲੱਗਦਾ ਕਿ ਭਾਈ ਵੋਟਰਾਂ ਦਾ ਮੁੱਦਾ ਨਹੀਂ ਕੋਈ ਚੁੱਕਣਾ, ਆਪਾਂ ਲੀਡਰ ਚੁੱਕਣਾ ਹੈ। ਤੇ ਜਦੋਂ ਲੀਡਰ ਚੁੱਕ ਕੇ ਆਪਣੇ ਧਿਰ ਦੇ ਵਿੱਚ ਲੈਂਦਾ, ਆਪਣਾ ਪਲੜਾ ਆਪੇ ਹੀ ਭਾਰੀ ਹੋ ਜਾਣਾ। ਪਰ ਇਹ ਕੋਈ ਬਹੁਤੀ ਜ਼ਿਆਦਾ ਪੱਖੀ ਗੱਲ ਨਹੀਂ ਹੈਗੀ। ਬਾਕੀ ਦੇਖੋ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਦ ਆਉਂਦੇ ਆ, ਉਹਦੇ ਤੋਂ ਬਾਅਦ ਪ੍ਰਚਾਰ ਤੇਜ਼ ਹੋ ਜਾਊਗਾ, ਫਿਰ ਵੱਡੀਆਂ ਰੈਲੀਆਂ ਸ਼ੁਰੂ ਹੋ ਜਾਣੀਆਂ, ਕਈ ਕੁਛ ਹੋਣਾ। ਤੇ ਉਧਰ ਸੰਧਾਲੀਆ ਸਾਹਿਬ, ਆਖਰਕਾਰ ਸੋਕਾ ਥੋੜਾ ਜਿਹਾ ਖਤਮ ਹੋਇਆ, ਆਖਰਕਾਰ ਦਰਵਾਜ਼ਾ ਖੜਕਿਆ ਤੇ ਅੰਦਰੋਂ ਦਰਵਾਜ਼ਾ ਖੁੱਲਿਆ ਜਦੋਂ ਦੇ ਨਵਜੋਤ ਸਿੰਘ ਸਿੱਧੂ ਹੋਰੀ ਪਟਿਆਲੇ ਵਾਲੀ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ। ਕਾਂਗਰਸ ਪਾਰਟੀ ਦਾ ਕੋਈ ਵੱਡਾ ਲੀਡਰ ਉਹਨਾਂ ਨੂੰ ਮਿਲ ਨਹੀਂ ਸੀ ਆਇਆ। ਉਹ ਹਾਈਕਮਾਂਡ ਨੂੰ, ਮਲਿਕਾਰਜੁਨ ਖੜਗੇ ਸਾਹਿਬ ਨੂੰ, ਪ੍ਰਿਯੰਕਾ ਗਾਂਧੀ ਨੂੰ, ਰਾਹੁਲ ਗਾਂਧੀ ਨੂੰ, ਸਾਰਿਆਂ ਨੂੰ ਦਿੱਲੀੋਂ ਜਾ ਕੇ ਮਿਲ ਕੇ ਆ ਗਏ। ਪਟਿਆਲਿਓਂ ਮਾਨਸਿਓਂ ਫਿਰ ਪਟਿਆਲਿਓਂ ਜਲੰਧਰੋਂ ਅੰਮ੍ਰਿਤਸਰ ਵੀ ਪਹੁੰਚ ਗਏ। ਜਿਹੜੇ ਸਧਾਰਨ ਵਰਕਰ ਜਾਂ ਦੂਸਰੀ ਕਤਾਰ ਦੇ ਲੀਡਰ, ਉਹਨਾਂ ਨੇ ਸਵਾਗਤ ਕੀਤਾ, ਢੋਲ ਵੀ ਵਜਾਏ, ਫੁੱਲ ਵੀ ਭਰਾਏ ਉਹਨਾਂ ਦੇ ਉੱਤੇ। ਪਰ ਪੰਜਾਬ ਕਾਂਗਰਸ ਦਾ ਕੋਈ ਮੌਜੂਦਾ MLA, ਕੋਈ ਮੌਜੂਦਾ MP, ਕੋਈ ਵੱਡਾ ਲੀਡਰ, ਕੋਈ ਵੱਡਾ ਅਹੁਦੇਦਾਰ ਉਹ ਨਵਜੋਤ ਸਿੰਘ ਸਿੱਧੂ ਦੇ ਕੋਲੇ ਅਪੜਿਆ ਨਹੀਂ ਸੀ। ਨਾ ਕੋਈ ਇਦਾਂ ਦੀ ਗੱਲਬਾਤ ਪਤਾ ਲੱਗੀ ਸੀ, ਕਿਉਂਕਿ ਸਿੱਧੂ ਸਾਹਿਬ ਨੇ ਝੱਟ ਟਵੀਟ ਕਰ ਦੇਣਾ ਹੁੰਦਾ ਕਿ ਮੇਰੀ ਫੋਨ ਤੇ ਇਹਦੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ। ਇਹਦਾ ਮਤਲਬ ਕਿ ਅਜੇ ਤੱਕ ਉਹ ਵੈਕਿਊਮ ਜਿਹੜਾ, ਖਲਾ ਜਿਹੜਾ ਉਸੇ ਤਰੀਕੇ ਬਰਕਰਾਰ ਸੀ। ਪਰ ਹੁਣ ਆਖਰਕਾਰ ਕੁੰਡਾ ਖੜਕਿਆ। ਭੁਲੱਥ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਾਹਿਬ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮਿਲਣ ਗਏ। ਦੋ ਘੜੀਆਂ ਇੱਕ ਲੰਬੀ ਚੌੜੀ ਮੁਲਾਕਾਤ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ ਦੇ ਦਰਮਿਆਨ ਹੋਈ। ਪੱਤਰਕਾਰਾਂ ਨੂੰ ਕਿੱਥੇ ਪਤਾ ਲੱਗਣਾ ਸੀ। ਉਹ ਤਾਂ ਖਹਿਰਾ ਸਾਹਿਬ ਨੇ ਟਵੀਟ ਕੀਤਾ ਕਿ ਮੇਰੀ ਹੋਈ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ, ਪੰਜਾਬ ਦੇ ਭਖ ਦੇ ਮੁੱਦਿਆਂ ਦੇ ਉੱਤੇ ਅਸੀਂ ਕੀਤੀ ਆ ਵਿਚਾਰ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਗਰਮੀ ਜਿਹੜੀ ਹੈ ਉਹ ਤੇਜ਼ੀ ਫੜੂਗੀ। ਹੁਣ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ ਦੋਵੇਂ ਕਾਂਗਰਸੀ, ਦੋਵਾਂ ਦੀ ਮੁਲਾਕਾਤ ਹੁੰਦੀ ਹੈ। ਖਹਿਰਾ ਸਾਹਿਬ MLA ਵੀ ਨੇ। ਹੁਣ ਜਦੋਂ ਦੋਵਾਂ ਦੀ ਮੁਲਾਕਾਤ ਹੋ ਜਾਂਦੀ ਹੈ, ਬਾਕੀ ਅਜੇ ਲੀਡਰਸ਼ਿਪ ਮੁਲਾਕਾਤ ਕਰਦੀ ਨਹੀਂ, ਨਾ ਕਿਸੇ ਸਵਾਗਤ ਤੇ ਜਾਂਦੀ ਹੈ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਧੜਾ ਹੈ,
ਜਾਂ ਉਹਨਾਂ ਦੇ ਜਿਹੜੇ ਪੱਖ ਦੇ ਲੋਕ ਨੇ ਜਾਂ ਉਹ ਜਿਨ੍ਹਾਂ ਨੂੰ ਅਜੇ ਵੀ ਕਾਂਗਰਸ ਦੀ ਮੁੱਖ ਧਾਰਾ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜਿਹੀ ਦਿੱਕਤ ਆਉਂਦੀ ਹੈ, ਉਹ ਫਿਰ ਹੌਲੀ ਹੌਲੀ ਇਕਮੁੱਠ ਤਾਂ ਹੋਣਗੇ ਹੀ ਸੰਧਾਲੀਆ ਸਾਹਿਬ। ਨਹੀਂ ਤੁਸੀਂ ਦੇਖੋ, ਇਹ ਜਿੱਦਾਂ ਉਹਨਾਂ ਦੋਨਾਂ ਦੀ ਐ ਹੱਥ ਮਿਲਾਉਂਦਿਆਂ ਦੀ ਫੋਟੋ ਤਸਵੀਰ ਸਾਹਮਣੇ ਆਈ ਆ, ਉਹਦੇ ਨਾਲ ਇੱਕ ਗੱਲ ਤੇ ਹੈਗੀ ਆ ਵੀ ਦੋਵਾਂ ਲੀਡਰਾਂ ਦੀ ਜੇ ਆਪਾਂ ਗੱਲ ਕਰੀਏ ਤੇ ਦੋਵੇਂ ਲੀਡਰ ਟੈਕਨੋਲੋਜੀ ਦਾ ਵੀ ਚੰਗਾ ਪ੍ਰਯੋਗ ਕਰਦੇ ਆ। ਉਹ ਚਾਹੇ ਕੋਈ ਟਵਿੱਟਰ ਹੋਵੇ, ਫੇਸਬੁੱਕ ਹੋਵੇ, ਜਾਂ ਕੋਈ ਲਾਈਵ ਛਾਪਣਾ ਹੋਵੇ ਜਾਂ ਕੁਝ ਵੀ ਹੋਵੇ। ਫਿਰ ਜੇ ਉਹਨਾਂ ਦੀ ਭਾਸ਼ਣ ਕਲਾ ਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਦੋਵੇਂ ਬੰਦੇ ਬੜੇ ਨਿਪੁੰਨ ਨੇ। ਜੇ ਆਪਾਂ ਮੁੱਦਿਆਂ ਨੂੰ ਚੁੱਕਣ ਦੀ ਗੱਲ ਹੋਵੇ ਤੇ ਉਹਦੇ ਵਿੱਚ ਵੀ ਕਦੀ ਕਮੀ ਪੇਸ਼ੀ ਨਹੀਂ ਆਈ। ਤੇ ਇੱਕ ਜਿਹੜੀ ਹੋਰ ਇਕਸਾਰਤਾ ਹੈਗੀ ਆ ਉਹ ਇਹ ਆ ਕਿ ਵੀ ਟਡਿੰਗ ਵੀ ਬੰਦੇ ਛੇਤੀ ਹੋ ਜਾਂਦੇ ਨੇ ਕਿਸੇ ਦੇ ਨਾਲ। ਹੁਣ ਖਹਿਰਾ ਸਾਹਿਬ ਵੀ ਉਹ ਕਿੰਨਾ ਕੁ ਪਾਰਟੀ ਨਾਲ ਤੇ ਕਿੰਨੇ ਕੁ ਲੀਡਰਾਂ ਦੇ ਨਾਲ ਮਿਲ ਕੇ ਚਲੇ ਨੇ, ਇਹ ਵੀ ਪਤਾ। ਤੇ ਜੇ ਆਪਾਂ ਸਿੱਧੂ ਸਾਹਿਬ ਦੀ ਗੱਲ ਕਰ ਲਈਏ ਉਹਨਾਂ ਦਾ ਵੀ ਪਤਾ। ਹੁਣ ਸੁਭਾਅ ਜਿਹੜੇ ਨੇ ਉਹ ਲਗਭਗ ਰਲਦੇ ਨੇ। ਹੁਣ ਹੋ ਸਕਦਾ ਹੁੰਦਾ ਕਿਸੇ ਵੇਲੇ ਵੀ ਰਲਦੇ ਸੁਭਾਅ ਵਾਲੇ ਬੰਦੇ ਜਦੋਂ ਇਕੱਠੇ ਹੋ ਜਾਣ ਤਾਂ ਉਹ ਕਈ ਵਾਰ ਕਮਾਲ ਵੀ ਕਰ ਜਾਂਦੇ ਆ। ਤੇ ਕਿਸੇ ਵੇਲੇ ਇਹ ਵੀ ਚੱਕਰ ਪੈ ਜਾਂਦਾ ਹੁੰਦਾ ਵੀ ਯਾਰ ਅੱਛਾ ਯਾਰ ਇਹਨੇ ਮੈਨੂੰ ਆਹ ਕਿਹਾ, ਇਹਨੂੰ ਆਹ ਕਿਹਾ, ਯਾਰ ਮੇਰੀ ਇੱਥੇ ਗੱਲ ਨਹੀਂ ਮੰਨੀ, ਮੇਰੀ ਪਤਾ ਨਹੀਂ ਇੱਥੇ ਇਹਨੇ ਆਹ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਉਹੋ ਜਿਹਾ ਕਿ ਜੇ ਕੁਛ ਹੋ ਗਿਆ ਤੇ ਹੋ ਸਕਦਾ ਵੀ ਇਹ ਤਰੇੜ ਫਿਰ ਪੈ ਜਾਵੇ ਕਿਤੇ। ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਖਹਿਰਾ ਸਾਹਿਬ ਦੁਬਾਰਾ ਕਾਂਗਰਸ ਪਾਰਟੀ 'ਚ ਆਉਂਦੇ ਆ, ਜਦੋਂ ਹੈਲੀਕਾਪਟਰ ਦੇ ਕੋਲ ਜਾ ਕੇ ਭੱਜ ਕੇ ਕੈਪਟਨ ਸਾਹਿਬ ਨੂੰ ਜਾਂਦਿਆਂ ਹੱਥ ਮਿਲਾ ਕੇ ਉਹ ਸ਼ਮੂਲੀਅਤ ਕਰਦੇ ਕਾਂਗਰਸ ਪਾਰਟੀ 'ਚ, ਉਦੋਂ ਸਿੱਧੂ ਸਾਹਿਬ ਕਾਂਗਰਸ 'ਚ ਹੀ ਸੀਗੇ। ਉਦੋਂ ਤੇ ਮੇਰਾ ਖਿਆਲ ਉਹ ਪ੍ਰਧਾਨ ਵੀ ਰਹੇ ਸੀ ਕਿ ਜੇ ਬਹੁਤੀ ਨੇੜਤਾ ਉਦੋਂ ਤੇ ਦੇਖੀ ਨਹੀਂ ਗਈ। ਹੁਣ ਅਚਾਨਕ ਖਹਿਰਾ ਸਾਹਿਬ ਨੇ ਜਿਸ ਹਿਸਾਬ ਨਾਲ ਜਾ ਕੇ ਮੁਲਾਕਾਤ ਕੀਤੀ ਹੈ, ਹੋ ਸਕਦਾ ਕੋਈ ਨਵੀਂ ਪਾਰੀ ਕਾਂਗਰਸ ਦੇ ਅੰਦਰ ਹੀ ਸ਼ੁਰੂ ਹੁੰਦੀ ਹੋਵੇ। ਸੰਧਾਲੀਆ ਸਾਹਿਬ, ਜੇ ਤੁਹਾਨੂੰ ਯਾਦ ਹੋਵੇ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਪ੍ਰਚਾਰ ਚੱਲਦਾ ਸੀ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਜ਼ਰੂਰ ਇਕਮੁੱਠਤਾ ਦੇਖੀ ਗਈ ਸੀ। ਕਿਉਂਕਿ ਉਦੋਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਖਹਿਰਾ ਸਾਹਿਬ ਦੀ ਰਾਣਾ ਗੁਰਜੀਤ ਸਿੰਘ ਹੋਰਾਂ ਨਾਲ ਨਹੀਂ ਬਣਦੀ ਤੇ ਉਧਰੋਂ ਨਵਤੇਜ ਸਿੰਘ ਚੀਮਾ ਜਿਹੜੇ ਉਸ ਵੇਲੇ ਦੇ ਵਿਧਾਇਕ ਸੀ, ਹੁਣ ਤਾਂ ਨਹੀਂ ਉਹ ਵਿਧਾਇਕ, ਐਤਕੀ ਤਾਂ ਇਲੈਕਸ਼ਨ ਹਾਰ ਗਿਆ, ਮੇਰੇ ਖਿਆਲ ਚੌਥੇ ਨੰਬਰ ਤੇ ਆਏ ਆ, ਉਹ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਉਮੀਦਵਾਰ ਸੀ। ਉਹਨਾਂ ਦੇ ਹੱਕ ਦੇ ਵਿੱਚ ਖਹਿਰਾ ਸਾਹਿਬ ਵੀ ਜਾਂਦੇ ਸੀ ਤੇ ਸਿੱਧੂ ਸਾਹਿਬ ਵੀ ਜਾਂਦੇ ਸੀ। ਕਈ ਤਰ੍ਹਾਂ ਦੇ ਚਰਚੇ ਚੱਲਦੇ ਸੀ। ਉਦੋਂ ਦੀ ਥੋੜੀ ਜਿਹੀ ਨੇੜਤਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਬਣੀ ਸੀ। ਪਰ ਹਾਂ, ਜਿੱਦਾਂ ਹੁਣ ਗਰਮਜੋਸ਼ੀ ਦੇ ਨਾਲ ਹੱਥ ਮਿਲਾਇਆ, ਜਿਸ ਤਰੀਕੇ ਦੀਆਂ ਹੁਣ ਮੁਸਕਰਾਹਟਾਂ ਨਜ਼ਰ ਆਉਂਦੀਆਂ, ਉਹ ਗੱਲਾਂ ਦੀ ਉਦੋਂ ਥੋੜੀ ਜਿਹੀ ਘਾਟ ਸੀ। ਪਰ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਭਾਈ ਰਾਹੁਲ ਗਾਂਧੀ ਸਾਹਿਬ, ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਭਾਈ ਠੀਕ ਹੈ, ਤੁਸੀਂ ਕਿਤੇ ਭਾਰਤ ਜੋੜੋ ਯਾਤਰਾ ਛੇਤੀ ਨਾ ਸ਼ੁਰੂ ਕਰ ਲਿਓ, ਕਿਤੇ ਕਰਨਾਟਕ ਦੇ ਵਿੱਚ ਹੀ ਨਾ ਬਿਜ਼ੀ ਰਹਿ ਲਿਓ। ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਜਿੰਨੀ ਛੇਤੀ ਹੋ ਸਕਦਾ ਤੁਸੀਂ ਆ ਕੇ ਚੱਕਰ ਮਾਰੋ, ਸਾਰੇ ਲੀਡਰਾਂ ਨੂੰ ਇਕੱਠੇ ਬਿਠਾਓ। ਜਲੰਧਰ ਵਾਲੀ ਚੋਣ 'ਚ ਕੀ ਕਰਨਾ, ਵਿਰੋਧੀ ਧਿਰ ਸੁਖਨਾ ਕਾਂਗਰਸ ਪੰਜਾਬ ਵਿਧਾਨ ਸਭਾ ਦੇ ਵਿੱਚ ਤੁਹਾਡੀ ਰਣਨੀਤੀ ਕੀ ਹੋਊਗੀ, ਪੰਜਾਬ ਦੇ ਲੋਕਾਂ ਦੇ ਮੁੱਦੇ ਤੁਸੀਂ ਕਿੱਦਾਂ ਚੱਕਣੇ ਆ, ਇਹਨਾਂ ਨੂੰ ਇਕਸੁਰ ਕਰ ਜਾਓ। ਕਿਉਂਕਿ ਇੱਧਰ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਸਕਦੇ ਆ ਉਹ ਵੀ ਸਾਨੂੰ ਪਤਾ ਹੈ। ਇੱਧਰ ਹਰਿਆਣੇ ਦੇ ਵਿੱਚ 4-5 ਧੜੇ ਨੇ ਕਾਂਗਰਸ ਦੇ, ਉੱਥੇ ਵੀ ਇਲੈਕਸ਼ਨ ਆਉਣੀ ਹੈ। ਤੇ ਰਹਿੰਦੀ ਖੁੰਦੀ ਕਸਰ ਜਿਹੜੇ ਕਿ ਰਾਜਸਥਾਨ ਸੂਬੇ ਦੇ ਵਿੱਚ ਸੰਧਾਲੀਆ ਸਾਹਿਬ ਕਾਂਗਰਸ ਪਾਰਟੀ ਦੀ ਸਰਕਾਰ ਹੈ, ਅਸ਼ੋਕ ਗਹਿਲੋਤ ਕਾਂਗਰਸ ਪਾਰਟੀ ਵੱਲੋਂ ਚੀਫ ਮਿਨਿਸਟਰ ਨੇ ਤੇ ਉਹਨਾਂ ਦੇ ਨਾਲ ਹੀ ਕਦੇ ਉਪ ਮੁੱਖ ਮੰਤਰੀ ਹੁੰਦੇ ਸੀ, ਹੁਣ ਸਾਬਕਾ ਹੋ ਗਿਆ ਸਚਿਨ ਪਾਇਲਟ। ਉਹ ਕਦੇ ਕਾਂਗਰਸ ਪਾਰਟੀ ਦੇ ਰਾਜਸਥਾਨ ਦੇ ਪ੍ਰਧਾਨ ਵੀ ਹੁੰਦੇ ਸੀ, ਹੁਣ ਸਾਬਕਾ ਪ੍ਰਧਾਨ ਹੋ ਗਏ। ਸਚਿਨ ਪਾਇਲਟ ਇੱਕ ਦੋ ਵਾਰੀ ਗੁੱਸੇ ਹੋਏ, ਇੱਕ ਦੋ ਵਾਰੀ ਰਾਹੁਲ ਗਾਂਧੀ ਨੇ ਉਹਨਾਂ ਨੂੰ ਮਨਾ ਕੇ ਲਿਆਂਦਾ ਤੇ ਹੁਣ ਪੱਤਰਕਾਰ ਸੱਦੇ ਸਚਿਨ ਪਾਇਲਟ ਨੇ ਆਪਣੇ ਘਰ। ਕਾਂਗਰਸ ਪਾਰਟੀ ਦੇ ਲਈ ਬੜਾ ਚਿੰਤਾ ਦਾ ਵਿਸ਼ਾ। ਸਚਿਨ ਪਾਇਲਟ ਆਪਣੇ ਘਰ ਪੱਤਰਕਾਰਾਂ ਨੂੰ ਸੱਦਦੇ ਆ, ਚਾਹ ਪਾਣੀ ਪਿਆਉਂਦੇ ਆ, 2-2 ਬਿਸਕੁਟ ਖਵਾਉਂਦੇ ਆ ਤੇ ਉਹਦੇ ਤੋਂ ਬਾਅਦ ਕਹਿੰਦੇ ਜੀ ਮੈਂ ਤੁਹਾਨੂੰ ਕੁਝ ਸੁਣਾਣਾ ਹੈ। ਉਹ ਫਿਰ ਸਕਰੀਨ ਦੇ ਉੱਤੇ ਕੋਈ ਪੁਰਾਣੀ ਰਿਕਾਰਡਿੰਗ ਮੁੱਖ ਮੰਤਰੀ ਅਸ਼ੋਕ ਗਹਿਲੋਤ ਜਿਹੜੇ ਕਿ ਸਚਿਨ ਪਾਇਲਟ ਹੋਰੀ ਇੱਕੋ ਹੀ ਪਾਰਟੀ 'ਚ ਨੇ ਕਾਂਗਰਸ 'ਚ, ਉਹਨਾਂ ਦਾ ਇੱਕ ਬਿਆਨ ਦਿਖਾਉਂਦੇ, ਕਹਿੰਦੇ ਜੀ ਆ ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਆਖਿਆ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਪਿਛਲੀ ਸਰਕਾਰ ਦੇ ਵਿੱਚ ਕੁਝ ਘਪਲੇ ਹੋਏ, ਘੁਟਾਲੇ ਹੋਏ ਆ ਕਿ ਜੇ ਤੁਸੀਂ ਸਾਡੀ ਸਰਕਾਰ ਬਣਾ ਦਿਓਗੇ ਲੋਕੋ ਤਾਂ ਆਪਾਂ ਕਾਰਵਾਈ ਕਰਾਂਗੇ। ਉਹ ਕਹਿੰਦੇ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਭਾਵੇਂ ਸਾਡੀ ਪਾਰਟੀ ਦੀ ਸਰਕਾਰ ਹੈ, ਭਾਵੇਂ ਸਾਡੀ ਪਾਰਟੀ ਦੇ ਲੀਡਰ ਨੇ ਅਸ਼ੋਕ ਗਹਿਲੋਤ ਚੀਫ ਮਿਨਿਸਟਰ ਨੇ, ਸਤਿਕਾਰ ਬਹੁਤ ਕਰਦੇ ਆ, ਪਰ ਉਹ ਕਹਿੰਦੇ ਜੀ ਮੈਨੂੰ ਇਸ ਗੱਲ ਦਾ ਰੋਸਾ ਹੈ ਕਿ ਆ ਜਿਹੜੀ ਰਿਕਾਰਡਿੰਗ, ਆ ਜਿਹੜੀ ਵੀਡੀਓ, ਆ ਜਿਹੜਾ ਭਾਸ਼ਣ ਉਹਨਾਂ ਨੇ ਪਹਿਲਾਂ ਦਿੱਤਾ ਸੀ, ਉਹ ਸਰਕਾਰ ਬਣਨ ਤੋਂ ਬਾਅਦ, ਚੀਫ ਮਿਨਿਸਟਰ ਬਣਨ ਤੋਂ ਬਾਅਦ ਉਹਦੇ ਤੇ ਕਾਰਵਾਈ ਇਹਨਾਂ ਨੇ ਕੀਤੀ ਕਿਉਂ ਨਹੀਂ? ਕਿਉਂਕਿ ਮੈਂ ਰਾਜਸਥਾਨ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ। 2 ਚੀਜ਼ਾਂ ਹੋਰ ਉਹ ਕਹਿੰਦੇ ਜੀ ਦੇਖੋ ਰੌਲਾ ਪੈਂਦਾ, ਕਹਿੰਦੇ ਜੀ ਵਿਰੋਧੀ ਕਹਿੰਦੇ ਆ ਕਿ ਬੀਜੇਪੀ ਵੱਲੋਂ ਮੁੱਖ ਮੰਤਰੀ ਹੁੰਦੀ ਸੀ ਬੀਬੀ ਵਸੁੰਧਰਾ ਰਾਜੇ ਸਿੰਧੀਆ। ਉਹ ਕਹਿੰਦੇ ਵਿਰੋਧੀ ਦੋਸ਼ ਲਾਉਂਦੇ ਆ ਕਿ ਬੀਬੀ ਸਿੰਧੀਆ ਤੇ ਅਸ਼ੋਕ ਗਹਿਲੋਤ ਆਪਸ ਦੇ ਵਿੱਚ ਰਲਿਓ ਆ, ਇੱਕ ਦੂਜੇ ਨੂੰ ਸ਼ੈਲਟਰ ਦਿੰਦੇ ਆ, ਇੱਕ ਦੂਜੇ ਦੀਆਂ ਕਮੀਆਂ ਪੇਸ਼ੀਆਂ ਢੱਕਦੇ ਆ। ਤੇ ਉਹ ਕਹਿੰਦੇ ਜੇ ਆਹੀ ਰੁਝਾਨ ਰਿਹਾ, ਜੇ ਆਹੀ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਜਿਹੜਾ ਉਹ ਨਜ਼ਰੀਆ ਦ੍ਰਿਸ਼ਟੀਕੋਣ ਬਣਦਾ ਰਿਹਾ, ਸਾਨੂੰ ਵੋਟਾਂ ਕਿਹਨੇ ਪਾਉਣੀਆਂ 6 ਮਹੀਨੇ ਬਾਅਦ ਰਾਜਸਥਾਨ ਦੇ ਵਿੱਚ ਵੋਟਾਂ। ਤੇ ਨਾਲ ਦੀ ਨਾਲ ਉਹ ਕਹਿੰਦੇ ਜੀ ਦੇਖੋ ਆ ਚਿੱਠੀ ਲਿਖੀ ਸੀ ਮੈਂ
ਮੈਂ ਕਹਿੰਦੇ ਜੀ ਬੇਨਤੀ ਕੀਤੀ ਸੀ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਹੋਰਾਂ ਨੂੰ ਕਿ ਭਾਈ ਇਸ ਮੁੱਦੇ ਤੇ ਆ ਭ੍ਰਿਸ਼ਟਾਚਾਰ ਦਾ ਮਸਲਾ ਸੀ, ਆ ਘਪਲਾ ਹੋਇਆ ਸੀ, ਤੁਸੀਂ ਐਲਾਨ ਵੀ ਕੀਤਾ ਸੀ, ਤੁਸੀਂ ਕਾਰਵਾਈ ਕਰੋ। ਉਹ ਕਹਿੰਦੇ ਮੇਰੀ ਚਿੱਠੀ ਤੇ ਵੀ ਕੋਈ ਕਾਰਵਾਈ ਨਹੀਂ। ਤੇ ਮੈਂ ਕਹਿੰਦੇ ਜੇ ਸਾਰਾ ਕੁਝ ਇਦਾਂ ਹੀ ਰਿਹਾ, ਮੈਂ 11 ਤਰੀਕ ਨੂੰ ਭੁੱਖ ਹੜਤਾਲ ਰੱਖ ਦੇਣੀ ਹੈ। ਹੁਣ ਸਚਿਨ ਪਾਇਲਟ ਹੋਰਾਂ ਦੀ ਆਪਣੀ ਪਾਰਟੀ ਦੀ ਸਰਕਾਰ ਹੈ, ਆਪਣੀ ਪਾਰਟੀ ਦੇ ਮੁੱਖ ਮੰਤਰੀ ਤੇ ਦੋਸ਼ ਲਾਤਾ ਸਿੱਧੇ ਤੌਰ ਦੇ ਉੱਤੇ ਕਿ ਭਾਈ ਉਹ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਦੀ ਲੀਡਰ ਵਸੁੰਧਰਾ ਰਾਜੇ ਸਿੰਧੀਆ ਦਾ ਪੱਖ ਲੈਂਦਾ ਤੇ ਨਾਲ ਹੀ ਲੋਕਾਂ ਦੇ ਵਿੱਚ ਵੱਡਾ ਲੀਡਰ ਬਣਨ ਦੇ ਲਈ ਸਚਿਨ ਪਾਇਲਟ ਨੇ ਕਹਿਤਾ ਮੈਂ ਤਾਂ ਭੁੱਖ ਹੜਤਾਲ ਤੇ ਬੈਠੂ। ਜਾਣੀ ਕਿ ਹੁਣ ਕੱਲ ਨੂੰ ਜਦੋਂ ਇਲੈਕਸ਼ਨ ਹੁੰਦੀ ਹੈ, ਜਦੋਂ ਚੋਣ ਹੁੰਦੀ ਹੈ, ਅਗਲਾ ਬੰਦਾ ਕਹੂਗਾ ਜੀ ਦੇਖੋ ਰਾਜਸਥਾਨ ਦੇ ਲੋਕੋ ਮੈਂ ਤਾਂ ਤੁਹਾਡੇ ਨਾਲ ਖੜਾ ਹੈ, ਮੈਂ ਤਾਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੇ ਨਾਲ ਵੀ ਭਿੜ ਗਿਆ, ਮੈਂ ਤਾਂ ਆਪਣੀ ਪਾਰਟੀ ਦੀ ਸਰਕਾਰ ਹੁੰਦਿਆਂ ਵੀ ਭੁੱਖ ਹੜਤਾਲ ਰੱਖੀ। ਹੁਣ ਦੇਖਦੇ ਹਾਂ ਕਿ ਹਾਈ ਕਮਾਂਡ ਆ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚੋਂ ਰਾਜਸਥਾਨ ਦੇ ਵਿੱਚ ਮਸਲਾ ਹੱਲ ਕਿਵੇਂ ਕਰਦੀ ਹੈ। ਵੈਸੇ ਤੁਸੀਂ ਦੇਖੋ ਵੀ ਸਚਿਨ ਪਾਇਲਟ ਸਾਹਿਬ ਦੇ ਨਾਂ 'ਚ ਤੇ ਪਾਇਲਟ ਆਉਂਦਾ, ਪਰ ਕਾਰਨ ਇਹ ਆ ਵੀ ਪਾਇਲਟ ਵਾਲੀ ਕੁਰਸੀ ਤੇ ਉਹਨਾਂ ਨੂੰ ਬਹਿਣ ਦਾ ਮੌਕਾ ਨਹੀਂ ਮਿਲ ਰਿਹਾ ਵਾਹਵਾ ਸਾਲਾਂ ਤੋਂ। ਉਹ ਲਗਾਤਾਰ ਘੇਰੇ ਘੇਰੇ ਆਈ ਜਾਂਦੇ। ਆਮ ਤੌਰ ਤੇ ਨਹੀਂ ਆਪਾਂ ਕਿਸੇ ਦੇਖਦੇ ਨੇ ਕਿ ਜਿਹੜਾ ਬੱਸਾਂ ਆਪਣੇ ਜਿਹੜੇ ਬੱਸਾਂ ਵਾਲੇ ਵੀਰ ਨੇ, ਡਰਾਈਵਰ ਵੀਰ, ਉਹਨਾਂ ਨੇ ਵੀ ਕੀ ਨਾ ਤਾਕੀ ਤੇ ਲਿਖਿਆ ਹੁੰਦਾ ਪਾਇਲਟ ਡੋਰ। ਹੁਣ ਤੁਸੀਂ ਇਹ ਦੇਖੋ ਵੀ ਲਿਖਿਆ ਪਾਇਲਟ ਹੋਵੇ ਤੇ ਬੰਦੇ ਨੂੰ ਲੱਗੇ ਵੀ ਯਾਰ ਪਾਇਲਟ ਤੇ ਮੈਂ ਆ, ਤੇ ਜਦੋਂ ਉਹ ਝਾਤੀ ਮਾਰੇ ਤੇ ਸਟੀਅਰਿੰਗ ਤੇ ਕੋਈ ਹੋਰ ਬੈਠਾ ਹੋਵੇ ਤੇ ਕੁੰਡੀ ਵੀ ਉਹਨੇ ਅੰਦਰੋਂ ਲਾਈ ਹੋਵੇ ਤਾਕੀ ਦੀ ਵੀ ਮੈਂ ਖੋਲ੍ਹਣੀ ਵੀ ਨਹੀਂ। ਹੁਣ ਉਹ ਗਹਿਲੋਤ ਸਾਹਿਬ ਆ, ਉਦੋਂ ਤੋਂ ਉਹ ਬੈਠੇ ਨੇ। ਗਹਿਲੋਤ ਸਾਹਿਬ ਨੂੰ ਆਪਾਂ ਉਹ ਵੀ ਵਿੱਚ ਇੰਸੀਡੈਂਟ ਯਾਦ ਕਰਾ ਦਈਏ ਜਦੋਂ ਤੁਸੀਂ ਦੇਖੋ ਕਾਂਗਰਸ ਦੀ ਪ੍ਰਧਾਨਗੀ ਮਿਲਦੀ ਸੀ, ਵੀ ਸਮੁੱਚੀ ਕਾਂਗਰਸ ਪਾਰਟੀ 1 ਸਦੀ ਤੋਂ ਵੱਧ ਪੁਰਾਣੀ ਪਾਰਟੀ, ਉਹਦੇ ਪ੍ਰਧਾਨ ਕਹਿੰਦੇ ਅਸ਼ੋਕ ਗਹਿਲੋਤ ਸਾਹਿਬ ਨੂੰ ਬਣਾ ਦਿੰਦੇ, ਆ ਜਾਓ ਤੁਸੀਂ। ਤੇ ਜਦੋਂ ਉਹ ਕਹਿੰਦੇ ਵੀ ਪ੍ਰਧਾਨ ਜੀ ਸਦਕੇ ਬਣਾ ਦਿਓ, ਜੇ ਤੁਸੀਂ ਕਹੋ ਵੀ ਮੈਂ ਪਾਇਲਟ ਦੇ ਲਈ ਕੁਰਸੀ ਖਾਲੀ ਕਰ ਦਿੰਦੇ, ਉੱਥੇ ਉਹ ਨਹੀਂ ਜੇ ਗੱਲ ਬਣਨੀ ਤੁਹਾਡੀ। ਹੁਣ ਜਿੰਨਾ ਗੂੰਦ ਲਾ ਕੇ ਉਹ ਚੰਬੜੇ ਨੇ ਕੁਰਸੀ ਨੂੰ, ਹੁਣ ਪਾਇਲਟ ਸਾਹਿਬ ਨੇ ਇਹੋ ਜਿਹੀਆਂ ਗੱਲਾਂ ਤੇ ਕਰਨੀਆਂ ਹੀ। ਤੁਸੀਂ ਵਿੱਚ ਜ਼ਿਕਰ ਕਰ ਹੀ ਗਏ ਵੀ ਹੋਰ 6-7 ਮਹੀਨਿਆਂ ਤੱਕ ਉੱਥੇ ਇਲੈਕਸ਼ਨਾਂ ਨੇ। ਇਹਦਾ ਮਤਲਬ ਇਹ ਹੋ ਗਿਆ ਵੀ ਹੁਣ ਲੀਡਰਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਹੌਲੀ ਹੌਲੀ ਨਿਕਲੋ ਬਾਹਰ ਮਹਾਰਾਜ, ਕੁਛ ਨਾ ਕੁਛ ਕਰਨਾ ਪੈਣਾ, ਫੇਰ ਹੀ ਲੋਕਾਂ ਨੂੰ ਪਤਾ ਲੱਗੂਗਾ ਵੀ ਕਰੀਏ ਕੀ। ਪਰ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਹੈ ਵੀ ਪਾਇਲਟ ਸਾਹਿਬ ਇਸੇ ਸਰਕਾਰ ਦੇ ਟੈਨਿਓਰ ਦੇ ਵਿੱਚ ਇੱਕ ਸਮਾਂ ਉਹ ਵੀ ਸੀ ਜਦੋਂ ਬੀਜੇਪੀ ਵਾਲੇ ਪਾਸੇ ਨੂੰ ਜਾਣ ਦੇ ਚੱਕਰ ਦੇ ਵਿੱਚ ਰਾਜਸਥਾਨ ਤੋਂ ਭਗੌੜੇ ਹੋ ਕੇ ਤੇ ਹਰਿਆਣੇ ਤੱਕ ਵੀ ਪਹੁੰਚ ਗਏ ਸੀਗੇ ਕੁਛ MLAs ਨੂੰ ਨਾਲ ਲੈ ਕੇ। ਉਹ ਗੱਲ ਵੱਖਰੀ ਸੀ। ਉਦੋਂ ਰੌਲਾ ਇਹ ਪੈ ਗਿਆ ਵੀ ਸਚਿਨ ਪਾਇਲਟ ਸਾਹਿਬ ਬੀਜੇਪੀ ਜਾਣ ਨੂੰ ਫਿਰਦੇ, ਜਾਂ ਹੁਣ ਇਹ ਸਰਕਾਰ ਤੋੜਨ ਨੂੰ ਫਿਰਦੇ, ਹੁਣ ਇਹ ਸ਼ਾਇਦ ਬੀਜੇਪੀ ਦਾ ਹਿੱਸਾ ਬਣ ਜਾਣ। ਫਿਰ ਉਹ ਵਾਪਸ ਮੁੜ ਗਏ, ਵਾਹਵਾ ਚਿਰ ਚੁੱਪ ਰਹੇ, ਸ਼ਾਂਤ ਰਹੇ, ਤੇ ਹੁਣ ਉਹ ਅਸ਼ੋਕ ਗਹਿਲੋਤ ਸਾਹਿਬ ਨੂੰ ਆਖੀ ਜਾਂਦੇ ਵੀ ਯਾਰ ਬੰਦਾ ਤਾਂ ਇਹ ਰਲਿਆ ਬੀਜੇਪੀ ਦੇ ਨਾਲ, ਮੈਂ ਤੇ ਰਾਜਸਥਾਨ ਵਾਲੇ ਉਹ ਤੁਹਾਡਾ। ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਵਿਚਾਰਾ ਉੱਥੇ ਊਠ ਲੈ ਕੇ ਤੇ ਇਸ ਵਕਤ ਪੱਠੇ ਪੁੱਠੇ ਲੈਣ ਚੱਲਿਆ ਹੋਣਾ, ਉਹਨੂੰ ਜਦੋਂ ਆ 3-4 ਗੱਲਾਂ ਪਤਾ ਲੱਗੀਆਂ ਹੋਣੀਆਂ ਤੇ ਕਿਤੇ ਤੁਸੀਂ ਉਹਨੂੰ ਪੁੱਛ ਲਓ ਵੀ ਹਾਂ ਵੀਰ ਤੇਰਾ ਕੀ ਮਨ ਕਰਦਾ। ਹੁਣ ਮੈਨੂੰ ਰਾਜਸਥਾਨ ਦੀ ਬੋਲੀ ਨਹੀਂ ਆਉਂਦੀ, ਪਰ ਗਾਲ ਉਹਨੇ ਜ਼ਰੂਰ ਮੋਟੀ ਜੀ ਕੱਢੀ ਹੋਣੀ, ਭਾਵੇਂ ਊਠ ਨੂੰ ਹੀ ਕੱਢ ਦੇਵੇ, ਹੋਰ ਕੁਛ ਨਹੀਂ। ਤੇ ਹੁਣ ਇਹ ਤੇ ਹਾਲ ਜਿਹਾ ਇਸ ਵਕਤ ਲੀਡਰਾਂ ਦਾ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕੰਮ ਭਖਿਆ। ਪਰ ਇੱਕ ਚੀਜ਼ ਇਹਦੇ ਵਿੱਚ ਸੋਚਣ ਵਾਲੀ ਆ, ਉਹ ਇਹ ਕਿ ਵੀ ਜਿਹੜੀ ਸਿਆਸਤ ਆ ਉਹ ਲੋਕਾਂ ਨੂੰ ਅਜੇ ਨਹੀਂ ਪਤਾ ਲੱਗਦੀ, ਪਰ ਲੀਡਰਾਂ ਨੂੰ ਜ਼ਰੂਰ ਪਤਾ ਹੁੰਦਾ ਵੀ ਯਾਰ ਕਿੱਥੇ ਹੁਣ ਗਾਂ ਆਉਣ ਵਾਲੇ ਟਾਈਮ ਦੀ ਇਲੈਕਸ਼ਨਾਂ ਨੇ, ਤੇ ਉਹਦੇ ਹਿਸਾਬ ਨਾਲ ਹੌਲੀ ਹੌਲੀ ਤਿਆਰੀ ਕਰ ਲਈਏ। ਹੁਣ ਇਹ ਵੀ ਪ੍ਰੈਸ ਕਾਨਫਰੰਸਿਸ ਜਿਹੜੀਆਂ ਨੇ ਇੱਕ ਦੂਸਰੇ ਦੇ ਉੱਪਰ ਦੋਸ਼ਾਂ ਵਾਲਾ ਕੰਮ ਆ, ਉਹ ਲਗਭਗ ਉਹਨਾਂ ਤਿਆਰੀਆਂ ਵਾਲੇ ਪਾਸੇ ਤੇ ਇਸ਼ਾਰਾ ਕਰਦੇ ਆ। ਆਉਣ ਵਾਲੇ ਦਿਨਾਂ 'ਚ ਗੱਲ ਕਲੀਅਰ ਹੋ ਜੂਗੀ ਕਿ ਪਾਇਲਟ ਸਾਹਿਬ ਕਾਂਗਰਸ ਦੇ ਪੱਕੇ ਨੇ ਜਾਂ ਫਿਰ ਉਹ ਇਹ ਪਤਾ ਕਰਨਾ ਚਾਹੁੰਦੇ ਵੀ ਜਿਹੜੇ ਗਹਿਲੋਤ ਸਾਹਿਬ ਨੇ ਉਹ ਕਿੰਨਾ ਚਿਰ ਕੁਰਸੀ ਤੇ ਬੈਠੇ ਰਹਿਣਗੇ। ਮੈਨੂੰ ਵੀ ਦੱਸ ਦਿਓ। ਇਹ ਗੱਲ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ। ਰਾਹੁਲ ਗਾਂਧੀ ਹੋਰਾਂ ਨੇ ਜੇ ਕਿਤੇ ਛੁੱਟੀਆਂ ਮਨਾਉਣ ਜਾਣਾ ਤਾਂ ਵੱਖਰੀ ਗੱਲ ਹੈ, ਪਰ ਇਹਦੇ ਤੋਂ ਪਹਿਲਾਂ ਜੇ ਕਿਤੇ ਉਹ ਰਾਜਸਥਾਨ, ਜੈਪੁਰ, ਜੋਧਪੁਰ, ਜੈਸਲਮੇਰ ਵਾਲੇ ਪਾਸੇ ਆ ਕੇ ਇਹਨਾਂ ਦੀਆਂ ਆਪਸ 'ਚ ਮੀਟਿੰਗਾਂ ਕਰਾ ਦੇਣਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਹਾਣੀ ਕਿੱਧਰ ਨੂੰ ਜਾਣੀ ਹੈ। ਜਿਹੜਾ ਇੱਕ ਰੋਲ ਨੰਬਰ ਤਾਂ ਵਧੇ ਸੀ ਇਹ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾ ਕੇ ਕਿਤੇ ਇਧਰਲੇ ਪਾਸੇ ਗਵਾ ਨਾ ਬੈਠਣ, ਕਿਉਂਕਿ ਭਾਰਤੀ ਜਨਤਾ ਪਾਰਟੀ ਬਹੁਤ ਤੇਜ਼ ਗਤੀ ਦੇ ਨਾਲ ਰਾਜਸਥਾਨ ਦੇ ਵਿੱਚ ਕੰਮ ਕਰ ਰਹੀ ਹੈ ਸਿਆਸੀ ਤੌਰ ਦੇ ਉੱਤੇ, ਕਿਉਂਕਿ ਅਗਲਿਆਂ ਨੂੰ ਪਤਾ ਕਿ ਭਾਈ 5 ਸਾਲ ਇਹਨਾਂ ਦੀ ਸਰਕਾਰ ਰਹੀ ਆ, ਲੜਾਈ ਇਹਨਾਂ 'ਚ ਪਈ ਆ, ਸਾਡੇ ਲਈ ਥੋੜਾ ਜਿਹਾ ਸੌਖਾ, ਤੇ ਜੇ ਨਾਲ ਲੜਨ ਨੂੰ ਹਟੇ ਠੀਕ ਹੈ, ਫਿਰ ਥਾਲੀ 'ਚ ਪਾ ਕੇ ਉਹ ਸਰਕਾਰ ਅਗਲਿਆਂ ਨੂੰ ਦੇਣੀ ਤਾਂ ਦੇ ਦਿਓ, ਕਿਉਂਕਿ ਤੀਸਰੀ ਧਿਰ ਤਾਂ ਕੋਈ ਰਾਜਸਥਾਨ ਦੇ ਵਿੱਚ ਹੈ ਨਹੀਂ। ਦੂਸਰਾ ਸੰਧਾਲੀਆ ਜੀ ਹਾਂਜੀ ਮੈਂ ਕਹਿਣ ਲੱਗਿਆ ਇਲੈਕਸ਼ਨਾਂ ਨਾਲ ਰਿਲੇਟਡ ਹੀ ਗੱਲ ਕਰਨ ਲੱਗਿਆ ਸੀ ਇੱਕ ਹੋਰ ਜੀ। ਮੈਨੂੰ ਇਹ ਸੀ ਵੀ ਰਾਜਸਥਾਨ 'ਚ ਤਾਂ ਚਲੋ ਆਉਣੀ ਇਲੈਕਸ਼ਨ, ਉਧਰ ਕਰਨਾਟਕ ਵਾਲੇ ਪਾਸੇ ਆਈ ਪਈ ਹੈ ਇਲੈਕਸ਼ਨ, ਉਧਰ ਤੇ ਆਮ ਆਦਮੀ ਪਾਰਟੀ ਵਾਲੇ ਵੀ ਗੇੜੇ ਤੇ ਗੇੜਾ ਰੱਖਦੇ ਆ, ਕਿਉਂਕਿ ਉਮੀਦਵਾਰ ਇਹਨਾਂ ਨੇ ਵੀ ਐਲਾਨੇ ਆ। ਉਧਰ ਬੀਜੇਪੀ ਨੂੰ ਵੀ ਲੱਗਦਾ ਵੀ ਆਪਾਂ ਹੁਣ ਇਹ ਕਰਨਾਟਕ ਜਾਣ ਨਹੀਂ ਦੇਣਾ ਕਿਤੇ, ਕਿਉਂਕਿ ਜਿਹੜਾ ਪਹਿਲਾ ਤਜਰਬਾ MLAs ਵਾਲਾ ਸੀ ਉਹ ਵੀ ਉਸੇ ਧਰਤੀ ਤੋਂ ਹੋਇਆ ਸੀ। ਕਾਂਗਰਸ ਪਾਰਟੀ ਵੀ ਹੋ ਸਕਦਾ ਲੱਭਦੀ ਹੋਵੇ ਵੀ ਯਾਰ ਕਿਤੇ ਨਾ ਕਿਤੇ ਸਾਡਾ ਕੋਈ ਭਾਈਵਾਲ ਬਣ ਕੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਗੱਲ ਬਣ ਜਾਵੇ। ਪਰ ਇਹ ਸਾਰੇ ਕੁਛ ਜਿਹੜਾ ਉੱਥੇ ਇੱਕ ਮੁੱਦਾ ਬੜਾ ਅਜੀਬ ਜਿਹਾ ਮੁੱਦਾ ਚੱਲਿਆ, ਮੈਨੂੰ ਲੱਗਦਾ ਆਪਾਂ ਉੱਤੇ ਥੋੜ੍ਹੀ ਜਿਹੀ ਡਿਸਕਸ਼ਨ ਕਰੀਏ। ਹੁਣ ਤੁਸੀਂ ਦੇਖੋ ਅਮੂਲ ਜਦੋਂ ਪੰਜਾਬ ਵਾਲੇ ਪਾਸੇ ਆਇਆ ਸੀ ਉਦੋਂ ਇੱਥੇ ਕੋਈ ਬਹੁਤੀ ਕਿਸੇ ਨੇ ਕੋਈ ਰਜਿਸਟੈਂਸ ਰੱਖੀ ਨਹੀਂ ਸੀ, ਆਮ ਹੀ ਉਹ ਅਮੂਲ ਆ ਗਿਆ, ਕਿਉਂਕਿ ਲੋਕ TV ਤੇ ਐਡ ਦੇਖਦੇ ਸੀ, ਲੋਕਾਂ ਨੇ ਦੇਖਿਆ ਅੱਛਾ ਇਹ ਪਹਿਲਾਂ ਤਾਂ ਨਹੀਂ ਸੀ ਮਿਲਦਾ ਹੁੰਦਾ, ਆਪਣੇ ਹੁਣ ਆਮ ਦੁਕਾਨਾਂ ਤੋਂ ਅਮੂਲ ਦੇ ਪ੍ਰੋਡਕਟ ਮਿਲਣ ਲੱਗ ਪਏ, ਖਾਸ ਕਰਕੇ ਦੁੱਧ। ਪਹਿਲਾਂ ਆਈਸਕ੍ਰੀਮ ਤਾਂ ਆਉਂਦੀ ਸੀ,
ਪਰ ਦੁੱਧ ਦੇ ਪੈਕਟ ਪੂਕਟ ਵੀ ਮਿਲਣ ਲੱਗ ਪਏ, ਲੋਕ ਖਰੀਦਣ ਲੱਗ ਪਏ। ਪਰ ਇਸੇ ਅਮੂਲ ਦੀ ਜਦੋਂ ਕਰਨਾਟਕ 'ਚ ਐਂਟਰੀ ਹੁੰਦੀ ਆ ਤੇ ਉੱਥੇ ਕੁਛ ਪੋਲੀਟੀਕਲ ਬੰਦੇ, ਕੁਛ ਪੋਲੀਟੀਕਲ ਪਾਰਟੀਆਂ ਇਹਦੇ ਵਿਰੋਧ 'ਚ ਸਟੈਂਡ ਲੈ ਜਾਂਦੀਆਂ। ਉਹ ਕਹਿੰਦੇ ਵੀ ਇਹ ਵਾਲੇ ਪ੍ਰੋਡਕਟ ਦੇਖੋ ਕਰਨਾਟਕ ਵਾਲਿਓ, ਆਪਾਂ ਖਰੀਦਣੇ ਨਹੀਂ, ਇਹਨੂੰ ਇੱਥੇ ਪੈਰ ਨਹੀਂ ਲਾਉਣ ਦੇਣੇ। ਹੁਣ ਤੁਸੀਂ ਦੇਖੋ ਵੀ ਇੱਕ ਪ੍ਰੋਡਕਟ ਨੂੰ ਲੈ ਕੇ, ਕਿਉਂਕਿ ਗੁਜਰਾਤ ਦਾ ਪ੍ਰੋਡਕਟ ਹੈ ਅਮੂਲ, ਉਹ ਇੱਥੇ ਨਹੀਂ ਅਸੀਂ ਮਕਬੂਲ ਹੋਣ ਦੇਣਾ, ਇਹਨੂੰ ਲੈ ਕੇ 20 ਇਲੈਕਸ਼ਨਾਂ ਦੇ ਵਿੱਚ ਮੁੱਦਾ ਚੱਲ ਪਿਆ। ਦੇਖੋ ਸੰਧਾਲੀਆ ਸਾਹਿਬ, ਕਈ ਪੱਖ ਨੇ ਇਸ ਮੁੱਦੇ ਦੇ, ਕਿਉਂਕਿ ਅਮੁਲ ਗੁਜਰਾਤ ਦਾ ਬਹੁਤ ਵੱਡਾ ਅਦਾਰਾ ਬਣ ਗਿਆ। ਪੰਜਾਬ 'ਚ ਵੀ ਬਥੇਰਾ ਵਿਕਦਾ, ਬਾਕੀ ਸੂਬਿਆਂ 'ਚ ਬਥੇਰਾ ਵਿਕਦਾ, ਕਰਨਾਟਕ ਦੇ ਵਿੱਚ ਚੋਣਾਂ ਨੇ। ਹੁਣ ਉੱਥੇ ਅਚਾਨਕ ਰੌਲਾ ਪੈਂਦਾ ਕਿਉਂਕਿ ਕਰਨਾਟਕ ਦੇ ਵਿੱਚ ਜਿੱਦਾਂ ਗੁਜਰਾਤ ਦਾ ਅਮੁਲ ਹੈ, ਕਰਨਾਟਕ ਦਾ ਨੰਦਨੀ ਹੈ। ਉੱਥੇ ਨੰਦਨੀ ਦੇ ਪ੍ਰੋਡਕਟ ਵਿਕਦੇ ਆ, ਦੁੱਧ ਜਿਹੜਾ। ਉੱਥੇ ਜਨਤਾ ਦਲ ਸੈਕੂਲਰ ਜਿਹੜੀ ਕਿ ਦੇਵਗੌੜਾ ਸਾਹਿਬ ਜਾਂ ਕੁਮਾਰਾ ਸਵਾਮੀ ਦੀ ਪਾਰਟੀ ਹੈ, ਉਹਨਾਂ ਨੇ ਤੇ ਕਾਂਗਰਸ ਪਾਰਟੀ ਵਾਲਿਆਂ ਨੇ ਰੌਲਾ ਪਾਇਆ ਕਿ ਦੇਖੋ ਜੀ, ਆ ਸਾਡੇ ਕਰਨਾਟਕ ਦਾ ਜਿਹੜਾ ਨੰਦਨੀ ਪ੍ਰੋਡਕਟ ਹੈ, ਇਹਨੂੰ ਢਾਹ ਲਾਉਣ ਦੇ ਲਈ, ਇਹਨੂੰ ਖਤਮ ਕਰਨ ਦੇ ਲਈ, ਇਹਦੇ ਉੱਤੇ ਕਬਜ਼ਾ ਕਰਨ ਦੇ ਲਈ ਗੁਜਰਾਤ ਤੋਂ ਅਮਲ ਨੂੰ ਲਿਆਂਦਾ ਜਾ ਰਿਹਾ। ਇਹ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੇ ਪ੍ਰਚਾਰ ਕੀਤਾ। ਸਾਨੂੰ ਨਹੀਂ ਪਤਾ ਕਿ ਸੱਚੀ ਇਦਾਂ ਹੋਣ ਜਾ ਰਿਹਾ ਸੀ ਕਿ ਨਹੀਂ। ਲੋਕਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਤੁਹਾਡਾ ਤਾਂ ਆਪਣਾ ਨੰਦਨੀ ਪ੍ਰੋਡਕਟ ਸੀ, ਤੇ ਇਹ ਕਿਹਾ ਗਿਆ ਕਿ ਸਾਰੇ ਦਾ ਸਾਰਾ ਟੇਕ ਓਵਰ ਕਰ ਲੈਣਾ, ਨੰਦਨੀ ਨੇ ਮਰਜ ਹੋ ਜਾਣਾ ਅਮੁਲ ਦੇ ਵਿੱਚ, ਤੇ ਭਾਈ ਤੁਹਾਡੀ ਤਾਂ ਹੋਂਦ ਹੀ ਨਾ ਰਹੀ। ਇੰਨਾ ਮੁੱਦਾ ਭਖ ਗਿਆ ਸੰਧਾਲੀਆ ਸਾਹਿਬ ਕਿ ਭਾਰਤੀ ਜਨਤਾ ਪਾਰਟੀ ਜਿਹੜਾ IT ਸੈੱਲ ਹੈ, ਉਹਦੇ ਚੀਫ ਨੂੰ ਖੁਦ ਆ ਕੇ ਕਹਿਣਾ ਪਿਆ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ, ਅਮਲ ਜਾ ਹੀ ਨਹੀਂ ਰਿਹਾ ਉਧਰਲੇ ਪਾਸੇ ਨੂੰ, ਇਹ ਸਿਰਫ ਤੇ ਸਿਰਫ ਅਫਵਾਹ ਆ, ਇਹ ਸਿਰਫ ਤੇ ਸਿਰਫ ਸਿਆਸੀ ਤੌਰ ਦੇ ਉੱਤੇ ਰੋਟੀਆਂ ਜਿਹੜੀਆਂ ਉਹ ਸੇਕੀਆਂ ਜਾ ਰਹੀਆਂ। ਹੁਣ ਤੁਸੀਂ ਦੇਖ ਲਓ ਕਿ ਦੁੱਧ ਦੇ ਪ੍ਰੋਡਕਟ ਜਿਹੜੇ ਨੇ, ਉਹਨਾਂ ਦੇ ਮੁੱਦਿਆਂ ਦੇ ਉੱਤੇ ਵੀ ਰਾਜਨੀਤੀ ਹੋ ਜਾਂਦੀ ਹੈ, ਉਹਨਾਂ ਦੇ ਮੁੱਦਿਆਂ ਦੇ ਉੱਤੇ ਵੀ ਸਪਸ਼ਟੀਕਰਨ ਜਿਹੜਾ ਉਹ ਦੇਣਾ ਪੈ ਜਾਂਦਾ। ਵੈਸੇ ਇੱਕ ਗੱਲ ਹੈਗੀ ਹੈ, ਹੁਣ ਤੁਸੀਂ ਦੇਖੋ ਕਿ ਨਵਾਂ ਕਨਸੈਪਟ ਅੱਗੇ ਕੀ ਹੁੰਦਾ ਸੀ ਕਿ ਕਿਸੇ ਸਿਆਸੀ ਪਾਰਟੀ ਦਾ ਕੋਈ ਲੀਡਰ, ਕੋਈ ਪ੍ਰਧਾਨ, ਕੋਈ ਜਨਰਲ ਸੈਕਟਰੀ, ਕੋਈ ਸਪੋਕਸਪਰਸਨ ਉਹ ਬਿਆਨ ਦਿੰਦਾ ਸੀ, ਫਿਰ ਯੂਥ ਵਿੰਗ ਦੇ ਪ੍ਰਧਾਨ ਆ ਗਏ, ਫਿਰ ਔਰਤਾਂ ਦੇ ਵਿੰਗ ਦੇ ਪ੍ਰਧਾਨ ਆ ਗਏ। ਹੁਣ ਦੇਖੋ IT ਵਿੰਗ ਜਿਹੜੇ ਨੇ, ਉਧਰਲੇ ਪਾਸਿਓਂ ਵੀ ਪ੍ਰੈਸ ਕਾਨਫਰੰਸਾਂ ਹੁੰਦੀਆਂ। IT ਵਿੰਗ ਵਾਲੇ ਪਾਸੇ ਤੇ ਆਪਾਂ ਮੇਰਾ ਖਿਆਲ ਰੋਜ਼ ਹੀ ਲਗਭਗ ਰੁਕੀ ਇਹ ਕਹਿੰਦੇ ਰਹਿੰਦੇ ਆ ਵੀ ਕੇਂਦਰ ਵਾਲੇ ਪਾਸਿਓਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਨਾ ਕੁਛ ਕਾਨੂੰਨ ਬਣਨਗੇ। ਹੁਣ ਮੇਰਾ ਖਿਆਲ ਕਿਰਨ ਰਿਜਿਜੂ ਸਾਹਿਬ ਨੇ, ਕਾਨੂੰਨ ਮੰਤਰੀ, ਉਹਨਾਂ ਨੇ ਜ਼ਰੂਰ ਕਿਹਾ ਕਿ ਇਸ਼ਾਰਾ ਜਿਹਾ ਦਿੱਤਾ ਇੱਕ ਤਰ੍ਹਾਂ ਨਾਲ ਉਹਨਾਂ ਨੇ ਕਿ ਵੀ ਜਿਹੜੀ ਕਿਹੜੀ ਖਬਰ ਉਹ ਓਥੈਂਟਿਕ ਆ, ਕਿਹੜੀ ਖਬਰ ਜਿਹੜੀ ਉਹ ਪਲਾਂਟਡ ਆ, ਕਿਹੜੀ ਇੱਕ ਅਫਵਾਹ ਆ, ਕਿਹੜੀ ਸਿਰਫ ਤੇ ਸਿਰਫ ਕਿਸੇ ਏਜੰਡੇ ਨੂੰ ਪੇਸ਼ ਕਰਨ ਦੇ ਕਰਕੇ ਬਣਾਈ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਖਬਰਾਂ ਦਾ ਪਤਾ ਲਾਉਣ ਦੇ ਲਈ ਜਾਂ ਇਹੋ ਜਿਹੀਆਂ ਜਿਹੜੀਆਂ ਪ੍ਰਚਾਰ ਸਮੱਗਰੀਆਂ ਨੇ ਉਹਨਾਂ ਦਾ ਪਤਾ ਲਾਉਣ ਦੇ ਲਈ ਕਹਿੰਦੇ ਕਿ ਕਾਨੂੰਨ ਦੇ ਵਿੱਚ ਅਮੈਂਡਮੈਂਟ ਜਿਹੜੀ ਉਹ ਕੀਤੀ ਜਾ ਸਕਦੀ ਹੈ। ਹੁਣ ਤੁਸੀਂ ਇਹ ਦੇਖੋ ਵੀ ਜੇ ਇਸ ਲੈਵਲ ਤੱਕ ਵੀ ਕਾਨੂੰਨ ਜਿਹੜਾ ਹੈ ਉਹ ਕੰਮ ਕਰਨ ਲੱਗ ਪਿਆ, ਤੇ ਆਪਾਂ ਤਾਂ ਬੜੇ ਚਿਰ ਪਹਿਲਾਂ ਤੋਂ ਬੇਨਤੀ ਕਰਦੇ ਆ ਰਹੇ ਹਾਂ ਕਿ ਕਿਸੇ ਵੇਲੇ ਆਪਾਂ ਨੂੰ ਹੁੰਦਾ ਲੈ ਕਿਹੜਾ ਕੋਈ ਵੇਂਦਾ, ਕੋਈ ਗੱਲ ਨਹੀਂ, ਛਾਪ ਦਿਓ, ਲਿਖ ਦਿਓ। ਉਹ ਛਾਪ ਦਿਓ, ਲਿਖ ਦਿਓ ਦੇ ਚੱਕਰ ਦੇ ਵਿੱਚ ਕੁਛ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਅਮੈਂਡਮੈਂਟ ਹੁੰਦੀ ਆ ਤੇ ਉਹੀ ਲਿਖਿਆ ਹੋਇਆ, ਭੇਜਿਆ ਹੋਇਆ, ਫਾਰਵਰਡ ਕੀਤਾ ਹੋਇਆ, ਜਾਂ ਕੁਛ ਬਣਾ ਕੇ ਪੇਸ਼ ਕੀਤਾ ਹੋਇਆ, ਜਾਂ ਕਿਸੇ ਏਜੰਡੇ ਦਾ ਨਾ ਚਾਹੁੰਦਿਆਂ ਹੋਇਆਂ ਵੀ ਹਿੱਸਾ ਬਣ ਗਏ ਲੋਕ ਜਿਹੜੇ ਨੇ, ਉਹ ਤੰਗ ਹੋ ਸਕਦੇ ਆ। ਬਿਲਕੁਲ ਸੰਧਾਲੀਆ ਸਾਹਿਬ, ਗੱਲ ਤੁਹਾਡੀ ਠੀਕ ਹੈ। ਬਾਕੀ ਆਪਾਂ ਉਮੀਦ ਕਰਦੇ ਹਾਂ ਭਾਈ ਕਿ ਠੀਕ ਤਰੀਕੇ ਦੇ ਨਾਲ ਜਿਹੜਾ ਉਹ ਅਗਲੇ ਪਾਸੇ ਨੂੰ ਵਧੇ, ਕਿਉਂਕਿ ਰਾਜਨੀਤਿਕ ਤੌਰ ਦੇ ਉੱਤੇ ਜਿੰਨੀਆਂ ਖਲਬਲੀਆਂ ਮਚਦੀਆਂ ਉਹਦੇ ਵਿੱਚੋਂ ਲੋਕਾਂ ਨੂੰ ਕੁਝ ਲੱਭਦਾ ਨਹੀਂ। ਤੇ ਉਧਰ ਵਾਰਿਸ ਪੰਜਾਬ ਦੇ ਜਥੇਬੰਦੀ ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਸਲੇ ਤੇ ਜਿਸ ਤਰੀਕੇ ਪਿਛਲੇ ਦਿਨੀ ਫੜੋ ਫੜਾਈ ਹੋਈ ਸੀ, ਪਰਚੇ ਦਰਜ ਹੋਏ, ਬਹੁਤ ਸਾਰਾ ਤੂਫਾਨ ਜਿਹਾ ਆਇਆ, ਤੇ ਕੁਝ ਇੱਕ ਲੋਕਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ। ਹੁਣ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ, ਕੇਸ ਕਿੱਥੇ ਤੱਕ ਜਾਣਗੇ, ਕੀ ਹੋਏਗਾ, ਉਹ ਬਾਅਦ ਦੀ ਗੱਲ ਹੈ। ਪਰ ਕਿਉਂਕਿ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ SGPC ਨੂੰ ਹੁਕਮ ਦਿੱਤਾ ਸੀ ਕਿ ਪੈਰਵਾਈ ਕਰੋ ਭਾਈ। ਪੈਰਵਾਈ ਕਿਉਂ ਨਹੀਂ ਕਰਦੇ? 2 ਵੱਡੀਆਂ ਇਕੱਤਰਤਾਵਾਂ ਵੀ ਉਹਨਾਂ ਨੇ ਸੱਦੀਆਂ ਸੀ। ਉਹਦੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਕਿ ਭਾਈ ਅਸੀਂ ਇਹਨਾਂ ਦੇ ਕੇਸ ਲੜਾਂਗੇ, ਚਾਹੇ ਉਹ ਕੇਸ ਪੰਜਾਬ 'ਚ ਚੱਲਦੇ ਆ ਤੇ ਚਾਹੇ ਉਹ ਡਿਬਰੂਗੜ੍ਹ ਵਾਲਾ ਕੇਸ ਹੈ। ਹੁਣ 3 ਜਿਹੜੇ ਵਕੀਲਾਂ ਦੀ ਇੱਕ ਟੀਮ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਭੇਜੀ ਹੈ ਅਸਾਮ ਦੇ ਡਿਬਰੂਗੜ੍ਹ, ਤੇ ਉਹ ਪਹੁੰਚ ਗਏ। ਉਹਦੇ ਵਿੱਚ ਇੱਕ ਭਗਵੰਤ ਸਿੰਘ ਸਿਆਲਕਾ ਸਾਹਿਬ ਨੇ, ਦੂਸਰੇ ਦੀਪ ਸਿੱਧੂ ਹੋਰਾਂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ, ਤੇ ਤੀਸਰੇ ਵੀ ਇੱਕ ਸੱਜਣ ਨੇ, ਵਕੀਲ ਸਾਹਿਬ ਨੇ। 3 ਵਕੀਲਾਂ ਦਾ ਪੈਨਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਅਸਾਮ ਦੇ ਡਿਬਰੂਗੜ੍ਹ ਦੇ ਵਿੱਚ ਅੱਪੜ ਗਿਆ। ਉੱਥੋਂ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਤਾਂ ਲਾਈਵ ਹੋ ਕੇ ਵੀ ਦੱਸਿਆ ਕਿ ਅਸੀਂ ਆ ਗਏ ਹਾਂ ਤੇ ਅਸੀਂ ਆ ਕੇ ਹੁਣ ਕੋਸ਼ਿਸ਼ ਕਰਾਂਗੇ, ਇਹ ਕਾਰਜ ਜਿਹੜਾ ਵੱਡਾ ਹੈ ਦੇਖਦੇ ਹਾਂ ਨੇਪਰੇ ਕਦੋਂ ਚੜ੍ਹਦਾ। ਹੁਣ ਅੱਜ ਤੋਂ ਉਹਨਾਂ ਨੇ ਆਪਣਾ ਕੰਮ ਕਰ, ਜਾਣੀ ਕਿ 10 ਤਰੀਕ ਤੋਂ ਆਪਣਾ ਕੰਮ ਕਾਨੂੰਨੀ ਤੌਰ ਦੇ ਉੱਤੇ ਸ਼ੁਰੂ ਕਰਨਾ ਸਿਆਲਕਾ ਸਾਹਿਬ ਦੀ ਅਗਵਾਈ 'ਚ। ਕੀ ਉਹਨਾਂ ਦੀ ਉੱਥੇ ਮੁਲਾਕਾਤ ਉਹਨਾਂ ਲੋਕਾਂ ਦੇ ਨਾਲ ਹੁੰਦੀ ਹੈ ਜਿਹੜੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤੇ ਆ, ਜਾਂ ਮੁਲਾਕਾਤ ਨਹੀਂ ਹੁੰਦੀ? ਜੇ ਮੁਲਾਕਾਤ ਹੁੰਦੀ ਹੈ ਤੇ ਉਹ ਆਣ ਕੇ ਫਿਰ ਕੀ ਦੱਸਦੇ ਆ, ਕੇਸ ਕਿਵੇਂ ਚੱਲੂਗਾ? ਬਹੁਤ ਸਾਰੀਆਂ ਗੱਲਾਂ ਨੇ,
ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਮਕਾਰ ਸ਼ੁਰੂ ਕਰ ਦਿੱਤਾ ਜੀ। ਮੈਂ ਨਾ ਚੰਗੀ ਗੱਲ ਹੈ, ਕਿਉਂਕਿ ਦੇਖੋ ਜੇ ਇਹ ਪਿਛਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ ਗੱਲ ਕਿ ਵੀ ਹਾਂਜੀ ਇਹ ਪੈਰਵਾਈ ਜੇ ਨਾ ਕੀਤੀ ਗਈ ਤੇ ਹੋ ਸਕਦਾ ਇਹ ਗੱਲ ਵਧੇ, ਤੇ ਹੁਣ ਜੇ ਪੈਰਵਾਈ ਹੋਊਗੀ ਤੇ ਉਹਨਾਂ ਪਰਿਵਾਰਾਂ ਨੂੰ ਵੀ ਹੌਸਲਾ ਹੋਊਗਾ ਵੀ ਚਲੋ ਕੋਈ ਸੰਸਥਾ ਸਾਡੇ ਨਾਲ ਖੜੀ ਆ, ਤੇ ਕੱਲ੍ਹ ਨੂੰ ਜੇ ਉਹਨਾਂ ਦੀ ਕਿਸੇ ਤੱਕ ਕੋਈ ਗੱਲ ਨਹੀਂ ਪਹੁੰਚਦੀ ਆਪੜਦੀ ਤੇ ਅਗਲੇ ਆਪਣੀ ਗੱਲ ਕਰ ਸਕਣਗੇ। ਕਿਉਂਕਿ ਪਿਛਲੇ ਦਿਨੀ ਜਿਹੜੀ ਉਹ ਹੈਬੀਅਸ ਕਾਰਪਸ ਕਰਕੇ ਇੱਕ ਪਟੀਸ਼ਨ ਪਾਈ ਗਈ ਸੀਗੀ ਉਸ ਜਥੇਬੰਦੀ ਦੇ ਇੱਕ ਜਿਹੜੇ ਕਾਨੂੰਨੀ ਸਲਾਹਕਾਰ ਕਹਿ ਲਓ ਜਾਂ ਨੁਮਾਇੰਦੇ ਕਹਿ ਲਓ ਖਾਰਾ ਸਾਹਿਬ ਵੱਲੋਂ, ਉੱਥੇ ਤਾਂ ਜੱਜ ਸਾਹਿਬ ਨੇ ਕਿਹਾ ਸੀ ਕਿ ਵੀ ਇਹ ਇੱਥੇ ਇਸ ਪਟੀਸ਼ਨ ਦੇ ਹਿਸਾਬ ਨਾਲ ਤੁਸੀਂ ਗੱਲ ਨਹੀਂ ਕਰ ਸਕਦੇ ਕਿਉਂਕਿ ਇਹ ਕੇਸ ਕੁਛ ਹੋਰ ਬਣਦਾ। ਉਹਦੇ ਵਿੱਚ ਤਾਂ ਇਹ ਹੈ ਕਿ ਵੀ ਬੰਦੇ ਦਾ ਪਤਾ ਹੀ ਨਹੀਂ, ਇੱਥੇ ਤਾਂ ਤੁਹਾਨੂੰ ਪਤਾ ਵੀ ਉਹ ਉਸ ਜੇਲ੍ਹ 'ਚ ਨੇ, ਆ ਉਹਨਾਂ ਦੇ ਉੱਪਰ ਧਾਰਾਵਾਂ ਲੱਗੀਆਂ ਨੇ। ਤੇ ਫਿਰ ਉਹਨਾਂ ਨੇ ਇੰਨਾ ਜ਼ਰੂਰ ਕਹਿ ਦਿੱਤਾ ਸੀ ਵੀ 11 ਤਰੀਕ ਨੂੰ, ਕਿਉਂਕਿ ਉਹ ਪਹਿਲੀ ਹੈਬੀਅਸ ਕਾਰਪਸ ਦੇ ਹਿਸਾਬ ਨਾਲ ਵੀ ਸੁਣਵਾਈ ਹੋਣੀ ਆ, ਉਹਦੇ ਨਾਲ ਇਨਕਲੂਡ ਕਰਕੇ ਹੋ ਸਕਦਾ ਕਿ ਅਦਾਲਤ ਕੋਈ ਦਿਸ਼ਾ ਨਿਰਦੇਸ਼ ਦੇ ਦੇਵੇ। ਹੁਣ ਤੁਸੀਂ ਦੇਖੋ ਵੀ ਜੇ ਅਦਾਲਤਾਂ ਤੱਕ ਪਹੁੰਚ ਹੁੰਦੀ ਆ ਤੇ ਅਦਾਲਤਾਂ ਦੇ ਵਿੱਚ ਇਹ ਨਹੀਂ ਹੈ ਕਿ ਵੀ ਕਿਸੇ ਦੇ ਨਾਲ ਧੱਕਾ ਹੁੰਦਾ। ਇੱਕ ਮੇਰਾ ਖਿਆਲ ਕੱਲ੍ਹ ਪਹਿਲਾਂ ਬੜੀ ਖਬਰ ਚੱਲੀ ਕਿ ਕੋਈ ਸ਼ਾਇਦ ਆਸਟ੍ਰੇਲੀਆ ਦਾ ਨਿਵਾਸੀ ਕੋਈ NRI ਸਿੱਖ, ਉਹਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਪੁਲਿਸ ਉਹਨੂੰ ਚੱਕ ਲੈਂਦੀ ਹੈ ਤੇ ਇਲਜ਼ਾਮ ਦੋਸ਼ ਇਹ ਸੀ ਕਿ ਸ਼ਾਇਦ ਉਹਨਾਂ ਦਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਕੋਈ ਲਿੰਕ ਹੈ ਜਾਂ ਪਿਛਲੇ ਦਿਨੀ ਉਹ ਹੁਸ਼ਿਆਰਪੁਰ ਖੇਤਰ 'ਚ ਆਏ ਸੀ, ਇੱਥੋਂ ਦੁਬਾਰਾ ਕੋਈ ਉਹਨਾਂ ਦੀ ਫਰਾਰੀ ਹੋਈ ਕਿ ਨਹੀਂ ਹੋਈ। ਕਈ ਤਰ੍ਹਾਂ ਦੀਆਂ ਉਹ ਸਿਰਫ ਮੀਡੀਆ 'ਚ ਚਰਚਾਵਾਂ ਚੱਲੀਆਂ। ਉਹ ਹੁਣ ਕਹਿੰਦੇ ਆ ਕਿ ਵੀ ਅਦਾਲਤ ਦੇ ਵਿੱਚ ਜਦੋਂ ਪੇਸ਼ੀ ਹੋਈ ਆ ਤੇ ਉੱਥੇ ਕੋਈ ਸਬੂਤ ਪ੍ਰੂਫ ਜਿਹੜਾ ਸੀ ਉਹ ਪੁਲਿਸ ਵਾਲੇ ਪਾਸਿਓਂ ਨਹੀਂ ਦਿੱਤਾ ਜਾ ਸਕਿਆ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਵੀ ਜਦੋਂ ਸਬੂਤ ਪ੍ਰੂਫ ਹੀ ਕੋਈ ਨਹੀਂ ਤੇ ਤੁਸੀਂ ਕਿਵੇਂ ਬੰਦੇ ਨੂੰ ਗ੍ਰਿਫਤਾਰ ਕਰ ਸਕਦੇ ਹੋ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਕੋਈ ਬੰਦਾ ਨਿਰਦੋਸ਼ ਹੈ ਉਹਦੀ ਪੈਰਵਾਈ ਪ੍ਰੋਪਰ ਕੀਤੀ ਜਾਂਦੀ ਆ ਤੇ ਅਦਾਲਤਾਂ ਨੂੰ ਇਹ ਕਲੀਅਰ ਕੱਟ ਪਤਾ ਲੱਗਦਾ ਵੀ ਹਾਂ ਵੀ ਕੋਈ ਬੰਦਾ ਜਿਹੜਾ ਹੈ ਉਹ ਕਿਸੇ ਕੇਸ ਦੇ ਵਿੱਚ ਹੈਗਾ ਜਾਂ ਉਹਨੂੰ ਜਾਣਬੁੱਝ ਕੇ ਐਵੇਂ ਚੱਕ ਕੇ ਪੁਲਿਸ ਪਰੇਸ਼ਾਨ ਕਰ ਰਹੀ। ਨਹੀਂ, ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਖੋਟ ਹੈ, ਕਿਸੇ ਨੂੰ ਐਵੇਂ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਤੇ ਉਹ ਬਹੁਤ ਗਲਤ ਹੈ। ਚੰਗੀ ਗੱਲ ਹੈ ਜੇ ਮਾਣਯੋਗ ਜੱਜ ਸਾਹਿਬ ਨੇ, ਮਾਣਯੋਗ ਅਦਾਲਤ ਨੂੰ ਇਹ ਲੱਗਿਆ ਕਿ ਭਾਈ ਨਹੀਂ ਕੋਈ ਇਸ ਕੇਸ ਦੇ ਵਿੱਚ ਹੈ ਨਹੀਂ, ਬੰਦੇ ਨੂੰ ਰਿਹਾ ਕਰ ਦਿੱਤਾ ਤਾਂ ਬਹੁਤ ਵਧੀਆ ਗੱਲ ਹੈ। ਬਾਕੀ ਵੀ ਜੇ ਕਿਸੇ ਬੰਦੇ ਦੇ ਨਾਲ ਕੋਈ ਧੱਕਾ ਹੁੰਦਾ ਹੈ ਤੇ ਉਹਨੂੰ ਭਾਈ ਵੇਲੇ ਸਿਰ ਇਨਸਾਫ ਮਿਲਣਾ ਚਾਹੀਦਾ। ਤੇ ਦੂਸਰਾ ਸੰਧਾਲੀਆ ਸਾਹਿਬ, ਪੰਜਾਬ ਦੀਆਂ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ, BJP, ਆਮ ਆਦਮੀ ਪਾਰਟੀ ਤਿਆਰ ਹੋ ਜਾਓ, ਡਰੋ, ਕਿਉਂਕਿ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਕਹਿੰਦੇ ਜੀ ਮੈਂ ਦੁਬਾਰਾ ਆਪਣੀ ਪਾਰਟੀ ਲੋਕ ਭਲਾਈ ਪਾਰਟੀ ਸੁਰਜੀਤ ਕਰਨ ਲੱਗਿਆ, ਮੁੜ ਸੁਰਜੀਤ, ਪੁਨਰ ਸੁਰਜੀਤ। ਉਹਨਾਂ ਨੇ ਅਕਾਲੀਆਂ ਨੂੰ ਚੈਲੰਜ ਵੀ ਕਰ ਦਿੱਤਾ। ਹੁਣ ਮੈਂ ਸੋਚਦਾ ਸੀ ਕਿ ਕੋਈ ਸਮਾਂ ਸੀ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਜਦੋਂ ਗੱਠਜੋੜ ਦੀਆਂ ਸਰਕਾਰਾਂ ਚੱਲਦੀਆਂ ਹੁੰਦੀਆਂ ਸੀ ਕੇਂਦਰ ਦੇ ਵਿੱਚ ਤੇ ਉਦੋਂ ਵੱਡੇ ਅਹੁਦਿਆਂ ਤੇ ਰਹੇ, ਫਿਰ ਪੰਜਾਬ ਦੇ ਵਿੱਚ ਆ ਕੇ ਲੋਕ ਭਲਾਈ ਪਾਰਟੀ ਬਣਾ ਲਈ। ਉਹ ਕਹਿੰਦੇ ਜੀ ਪੰਜਾਬ ਦਾ ਭਲਾ ਹੀ ਇਧਰਲੇ ਪਾਸੇ ਹੋਣਾ। ਸਾਰੀਆਂ ਪਾਰਟੀਆਂ ਨੂੰ ਦਿੰਦੇ ਹੁੰਦੇ ਸੀ, ਲੋਕਾਂ ਨੂੰ ਪਤਾ ਹੀ ਨਾ ਲੱਗਾ। ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਚੁੱਪ ਚਪੀਤੇ ਕਦੋਂ ਆਪਣੀ ਸਾਰੀ ਪਾਰਟੀ ਨਾਲ ਛੜੱਪਾ ਅਕਾਲੀ ਦਲ 'ਚ ਮਾਰ ਗਏ। ਅਕਾਲੀ ਦਲ ਨੇ ਟਿਕਟਾਂ ਵੀ ਦਿੱਤੀਆਂ, ਚੇਅਰਮੈਨੀਆਂ ਵੀ ਦਿੱਤੀਆਂ। ਫਿਰ ਇੱਕ ਦਿਨ ਯੂਪੀ ਭੇਜਿਆ ਕਿ ਯੂਪੀ ਜਾ ਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਾਂਡ ਤੁਸੀਂ ਸੰਭੋ। ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸੁਨੇਹਾ ਅੜਿੱਕੇ ਉਧਰੋਂ ਉਹਨਾਂ ਨੇ ਸਹੁੰ ਚੁੱਕ ਲਈ ਕਿ ਭਾਈ ਮੈਂ ਤਾਂ ਯੂਪੀ ਦਾ ਕੈਬਨਿਟ ਮੰਤਰੀ, ਜੇਲ੍ਹਾਂ ਦਾ ਮਹਿਕਮਾ ਮਿਲ ਗਿਆ। ਪਤਾ ਹੀ ਨਾ ਲੱਗਾ ਕਦੋਂ ਝੰਡੀ ਵਾਲੀ ਕਾਰ ਲੈ ਕੇ ਤੇ ਇਧਰਲੇ ਪਾਸੇ ਅਕਾਲੀ ਪੰਜਾਬ ਦੇ ਵਿੱਚ ਦੇਖਣ ਕਿ ਹੋ ਕੀ ਗਿਆ। ਫਿਰ ਰਾਮੂਵਾਲੀਆ ਸਾਹਿਬ ਦੁਬਾਰਾ ਆਏ, ਪੰਜਾਬ ਦੇ ਲੀਡਰਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਉਹਨਾਂ ਦੀਆਂ, ਕਦੇ ਇਹਨਾਂ ਨਾਲ ਮੁਲਾਕਾਤ ਕਦੇ ਉਹਦੇ ਨਾਲ ਮੁਲਾਕਾਤ। ਹੁਣ ਸੰਧਾਲੀਆ ਸਾਹਿਬ ਐਂ ਲੱਗਦਾ ਹੈ ਕਿ ਜਦੋਂ 3-4 ਧੜੇ ਨੇ ਪੰਜਾਬ 'ਚ, 3-4 ਧਿਰਾਂ ਨੇ ਸਿਆਸੀ ਤੌਰ ਦੇ ਉੱਤੇ ਸਰਗਰਮ, ਤੇ ਉਹਨਾਂ ਨੇ ਸੰਕੇਤ ਦਿੱਤਾ ਕਿ ਭਾਈ ਪਾਰਟੀ ਵੀ ਪੁਨਰ ਸੁਰਜੀਤ ਕਰਨੀ ਹੈ। ਸੰਕੇਤ ਇਹ ਵੀ ਦੇ ਦਿੱਤਾ ਕਿ ਭਾਈ ਇਲੈਕਸ਼ਨ ਵਾਲੇ ਪਾਸਿਓਂ ਵੀ ਨਾ ਕੋਈ ਨਹੀਂ। ਹੁਣ ਬਲਵੰਤ ਸਿੰਘ ਰਾਮੂਵਾਲੀਆ ਸਾਹਿਬ ਦੇ ਲੱਛੇਦਾਰ ਭਾਸ਼ਣ ਦੇਖੋ, ਲੋਕਾਂ ਦੇ ਕਿਸੇ ਕੰਮ ਆਉਣ ਨਾ ਆਉਣ, ਘੱਟੋ ਘੱਟ ਸਵਾਦ ਤਾਂ ਦਿੰਦੇ ਹੀ ਆ ਨਾ। ਪਰ ਮੁਸ਼ਕਿਲ ਹੈ ਨਾ, ਆ ਜਿਹੜੀਆਂ 3-4 ਘਟਨਾਵਾਂ ਤੁਸੀਂ ਗਿਣਾਤੀਆਂ, ਇਹਨਾਂ ਦਾ ਕਰਕੇ ਹੁਣ ਲੋਕਾਂ ਦਾ ਕਿੰਨਾ ਕੋਈ ਵਿਸ਼ਵਾਸ ਵੱਜੂਗਾ ਉਹਨਾਂ ਤੇ। ਇਹਦੇ ਤੇ ਵੀ ਇੱਕ ਸਵਾਲ ਆ। ਇੱਕ ਚੀਜ਼ ਇਹਦੇ ਵਿੱਚ ਮੈਂ ਐਡ ਕਰ ਦਿੰਦਾ ਵੀ ਪਿਛਲੇ ਸਮੇਂ 'ਚ ਉਹਨਾਂ ਦੀ ਆਪਣੀ ਬੇਟੀ ਖੁਦ BJP ਨੂੰ ਜੁਆਇਨ ਕਰ ਚੁੱਕੀ ਤੇ ਅੱਜ ਕੱਲ੍ਹ ਉਹ BJP ਦੇ ਲੀਡਰ ਨੇ। ਉਹਨਾਂ ਦੀ ਪਾਰਟੀ ਤਰਫੋਂ ਬਿਆਨ ਵੀ ਆਉਂਦੇ ਰਹਿੰਦੇ ਆ, ਉਹ ਸਰਗਰਮੀ ਵੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਹੁਣ ਪਿਤਾ ਜੀ ਜਿਹੜੇ ਸੀ, ਚਲੋ ਪਹਿਲਾਂ ਉਹਨਾਂ ਨੇ ਪਾਰਟੀ ਭੰਗ ਕਰ ਦਿੱਤੀ ਸੀ, ਉਸ ਤੋਂ ਬਾਅਦ ਉਹਨਾਂ ਦੀ ਬੇਟੀ ਉਹ BJP ਦਾ ਹਿੱਸਾ ਆ। ਹੁਣ ਦੁਬਾਰਾ ਪਿਤਾ ਜੀ ਰਾਮੂਵਾਲੀਆ ਸਾਹਿਬ ਕਹਿਣ ਵੀ ਹਾਂ ਮੈਂ ਹੁਣ ਫਿਰ ਪਾਰਟੀ ਮੁੜ ਸੁਰਜੀਤ ਕਰ ਦੇਣੀ ਆ। ਚਲੋ ਲੋਕਾਂ ਨੂੰ ਤਾਂ ਫਰਕ ਕੋਈ ਨਹੀਂ ਪੈਂਦਾ, ਜਿਹੜੇ ਬੰਦੇ ਉਦੋਂ ਉਸ ਪਾਰਟੀ 'ਚ ਸੀਗੇ, ਜਿਨ੍ਹਾਂ ਨੂੰ ਉਦੋਂ ਵੀ ਸ਼ਾਇਦ ਕੋਈ ਬਹੁਤਾ ਨਾਂ ਪੁੱਛਿਆ ਗਿਆ ਹੋਵੇ, ਹੁਣ ਜਦੋਂ ਦੁਬਾਰਾ ਖਬਰ ਸੁਣਨਗੇ, ਕਿਉਂਕਿ ਮੈਨੂੰ ਇਹ ਪੱਕਾ ਪਤਾ ਵੀ ਇਕੱਲੇ ਨੂੰ ਟੈਲੀਫੋਨ ਤੇ ਗਿਆ ਨਹੀਂ ਹੋਣਾ, ਬਹੁਤਿਆਂ ਨੂੰ ਤੇ ਖਬਰ ਤੋਂ ਹੀ ਪਤਾ ਲੱਗਣਾ ਵੀ ਅੱਛਾ ਯਾਰ ਇਦਾਂ ਦੀ ਵੀ ਕੋਈ ਗੱਲ ਹੈਗੀ। ਉਹਨਾਂ ਦੇ ਮਨ ਤੇ ਕੀ ਬੀਤੂਗੀ ਯਾਰ ਸਾਡੇ ਨਾਲ ਕੀ ਹੋਣ ਡਿਆ। ਬਿਲਕੁਲ ਸੰਧਾਲੀਆ ਸਾਹਿਬ, ਤੇ ਉੱਧਰ ਥੋੜੀ ਜਿਹੀ ਗੱਲ ਆਪਾਂ ਬਠਿੰਡਾ ਜੇਲ੍ਹ ਦੀ ਕਰ ਲਈਏ, ਕਿਉਂਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆਈ ਸੀ। ਇਹਦੇ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੀਆਂ 2 ਇੰਟਰਵਿਊਜ਼, ਸਾਨੂੰ ਨਹੀਂ ਪਤਾ ਕਿ ਕਿੱਥੇ ਸ਼ੂਟ ਕੀਤੀਆਂ ਗਈਆਂ, ਕਿੱਥੇ ਰਿਕਾਰਡ ਕੀਤੀਆਂ ਗਈਆਂ, ਕਿਹੜੀ ਜੇਲ੍ਹ ਦੇ ਵਿੱਚੋਂ ਹੋਈਆਂ ਜਾਂ ਬਾਹਰੋਂ ਹੋਈਆਂ, ਪਰ ਸਵਾਲੀਆ ਚਿੰਨ੍ਹ ਲੱਗੇ ਸੀ ਕਿ ਭਾਈ ਜੇਲ੍ਹਾਂ ਕਿੰਨੀਆਂ ਕੁ ਸੁਰੱਖਿਅਤ ਨੇ। ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਦਾਅਵਾ ਵੀ ਕਰਤਾ, ਕਹਿੰਦੇ ਬਠਿੰਡਿਓਂ ਸ਼ੂਟ ਹੋਈ ਹੈ।
ਹੁਣ ਇੱਕ ਵੀਡੀਓ ਜਿਹੜੀ ਵਾਇਰਲ ਹੈ ਉਹਦੇ ਵਿੱਚ ਜਿਸ ਤਰੀਕੇ ਜੇਲ੍ਹ ਦੇ ਅੰਦਰੋਂ ਕੁਝ ਹਵਾਲਾਤੀ ਤੇ ਕੈਦੀ 4-5 ਮੋਬਾਈਲ ਟੇਬਲ ਦੇ ਉੱਤੇ ਰੱਖ ਕੇ ਦਿਖਾਉਂਦੇ ਆ ਕਿ ਭਾਈ ਆ ਦੇਖੋ ਇੱਥੇ ਜੇਲ੍ਹਾਂ ਦੇ ਵਿੱਚ ਆਹ ਕੰਮ ਚੱਲਦਾ ਹੈ। ਉਹਨਾਂ ਨੇ ਤਾਂ ਅਫਸਰਾਂ ਦੇ ਉੱਤੇ ਬਾਈ ਨੇਮ ਦੋਸ਼ ਲਾਤੇ ਸੀ ਕਿ ਭਾਈ ਉਹ ਬੰਦੇ ਹੀ ਅੰਦਰਲੇ ਪਾਸੇ ਮੋਬਾਈਲ ਜਾਂ ਹੋਰ ਜਿਹੜੀਆਂ ਵਰਜਿਤ ਚੀਜ਼ਾਂ ਨੇ, ਇਤਰਾਜ਼ਯੋਗ ਚੀਜ਼ਾਂ ਨੇ, ਕਾਨੂੰਨੀ ਤੌਰ ਦੇ ਉੱਤੇ ਮਨਾਹੀ ਵਾਲੀਆਂ ਚੀਜ਼ਾਂ ਨੇ, ਉਹਨਾਂ ਨੂੰ ਅੰਦਰ ਸਪਲਾਈ ਕਰਾਉਂਦੇ ਆ ਤੇ ਮੋਟੇ ਪੈਸੇ ਕਮਾਉਂਦੇ ਆ। ਹੁਣ ਪਤਾ ਲੱਗਾ ਕਿ ਪਰਚਾ ਪੁਰਚਾ ਦਰਜ ਕਰਕੇ ਕੁਝ ਇੱਕ ਕੈਦੀ ਹਵਾਲਾਤੀ ਉਹਨਾਂ ਦੀਆਂ ਜੇਲ੍ਹਾਂ ਵੀ ਤਬਦੀਲ ਕੀਤੀਆਂ ਗਈਆਂ। ਪਰ ਸੰਧਾਲੀਆ ਸਾਹਿਬ, ਜੇਲ੍ਹਾਂ ਤਬਦੀਲ ਕਰਨਾ ਨਾ ਕਰਨਾ, ਕਦੋਂ ਤਬਦੀਲ ਕਰਨਾ, ਕਿਸ ਤਰੀਕੇ ਕਰਨਾ, ਉਹ ਬਾਅਦ ਦੀ ਗੱਲ ਹੈ। ਜੇ ਪੰਜਾਬ ਦੀਆਂ ਜੇਲ੍ਹਾਂ ਜਦੋਂ ਛਾਪਾ ਵੱਜਦਾ ਉਦੋਂ ਮੋਬਾਈਲ ਫੜ ਹੁੰਦੇ ਆ, ਜਦੋਂ ਛਾਪਾ ਵੱਜਦਾ ਉਹ ਚੀਜ਼ਾਂ ਜਿਹੜੀਆਂ ਕਿ ਜੇਲ੍ਹਾਂ ਦੇ ਅੰਦਰ ਲਿਜਾਈਆਂ ਨਹੀਂ ਜਾ ਸਕਦੀਆਂ, ਜਿਹਦੀ ਮਨਾਹੀ ਹੈ, ਹਰ ਵਾਰੀ ਫੜ ਹੁੰਦੇ, ਕਦੇ ਕੋਈ ਛਾਪਾ ਖਾਲੀ ਨਹੀਂ ਗਿਆ। ਇਹਦਾ ਮਤਲਬ ਹੈ ਕਿ ਕੋਈ ਘਾਟ ਕਮਜ਼ੋਰੀ, ਹਾਲਾਂਕਿ ਕੇਂਦਰ ਤੋਂ ਵੀ ਸੁਰੱਖਿਆ ਬਲ ਲਿਆ ਕੇ ਲਾ ਦਿੱਤੇ, ਜੇ ਅਜੇ ਤੱਕ ਵੀ ਉਹੀ ਕੰਮ ਚੱਲੀ ਜਾਂਦਾ ਤੇ ਕੋਈ ਵੱਡੀ ਪੱਧਰ ਦੇ ਉੱਤੇ ਕੋਈ ਉਥਲ ਪੁਥਲ ਕਰਨ ਦੀ ਲੋੜ ਹੈ ਜਿਹਦੇ ਨਾਲ ਕਿ ਮਾੜਾ ਮੋਟਾ ਕੰਟਰੋਲ ਹੋਵੇ, ਨਹੀਂ ਤਾਂ ਹਰ ਚੌਥੇ ਦਿਨ ਆਹੀ ਖਬਰਾਂ ਹੁੰਦੀਆਂ। ਹਾਂਜੀ, ਇਹ ਤਾਂ ਗੱਲ ਹੈਗੀ ਆ। ਉਹ ਇੰਨਾ ਜ਼ਰੂਰ ਸੀ ਉਸ ਤੋਂ ਬਾਅਦ ਜਿਹੜੀ ਖਬਰ ਆਈ ਕਿ ਸ਼ਾਇਦ ਉਹਨਾਂ ਬੰਦਿਆਂ ਦੇ ਉੱਪਰ ਉਹ ਕੋਈ ਪਰਚਾ ਵੀ ਦਰਜ ਹੋ ਗਿਆ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਆ। ਪਿਛਲੇ ਦਿਨੀ ਮੇਰਾ ਖਿਆਲ ਜਦੋਂ ਇਹ ਸਾਰੀ ਘਟਨਾ ਸਾਹਮਣੇ ਆਉਂਦੀ ਆ ਤੇ ਉਹਦੇ ਤੋਂ ਬਾਅਦ DIG ਸਾਹਿਬ ਜਿਹੜੇ ਜੇਲ੍ਹਾਂ ਨੇ ਉਹਨਾਂ ਦਾ ਵੀ ਸ਼ਾਇਦ ਤਬਾਦਲਾ ਕਰ ਦਿੱਤਾ ਗਿਆ ਜਾਂਦਾ ਤੇ ਉਹਨਾਂ ਦੀ ਥਾਂ ਦੇ ਉੱਪਰ ਨਵੇਂ ਜਿਹੜੇ ਅਫਸਰ ਨੇ ਜੀ ਉਹਨਾਂ ਨੂੰ ਇੰਚਾਰਜੀ ਦੇ ਦਿੱਤੀ ਜਾਂਦੀ ਹੈ ਵੀ ਤੁਸੀਂ ਹੁਣ ਇਹ ਸਾਰੇ ਕੁਛ ਨੂੰ ਦੇਖਣਾ। ਪਰ ਇੱਕ ਗੱਲ ਤਾਂ ਹੈਗੀ ਆ ਕਿ ਵੀ ਇਹ ਤਾਣੇ ਬਾਣੇ ਦੇ ਵਿੱਚ ਮੈਨੂੰ ਲੱਗਦਾ ਜਿਹੜੀ ਇੱਕ ਚੀਜ਼ ਜਿਹਦੇ ਵੱਲ ਧਿਆਨ ਸ਼ਾਇਦ ਨਹੀਂ ਜਾਂਦਾ ਉਹ ਆ ਲਾਲਚ। ਹੁਣ ਜਦੋਂ ਸਿੱਧੂ ਸਾਹਿਬ ਬਾਹਰ ਆਏ ਸੀ ਉਸ ਦਿਨ ਮੇਰਾ ਖਿਆਲ ਉਹਨਾਂ ਨੇ 2-3 ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਵੀ ਜਰਦੇ ਦੀ ਪੁੜੀ 2000 ਦੀ ਮਿਲ ਜਾਂਦੀ। ਹੁਣ 2000 ਦੀ ਪੁੜੀ ਜੇ ਜਰਦੇ ਦੀ ਮੰਨ ਲਓ ਵੀ ਬਾਹਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨੇ ਦੀ ਹੈ, ਤੇ ਆਪਾਂ ਨੂੰ ਪਤਾ ਵੀ ਯਾਰ ਉਹ ਸਾਹਮਣੇ ਇੱਕ ਬਿਲਡਿੰਗ ਆ, ਉਸ ਬਿਲਡਿੰਗ ਦੇ ਇੱਕ ਕੰਧ ਆ, ਕੰਧ ਦੇ ਪਰਲੇ ਪਾਰ ਜੇ ਮੈਂ ਪਹੁੰਚਾਤੀ ਫਿਰ ਇਹ 2000 ਦੀ ਹੋ ਜਾਣੀ। ਹੁਣ ਹੋ ਸਕਦਾ ਜਿਹੜਾ ਬੰਦਾ ਬਾਹਰ ਹੋਵੇ ਉਹਦੇ ਮਨ 'ਚ ਵੀ ਲਾਲਚ ਹੋਵੇ, ਇੱਕ ਅੱਧਾ ਬੰਦਾ ਉਹ ਅੰਦਰੋਂ ਵੀ ਗੰਢ ਲੈਣ ਵੀ ਯਾਰ ਕਿਸੇ ਨਾ ਕਿਸੇ ਤਰ੍ਹਾਂ ਤੂੰ ਇਹ 2000 ਦੀ ਕਰ ਦੇ, ਬਾਕੀ ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਮੈਨੂੰ ਲੱਗਦਾ ਉਹ ਬੰਦੇ ਲੱਭਣ ਦੀ ਵੀ ਲੋੜ ਹੈ ਜਿਨ੍ਹਾਂ ਦਾ ਇਹ ਲਾਲਚ ਹੈ ਵੀ ਯਾਰ ਆਹ ਚੀਜ਼ ਬਾਹਰ ਇਹਦਾ ਕੋਈ ਮੁੱਲ ਨਹੀਂ, ਜੇ ਇਸ ਕੰਧ ਦੇ ਅਗਲੇ ਬੰਨੇ ਚਲੇ ਜਾਂਦੀ, ਚਾਹੇ ਉਹ ਮੋਬਾਈਲ ਹੋਵੇ ਚਾਹੇ ਕੋਈ ਹੋਰ ਚੀਜ਼ ਹੋਵੇ, ਫਿਰ ਉਹਦੇ 'ਚ ਪੈਸੇ ਹੀ ਪੈਸੇ ਆ ਤੇ ਕੋਈ ਨਹੀਂ ਆਪਾਂ ਵੰਡ ਵਰਤ ਕੇ ਚਲਾਈ ਜਾਵਾਂਗੇ, ਤੂੰ ਮੇਰਾ ਵੀਰ ਪਹੁੰਚਦੀ ਕਰਦੇ। ਉਹ ਬੰਦੇ ਲੱਭਣੇ ਜ਼ਰੂਰੀ ਹੈ ਤਾਂ ਜਾ ਕੇ ਉਹਦਾ ਮਸਲਾ ਹੱਲ ਹੋਵੇ ਜੀ। ਸੰਧਾਲੀਆ ਸਾਹਿਬ, ਬਾਕੀ ਜਿਹੜਾ ਉਸ ਪੁਲਿਸ ਪ੍ਰਸ਼ਾਸਨ ਨੇ ਜਾਂ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਜੀ ਸਾਡੇ ਅਧਿਕਾਰੀਆਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸੀਂ ਨਹੀਂ ਡਿੱਗਣ ਦੇਣਾ। ਚਲੋ ਠੀਕ ਹੈ, ਇਮਾਨਦਾਰੀ ਨਾਲ ਕਾਰਵਾਈ ਕਰੋ ਭਾਈ। ਜੇ ਜੇਲ੍ਹਾਂ ਦੇ ਵਿੱਚੋਂ ਵੀਡੀਓ ਆਉਂਦੀਆਂ ਹੈ ਤਾਂ ਸਵਾਲ ਖੜੇ ਆ। ਬਾਕੀ ਸੰਧਾਲੀਆ ਸਾਹਿਬ, 35ਵੀਂ ਆਸਟ੍ਰੇਲੀਆਈ ਸਿੱਖ ਖੇਡਾਂ 3 ਦਿਨ ਦੀਆਂ ਸੀ ਸਮਾਪਤ ਹੋ ਗਈਆਂ, ਨਿਰਵਿਘਨ ਸਮਾਪਤ ਹੋਈਆਂ। ਸੰਗਤ ਦਾ ਇਕੱਠ ਲੋਹੜੇ ਦਾ ਰਿਹਾ। ਖਿਡਾਰੀਆਂ ਨੇ ਕਿਉਂਕਿ ਕੋਈ ਕੈਸ਼ ਪ੍ਰਾਈਜ਼ ਨਹੀਂ ਸੀ, ਇਹਦੇ ਬਾਵਜੂਦ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਖਿਡਾਰੀਆਂ ਨੇ ਆਪਣਾ ਕੰਮ ਜਿਹੜਾ ਉਹ ਮੁਕੰਮਲ ਕੀਤਾ ਤੇ ਹਜ਼ਾਰਾਂ ਹੀ ਜਿਹੜੇ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਈਆਂ। ਸਾਰਿਆਂ ਦਾ ਧੰਨਵਾਦ। ਬਹੁਤ ਸਾਰੇ ਸੱਜਣਾ ਦੇ ਨਾਲ ਮੁਲਾਕਾਤਾਂ ਨਹੀਂ ਵੀ ਹੋ ਸਕੀਆਂ, ਉਹਨਾਂ ਤੋਂ ਮਾਫੀ। ਤੇ ਬਾਕੀ ਬਹੁਤ ਸਾਰੇ ਨੇ ਪਿੱਠ ਥਾਪੜੀ ਹੈ, ਤੁਹਾਨੂੰ ਵੀ ਫਤਿਹ ਬੁਲਾਈ ਹੈ ਬਹੁਤ ਸਾਰੇ ਸੱਜਣਾ ਨੇ। ਕੁਝ ਇੱਕ ਨੇ ਸੁਝਾਅ ਦਿੱਤੇ ਆ, ਕੁਝ ਇੱਕ ਦੇ ਉਲਾਂਭੇ ਵੀ ਸੀ। ਉਹ ਸਾਰੀਆਂ ਚੀਜ਼ਾਂ ਸਿਰ ਮੱਥੇ ਤੇ ਜੀ ਸਹਿਮਤੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਪਰ ਜੇ ਇਸ ਤਰੀਕੇ ਦੇ ਨਾਲ ਲੋਹੜੇ ਦਾ ਪਿਆਰ ਜਿਹੜਾ ਉਹ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰ ਦਿੰਦੇ ਆ, ਕਿਉਂਕਿ ਆਮ ਬੰਦੇ ਆ ਜੀ ਜਦੋਂ ਕੰਮ ਕਰਦੇ ਆ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਸਹੀ ਹੁੰਦੀਆਂ, ਕਈ ਵਾਰੀ ਕੋਈ ਚੀਜ਼ ਜਿਹੜੀ ਆ ਕਿਸੇ ਨੂੰ ਪਸੰਦ ਨਹੀਂ ਵੀ ਆਉਂਦੀ। ਭਵਿੱਖ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸਾਰਾ ਕੁਝ ਠੀਕ ਰਹੇ। ਪਰ ਆਸਟ੍ਰੇਲੀਆ ਦੇ ਲੋਕ, ਆਸਟ੍ਰੇਲੀਆ ਦੀਆਂ ਖੇਡਾਂ ਦੇ ਪ੍ਰਬੰਧਕ, ਸਪਾਂਸਰ, ਜਿੰਨੇ ਵੀ ਬੰਦੇ ਸੀ, ਏਡਾ ਵੱਡਾ ਤੁਸੀਂ ਈਵੈਂਟ ਕਰਦੇ ਹੋ, ਦੁਨੀਆ ਦੇ ਵਿੱਚ ਕਿਤੇ ਨਹੀਂ, ਕਿਸੇ ਭਾਈਚਾਰੇ 'ਚ ਏਡਾ ਈਵੈਂਟ ਨਹੀਂ ਦੇਖਿਆ ਜਾਂਦਾ। ਤੁਹਾਡੀ ਭਾਈਚਾਰਕ ਸਾਂਝ ਦੇ ਲਈ ਜਿਹੜੀਆਂ ਉਹ ਤੁਹਾਨੂੰ ਸ਼ੁਭ ਸ਼ਾਮਾਂ ਤੇ ਉਮੀਦ ਕਰਦੇ ਆ ਕਿ ਇਹ ਕੰਮ ਜਿਹੜਾ ਉਹ ਲਗਾਤਾਰ ਤੁਸੀਂ ਇਸੇ ਤਰੀਕੇ ਜਾਰੀ ਰੱਖੋਗੇ ਜੀ। ਬਹੁਤ ਧੰਨਵਾਦ ਬਾਠ ਸਾਹਿਬ ਇਹ ਸਮਾਂ ਕੱਢਣ ਲਈ। ਮਹਾਰਾਜ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।